ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਕੁਲਬੀਰ ਸਿੰਘ ਜੀ, ਹੁਣ ਤੁਸੀਂ 4 ਜਾਂ 5 ਮਿੰਟ ਵਾਸਤੇ ਸ਼ਬਦ ਦੀ ਗਾਇਨ ਕਰੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਠ ਫਰੀਦਾ ਉੱਠ ਫਰੀਦਾ ਉਜੂ ਸਾਜ ਸੁਬੇ ਨਿਵਾਜ ਗੁਜ਼ਾਰ ਸੁਬੇ ਨਿਵਾਜ ਗੁਜ਼ਾਰ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕਪ ਉਤਾਰ ਸੋ ਸਿਰ ਕਪ ਉਤਾਰ। ਫਰੀਦਾ ਰਾਤ ਕਥੂਰੀ ਵੰਡੀਐ ਰਾਤ ਕਥੂਰੀ ਵੰਡੀਐ ਸੁਤਿਆਂ ਮਿਲੇ ਨਾ ਪਾਉ ਜਿਨ੍ਹਾਂ ਨੇ ਨਿੰਦਰਾ ਨੇ ਤਿਨਾ ਮਿਲਣ ਪਾਉ। ਰਾਗ ਸੁਹੀ ਬਾਣੀ ਸ਼ੇਖ ਫਰੀਦ ਜੀ ਕੀ ਤਨ ਤਨ ਸ਼ੇਖ ਫਰੀਦ ਜੀ। ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ ਤੈ ਸਾਹਿਬ ਕੀ ਮੈਂ ਸਾਰ ਨ ਜਾਣੀ ਜੋ ਬਨ ਖੋਏ ਪਾਛੇ ਪਛਤਾਨੀ ਜੋ ਬਨ ਖੋਏ ਪਾਛੇ ਪਛਤਾਨੀ ਤਪ ਤਪ ਲੋਹੇ ਲੋਹੇ
हाथ मरोरो बावल होई सो लोरो तैसे मन में किया रोस मुझ अवगन से नाही दोष तै साहिब की मैं सार न जान काली कोयल तू कित गुण काली अपने प्रीतम के हो बिरह जाली फिर है बिहून कथे सुख पाए जा होए कृपालता प्रभु मिलाए जा होए कृपालता प्रभु मिलाए तै साहिब की मैं सार न जानी वेदन खोए मुंद कैली ना को साथी ना को मेली कर कृपा प्रभु कर कृपा प्रभु साध संग मेली जा फिर देखा ता मेरा अल्लाह बेली जा फिर देखा ता मेरा अल्लाह बेली तै साहिब की मैं सार न जानी वाट हमारी खरी उडेनी वाट हमारी खरी उडेनी खरी उडेनी वाट हमारी खरी उडेनी खन्योती की बहुत पीनी उस ऊपर है मार्ग मेरा शेख फरीदा पंथ समार सवेरा शेख फरीदा पंथ समार सवेरा तै साहिब की मैं सार न जानी जो बन खोए पाछे पछतानी जो बन खोए पाछे पछतानी तै साहिब की मैं सार न जानी तै साहिब की मैं सार न जानी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਡਾਕਟਰ ਕੁਲਬੀਰ ਸਿੰਘ ਜੀ, ਵੈਰੀ ਨਾਈਸ। ਤੇ ਹੁਣ ਮੈਂ ਗਿਆਨੀ ਜੀ ਨੂੰ ਰਿਕੁਐਸਟ ਕਰਾਂਗਾ, ਗਿਆਨੀ ਜੀ 2-2.5 ਮਿੰਟ ਲਾ ਕੇ ਸਾਨੂੰ ਥੋੜਾ ਜਿਹਾ ਦੱਸ ਦਿਓ ਜੀ ਇਹਦੇ ਬਾਰੇ। हाँ जी डॉक्टर साहब, मेरी आवाज आ रही है जी? ਹਾਂਜੀ ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ। अच्छा जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ਼ਬਦ ਨੇ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਪਹੁੰਚਾ ਦਿੱਤਾ ਸੋਚ ਨੂੰ। ਭਗਤ ਜੀ ਕੋਇਲ ਨਾਲ ਗੱਲ ਕਰ ਰਹੇ ਨੇ ਤੇ ਉਹਨੂੰ ਪੁੱਛਦੇ ਨੇ ਤੂੰ ਕਾਲੀ ਕਿਉਂ? ਕਾਲੇ ਤੇ ਅਸੀਂ ਵੀ ਹਾਂ,
ਪਰ ਜਿਹੜੇ ਦਾਗ ਦਿਲ ਦੇ ਸਾਨੂੰ ਦਿਸਣੇ ਚਾਹੀਦੇ ਨੇ ਉਹ ਸਾਡੀਆਂ ਅੱਖਾਂ ਤੋਂ ਓਹਲੇ ਰਹਿੰਦੇ ਨੇ। ਜਦੋਂ ਭਗਤ ਜੀ ਇਹ ਵਚਨ ਕਰਦੇ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਜਵਾਬ ਮਿਲਦਾ ਹੈ ਸੌਰੀ ਆਪਣੇ, ਵਾਹ ਵਾਹ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਸਾਹਿਬ ਕੇ ਹੋ ਬਿਰਹ ਜਾਂਦੇ। ਬਿਰਹ ਦਿਲ ਦੀਆਂ ਜਦੋਂ ਤੰਗਾਂ ਵਾਹਿਗੁਰੂ ਦੇ ਪਿਆਰ ਵਿੱਚ ਰੁੱਝ ਜਾਂਦੀਆਂ ਨੇ, ਹਰ ਜੋ ਵੀ ਅੰਦਰ ਰਹਿ ਜਾਂਦਾ ਹੈ ਉਹ ਵਾਹਿਗੁਰੂ ਦੇ ਨਾਮ ਦੀ ਬਰਕਤ ਰਹਿ ਜਾਂਦੀ ਹੈ। ਤੇ ਉਸ ਵੇਲੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਹਾਂ, ਜਿਸ ਤਰ੍ਹਾਂ ਬਾਬਾ ਫਰੀਦ ਜੀ ਕੋਇਲ ਨਾਲ ਗੱਲ ਕਰ ਰਹੇ ਨੇ ਕਿ ਇਹ ਸੱਚ ਹੈ, ਉਸ ਤੋਂ ਪਹਿਲਾਂ ਇਹ ਸੱਚ ਮਹਿਸੂਸ ਨਹੀਂ ਹੁੰਦਾ, ਕਿਉਂਕਿ ਵਿਛੋੜੇ ਦਾ ਦੁੱਖ ਉਤਨਾ ਹੀ ਹੁੰਦਾ ਹੈ ਕਿਸੇ ਨਾਲ ਜਿਤਨੀ ਕਿਸੇ ਨਾਲ ਦਿਲ ਦੀ ਸਾਂਝ ਹੋ। ਪੈਸੇ ਦੀ ਸਾਂਝ ਨਹੀਂ, ਹੋਰ ਕੋਈ ਦੁਨੀਆ ਦੀ ਸਾਂਝ ਨਹੀਂ, ਦਿਲ ਦੀ ਸਾਂਝ। ਜਿਤਨੀ ਜ਼ਿਆਦਾ ਦਿਲ ਦੀ ਸਾਂਝ ਹੁੰਦੀ ਹੈ ਉਤਨਾ ਹੀ ਵਿਛੋੜੇ ਦਾ ਦੁੱਖ ਹੁੰਦਾ ਹੈ। ਮੈਂ ਇੱਕ ਗੱਲ ਤੇ ਮੈਨੂੰ ਯਾਦ ਹੈ, ਉਹ ਵੀ ਕਹਿਣਾ, ਤੇ ਇੱਕ ਮੈਨੂੰ ਕਿਸੇ ਦੀ ਕਹੀ ਹੋਈ ਗੱਲ ਵੀ ਯਾਦ ਆ ਗਈ, ਉਹ ਵੀ ਕਹਿਣਾ ਆਖਰ ਵਿੱਚ। ਮੈਂ ਪਹਿਲਾ ਹੀ ਸਾਲ ਸੀ ਮੇਰਾ ਗਵਾਲੀਅਰ ਕਾਲਜ ਵਿੱਚ ਜਦੋਂ ਜੀਵਾ ਜੀ ਸਿੰਧੀਆ ਦੀ ਮੌਤ ਹੋਈ, ਤੇ ਉਹਨਾਂ ਦੇ ਤਬੇਲੇ ਵਿੱਚ ਇੱਕ ਹਾਥੀ ਸੀ ਉਹਨਾਂ ਦਾ ਆਪਣਾ, ਜਿਹੜਾ ਉਹਦੇ ਤੇ ਉਹ ਸਾਲ ਵਿੱਚ ਇੱਕ ਵਾਰੀ ਅਸਵਾਰੀ ਕਰਦੇ ਸਨ ਤੇ ਮੰਦਿਰ ਵਿੱਚ ਦੁਸਹਿਰੇ ਤੇ ਮੱਥਾ ਟੇਕਣ ਜਾਂਦੇ ਸਨ। ਪਰ ਜਿਸ ਵੇਲੇ ਜੀਵਾ ਜੀ ਨੇ ਆਪਣੇ ਪ੍ਰਾਣ ਛੱਡੇ, ਉਸ ਪ੍ਰਾਣੀ ਨੇ, ਹਾਥੀ ਨੇ, ਉਸ ਤੋਂ ਬਾਅਦ ਨਾ ਪਾਣੀ ਤੇ ਨਾ ਕੋਈ ਅੰਨ, ਕੁਛ ਨਹੀਂ ਉਹਨੇ ਲਿਆ ਦੁਨੀਆ ਦਾ। ਤੇ ਪਤਾ ਨਹੀਂ 1 ਮਹੀਨਾ ਜਾਂ ਕੁਛ ਦਿਨ ਬਾਅਦ ਤੜਫਦਾ ਰਿਹਾ ਤੇ ਉਹ ਚਲਾ ਗਿਆ। ਇਹ ਸੀ ਇੱਕ ਜਾਨਵਰ ਦੀ ਮੁਹੱਬਤ ਜਿਹਨੂੰ ਵਿਛੋੜੇ ਦਾ ਦੁੱਖ ਸੀ। ਜੇ ਇਨਸਾਨ ਦੀ ਗੱਲ ਕਰੀਏ ਤੇ ਅਸੀਂ ਆਪ ਸੋਚ ਸਕਦੇ ਹਾਂ ਕਿ ਕਦੀ ਕਦੀ ਜਦੋਂ ਮਾਂ ਪੁੱਤਰ ਨਾਲੋਂ ਵਿਛੜਦੀ ਹੈ, ਔਰਤ ਆਦਮੀ ਨਾਲੋਂ ਵਿਛੜਦੀ ਹੈ, ਜੇ ਕੋਈ ਕਰਮਾਂ ਵਾਲਾ ਹੈ ਭਰਾ ਨਾਲ ਵਿਛੜਦਾ ਹੈ, ਪੁੱਤਰ ਪਿਓ ਨਾਲ ਵਿਛੜਦਾ, ਤੇ ਕਿੰਨਾ ਦੁੱਖ ਹੁੰਦਾ ਹੈ। ਕਿਸੇ ਨੇ ਇੱਕ ਗੱਲ ਕਹੀ ਹੈ, ਮੈਨੂੰ ਤੇ ਬੜੀ ਅੱਛੀ लगती है, मोहब्बत की राहें, मोहब्बत की आहें, सॉरी, मोहब्बत की आहें इतनी नामुराद होती हैं, मोहब्बत की आहें इतनी नामुराद होती हैं, निकलती हैं दिल से और जला देती हैं चेहरे की रौनकों को। मोहब्बत की राहें आहें इतनी नामुराद होती हैं, निकलती हैं दिल से, जला देती हैं चेहरे की रौनकों को। इतना कह के मैं ਤੁਹਾਡੇ ਕੋਲ ਮਾਫੀ ਚਾਹੁੰਦਾ, ਭੁੱਲ ਚੁੱਕੀ ਸ਼ਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਗਿਆਨੀ ਜੀ, ਬਹੁਤ ਜ਼ਿਆਦਾ ਸ਼ੁਕਰੀਆ ਜੀ। ਤੇ ਅੱਜ ਜਿਹੜਾ ਆਪਾਂ ਸਾਰੇ ਬੜੇ ਤੀਬਰਤਾ ਨਾਲ ਉਡੀਕ ਰਹੇ ਸੀਗੇ, ਅੱਜ ਦੇ ਜਿਹੜੇ ਸਪੀਕਰ ਹੈਗੇ, ਉਹਨਾਂ ਨੇ ਮੈਨੂੰ ਸਪੈਸ਼ਲ ਹਦਾਇਤ ਦਿੱਤੀ ਹੈ ਕਿ ਉਹਨਾਂ ਦੇ ਬਾਰੇ ਬਹੁਤਾ ਕੁਝ ਕਹਿਣਾ ਨਹੀਂ, ਤੇ ਮੈਂ ਉਹਨਾਂ ਦੀ ਰਿਕੁਐਸਟ ਮੰਨ ਕੇ ਸਿਰਫ ਇੰਨਾ ਹੀ ਕਹਾਂਗਾ ਕਿ ਉਹ ਪ੍ਰੋਫੈਸਰ ਹੈਗੇ ਇੰਸਟੀਚਿਊਟ ਆਫ ਪੰਜਾਬੀ ਐਂਡ ਕਲਚਰਲ ਸਟੱਡੀਜ਼ ਓਰੀਐਂਟਲ ਕਾਲਜ ਪੰਜਾਬੀ ਯੂਨੀਵਰਸਿਟੀ ਲਾਹੌਰ, ਤੇ ਉਹ PhD ਹੈਗੇ। ਤੇ ਮੈਂ ਉਹਨਾਂ ਨੂੰ ਕਹਿਣ ਤੋਂ ਪਹਿਲਾਂ ਇੱਥੇ ਪ੍ਰੋਫੈਸਰ ਹਰਦੇਵ ਸਿੰਘ ਜੀ ਦਾ ਸ਼ੁਕਰੀਆ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੈਨੂੰ ਇਹਨਾਂ ਨਾਲ ਇੰਟਰੋਡਿਊਸ ਕਰਾਇਆ। ਸੋ ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਬਹੁਤ ਜ਼ਿਆਦਾ ਥੈਂਕ ਯੂ। ਤੇ ਆਸਮਾ ਜੀ, ਤੁਹਾਡੀ ਹੁਕਮ ਦੇ ਅਨੁਸਾਰ ਮੈਂ ਹੋਰ ਕੋਈ ਗੱਲ ਨਹੀਂ ਕਰਾਂਗਾ ਤੇ ਤੁਸੀਂ ਹੁਣ ਆਪਣੀ ਟਾਪਿਕ ਨੂੰ ਸ਼ੁਰੂ ਕਰ ਲਓ। ਤੇ ਉਹਨਾਂ ਦਾ ਟਾਪਿਕ ਹੈਗਾ ਸੀਗਾ ਬਾਬਾ ਫਰੀਦ ਐਂਡ ਬਾਬਾ ਨਾਨਕ, ਸਿਮਿਲੈਰਿਟੀ, ਜਿਹਨੂੰ ਆਪਾਂ ਕੋਹੇਰੈਂਸ ਵੀ ਕਹਿ ਦਿੰਦੇ ਹਾਂ, ਇਨ ਦੀ ਕਾਨਸੈਪਟ ਆਫ ਨਾਂ ਦੇ ਵਿੱਚ ਕਾਨਸੈਪਟ ਜਿਹੜਾ ਹੈਗਾ ਉਹਦੇ ਕੋਹੇਰੈਂਸ ਬਾਬਾ ਨਾਨਕ ਤੇ ਬਾਬਾ ਫਰੀਦ ਵਿੱਚ। ਔਰ ਹੁਣ ਆਪਾਂ ਡਾਕਟਰ ਸਾਹਿਬ, ਡਾਕਟਰ ਆਸਮਾ ਨੂੰ ਸੁਣੀਏ ਜੀ। ਥੈਂਕ ਯੂ ਜੀ। ਹਾਂਜੀ ਡਾਕਟਰ ਸਾਹਿਬ। ਸ਼ੁਕਰੀਆ ਜੀ, ਜੀ ਆਇਆਂ ਨੂੰ ਸਭ ਨੂੰ। ਤੇ
ਡਾਕਟਰ ਹਰਦੀਪ ਸਿੰਘ ਵਿਰਕ ਹੋਰਾਂ ਦਾ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਸਾਰੀ ਸੰਗਤ ਦੇ ਨਾਲ ਜੋੜਿਆ ਏ ਤੇ ਸਭ ਦੇ ਨਾਲ ਮਿਲਣ ਦਾ ਇੱਕ ਮੌਕਾ ਮਿਲਿਆ ਹੈ। ਔਰ ਗੱਲਬਾਤ ਇਹ ਸੀ ਕਿ ਅਸੀਂ ਜਦੋਂ ਨਾਮ ਦੀ ਗੱਲ ਕਰਨੇ ਆ ਤੇ ਨਾਮ ਤੋਂ ਪਹਿਲੇ ਅਗਰ ਅਸੀਂ ਆਪਣੇ ਨਾਂ ਨੂੰ ਹੀ ਨਹੀਂ ਛੱਡਦੇ ਤੇ ਫਿਰ ਅਸੀਂ ਨਾਮ ਦੀ ਗੱਲ ਸਮਝ ਨਹੀਂ ਸਕਦੇ। ਵਾਹਿਗੁਰੂ ਅਸੀਂ ਨਾਮ ਨੂੰ ਸਮਝਣ ਤੋਂ ਪਹਿਲੇ ਆਪਣੇ ਨਾਮ ਦਾ ਅਗਰ ਪ੍ਰਚਾਰ ਕਰਨੇ ਆ ਤੇ ਨਾਮ ਦਾ ਜੋ ਤੱਤ ਹੈ ਉਹ ਅੱਖੋਂ ਓਲੇ ਹੋ ਜਾਂਦਾ ਹੈ। ਪਹਿਲੇ ਅਸੀਂ ਥੋੜੀ ਜਿੰਨੀ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਅਸੀਂ ਗੁਰਬਾਣੀ ਨੂੰ ਕਿਵੇਂ ਪੜ੍ਹਿਆ ਹੈ। ਸਾਡੇ ਕੋਲ ਲਾਹੌਰ ਵਿੱਚ ਇੱਕ ਸੰਗਤ ਹੁੰਦੀ ਹੈ ਹਰ ਹਫਤੇ ਨਜਮ ਹੁਸੈਨ ਸੈਯਦ ਹੋਰਾਂ ਦੇ ਘਰ, ਜਿੱਥੇ ਪੰਜਾਬੀ ਅਦਬ ਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਸਮਝਣ ਵਾਲੇ ਇਕੱਠੇ ਹੁੰਦੇ ਨੇ। ਕੋਈ ਗਿਣਤੀ ਨਹੀਂ ਹੈ ਕਿ ਕਿੰਨੇ ਲੋਕ ਹੋਣ ਤੇ ਪੜ੍ਹਿਆ ਜਾਏਗਾ। ਸੋ ਘੱਟ ਤੋਂ ਘੱਟ 2 ਲੋਕ ਹੋਣ ਤੇ ਸੰਗਤ ਹੋਏਗੀ, ਬਾਕੀ ਵੱਧ ਜਿੰਨੇ ਮਰਜ਼ੀ ਹੋ ਜਾਣ। ਤੇ 50 ਸਾਲ ਤੋਂ ਉੱਪਰ ਹੋ ਗਏ ਨੇ ਉੱਥੇ ਇਹ ਕੰਮ ਸਾਰਾ ਚੱਲ ਰਿਹਾ ਹੈ, ਜਿਹਦੇ ਵਿੱਚ ਕਿ ਪਹਿਲੇ ਪੰਜਾਬੀ ਕਲਾਸਿਕੀ ਸ਼ਾਇਰੀ ਨੂੰ ਪੜ੍ਹਿਆ ਜਾਂਦਾ ਹੈ, ਫਿਰ ਉਹਨੂੰ ਵਿਚਾਰਿਆ ਜਾਂਦਾ ਹੈ, ਫਿਰ ਉਹਨੂੰ ਗਮਿਆ ਜਾਂਦਾ ਹੈ ਤੇ ਉਹਦੇ ਬਾਅਦ ਸਾਰੇ ਲੰਗਰ ਸਾਂਝਾ ਕਰਦੇ ਨੇ। ਉਸ ਸੰਗਤ ਦੇ ਵਿੱਚ ਹੀ ਅਸੀਂ ਗ੍ਰੰਥ ਸਾਹਿਬ ਨੂੰ ਪੜ੍ਹਿਆ, ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪੜ੍ਹਿਆ ਤੇ ਜੋ ਥੋੜੀ ਬਹੁਤ ਸਮਝ ਬਣੀ ਉਹ ਨਜਮ ਹੁਸੈਨ ਸੈਯਦ ਹੋਰਾਂ ਦੀ ਦੇਣ ਹੈ। ਤੇ ਨਾਮ ਤੇ ਅਸੀਂ ਗੱਲ ਕਰਨੇ ਆ, ਅਸੀਂ ਨਜਮ ਸਾਹਿਬ ਦੀ ਇੱਕ ਛੋਟੀ ਜਿਹੀ ਨਜ਼ਮ ਹੈ ਉਹ ਤੁਹਾਡੇ ਸਭ ਦੇ ਨਾਲ ਪਹਿਲੇ ਸਾਂਝੀ ਕਰਨਾ ਚਾਹੁੰਦੇ ਆ। ਉਹ ਲਿਖਦੇ ਨੇ, ਦੁਖੀਆ ਤੇ ਸਭ ਸੰਸਾਰ ਹੈ, ਦੁਖੀਆ ਤੇ ਸਭ ਸੰਸਾਰ ਹੈ, ਸੁਖੀਆ ਕਿਵੇਂ ਹੁਣ ਹੋਵੇ। ਦੁਖੀਆ ਤੇ ਸਭ ਸੰਸਾਰ ਹੈ, ਸੁਖੀਆ ਕਿਵੇਂ ਹੁਣ ਹੋਵੇ, ਬਾਬੇ ਤੇ ਦੱਸਿਆ ਹੈ। ਸੋ ਇੱਥੇ ਜਿਹੜਾ ਬਾਬੇ ਦੇ ਦੱਸਿਆ ਹੈ ਉਹ ਬਾਬਾ ਨਾਨਕ ਦਾ ਰੈਫਰੈਂਸ ਹੈ। ਦੁਖੀਆ ਤੇ ਸਭ ਸੰਸਾਰ ਹੈ, ਸੁਖੀਆ ਕਿਵੇਂ ਹੁਣ ਹੋਵੇ, ਬਾਬੇ ਤੇ ਦੱਸਿਆ ਹੈ, ਮੁੱਠ ਖੋਲ ਦਿਓ। ਅਸਾਂ ਇਹ ਗੱਲਾਂ ਸੁਣਦੇ ਕਰੇਂਦੇ ਆਏ ਆ, ਅਸਾਂ ਇਹ ਗੱਲਾਂ ਸੁਣਦੇ ਕਰੇਂਦੇ ਆਏ ਆ, ਇਹਨਾਂ ਤੇ ਲਿਖ ਮਜ਼ਮੂਨ ਪੜ੍ਹੇਂਦੇ, ਛਾਪ ਕਿਤਾਬਾਂ ਹੱਟੀਆਂ ਤਰੇਂਦੇ ਆਏ ਆ। ਅਸਾਂ ਇਹ ਗੱਲਾਂ ਸੁਣਦੇ ਕਰੇਂਦੇ ਆਏ ਆ, ਇਹਨਾਂ ਤੇ ਲਿਖ ਮਜ਼ਮੂਨ ਪੜ੍ਹੇਂਦੇ, ਛਾਪ ਕਿਤਾਬਾਂ ਹੱਟੀਆਂ ਤਰੇਂਦੇ ਆਏ ਆ। ਐ ਪਰ ਖਾਬ ਖਿਆਲ ਵੀ ਹੋਵੇ, ਐ ਪਰ ਖਾਬ ਖਿਆਲ ਵੀ ਹੋਵੇ, ਮੁੱਠ ਘੁੱਟ ਰੱਖਨੇ ਆ ਕਿਉਂ, ਮੁੱਠ ਘੁੱਟ ਰੱਖਨੇ ਆ ਕਿਉਂ, ਪਤਾ ਜੋ ਹੋਇਆ ਫੁੱਲ ਮੁੱਠ ਗਈ ਤੇ ਮੈਂ ਕੁੱਟ ਗਈ। ਸੋ ਇਹ ਇੱਕ ਨਜ਼ਮ ਉਹਨਾਂ ਦੀ ਅਸੀਂ ਪੇਸ਼ ਕੀਤੀ ਹੈ ਤੇ ਇਹ ਕਿਤਾਬ ਨਜਮ ਹੁਸੈਨ ਸੈਯਦ ਸਾਹਿਬ ਦੀਆਂ ਲਿਖਤਾਂ ਦੀ ਚੋਣ ਦੇ ਬਾਰੇ, ਜੋ ਉਹਨਾਂ ਨੇ ਬਾਬੇ ਨਾਨਕ ਤੇ ਲਿਖੀਆਂ, ਭਾਈ ਗੁਰਦਾਸ ਦੇ ਬਾਰੇ ਲਿਖੀਆਂ, ਉਹਦੀ ਇਹ ਅਸੀਂ ਚੋਣ ਕਰਕੇ ਤੇ 2 ਸਾਲ ਪਹਿਲੇ ਛਾਪੀ ਹੈ 550ਵੇਂ ਵਰੇ ਦੇ ਉੱਤੇ, ਤੇ ਇਹ ਇੰਡੀਆ ਤੋਂ ਵੀ ਛਪ ਗਈ ਹੈ ਗੁਰਮੁਖੀ ਵਿੱਚ, ਤੇ ਇਹਦੇ ਵਿੱਚ ਨਜਮ ਸਾਹਿਬ ਦਾ ਕੰਮ ਮਿਲ ਸਕਦਾ ਸਭ ਨੂੰ। ਦੂਸਰੇ ਅਸੀਂ ਆਪਣੀ ਸੰਗਤ ਦੇ ਵਿੱਚ ਜੋ ਪੜ੍ਹਿਆ ਗੁਰਬਾਣੀ ਨੂੰ, ਉਹਦੇ ਵਿੱਚੋਂ ਕੁਝ ਸਿਲੈਕਸ਼ਨਸ ਨੇ ਜਿਹੜੀਆਂ ਉਹ ਇਸ ਕਿਤਾਬ ਦੇ ਵਿੱਚ ਸ਼ਾਮਿਲ ਨੇ। ਇਹ ਵੀ ਕਿਤਾਬ ਤਕਰੀਬਨ ਤਿਆਰ ਹੈ ਔਰ ਇਹ ਉਥੋਂ ਇੰਡੀਆ ਤੋਂ ਗੁਰਮੁਖੀ ਵਿੱਚ ਛਪ ਜਾਏਗੀ। ਹੁਣ ਗੱਲ ਅਸੀਂ ਅੱਜ ਦੀ ਸ਼ੁਰੂ ਕਰ ਲੈਂਦੇ ਆ, ਕਿਉਂਕਿ ਥੋੜਾ ਜਿੰਨਾ ਤਾਰੁਫ ਆਪਸ ਵਿੱਚ ਜ਼ਰੂਰੀ ਸੀ। ਗੱਲ ਅਸੀਂ ਕਰਨੀ ਹੈ ਨਾਮ ਦੀ।
ਨਾਮ ਨੇਮ ਹੈ ਔਰ ਇਹ ਨਾਮ ਹੈ ਜਿਹੜਾ ਇਹ ਸਾਡੀ ਪਛਾਣ ਹੁੰਦਾ ਹੈ। ਜਾਨੀ ਅਸੀਂ ਇੱਕ ਦੂਜੇ ਨੂੰ ਬੁਲਾਣਾ ਹੈ ਤੇ ਕਿਸੇ ਨਾਂ ਤੋਂ ਬੁਲਾਣਾ ਹੈ। ਪਰ ਜਿਹੜਾ ਨਾਮ ਬਾਬਾ ਫਰੀਦ ਵਰਤਦੇ ਨੇ ਜਾਂ ਗੁਰਬਾਣੀ ਵਿੱਚ ਵਰਤਿਆ ਜਾਂਦਾ ਹੈ, ਉਹ ਨਾਮ ਇਹ ਨਹੀਂ ਹੈ ਜਿਹੜਾ ਸਾਡਾ ਵੱਖਰਾ ਵੱਖਰਾ ਨੇਮ ਹੈ, ਜਿਹੜਾ ਸਾਡਾ ਵੱਖਰਾ ਵੱਖਰਾ ਨਾਂ ਹੈ। ਜਦੋਂ ਕੁੱਲ ਚੀਜ਼ਾਂ ਨੂੰ, ਕੁੱਲ ਹੋਂਦਾਂ ਨੂੰ, ਕੁੱਲ ਸ਼ੈਵਾਂ ਨੂੰ ਇਸ ਪੂਰੀ ਕਾਇਨਾਤ ਦੇ ਵਿੱਚ ਮੌਜੂਦ ਸਭ ਚੀਜ਼ਾਂ ਨੂੰ ਇਕੱਠਾ ਕਰਕੇ ਅਸੀਂ ਬੁਲਾਉਣਾ ਚਾਹੁੰਦੇ ਹਾਂ ਤੇ ਫਿਰ ਅਸੀਂ ਕਹਿੰਦੇ ਹਾਂ ਨਾਮ। ਸਾਨੂੰ ਵਖਰੇਵੇਂ ਦੇ ਵਿੱਚੋਂ ਕੱਢ ਕੇ ਕੁੱਲ ਕਾਇਨਾਤ ਦੇ ਸੰਗ ਜੋੜਦਾ ਇਹ ਨਾਮ। ਸਾਨੂੰ ਸਾਡੀ ਮੈਂ ਦੇ ਵਿੱਚੋਂ ਕੱਢ ਕੇ ਤੂੰ ਦੇ ਨਾਲ ਜੋੜਦਾ ਇਹ ਨਾਮ। ਨਾਮ ਸਿਰਫ ਨਾਮ ਜਪਣ ਨਹੀਂ ਹੈ, ਨਾਮ ਦੀ ਦੁਹਰਾਈ ਨਹੀਂ ਹੈ ਕਿ ਅਸੀਂ ਕੋਈ ਤਸਬੀਹ ਫੜ ਲਈਏ ਔਰ ਅਸੀਂ ਉਹਦੇ ਉੱਤੇ ਕੁਝ ਜਪਣਾ ਸ਼ੁਰੂ ਕਰ ਦਈਏ ਇੱਕੋ ਲਫ਼ਜ਼। ਉਹ ਨਹੀਂ ਹੈ। ਨਾਮ ਕਰਨੀ ਹੈ, ਪ੍ਰੈਕਟਿਸ ਹੈ, ਅਮਲ ਹੈ। ਅਗਰ ਪ੍ਰੈਕਟਿਸ ਨਹੀਂ ਹੈ ਕਿਸੇ ਵੀ ਲਫ਼ਜ਼ ਦੀ ਤੇ ਉਹ ਲਫ਼ਜ਼ ਫੋਕਾ ਹੈ, ਖਾਲੀ ਹੈ। ਫਿਰ ਅਸੀਂ ਸਿਰਫ ਜ਼ੁਬਾਨ ਤੋਂ ਉਹਨੂੰ ਅਦਾ ਕਰ ਰਹੇ ਹਾਂ, ਉਹ ਸਾਡੇ ਅਮਲ ਦਾ ਹਿੱਸਾ ਨਹੀਂ ਹੈ, ਸਾਡੀ ਪ੍ਰੈਕਟਿਸ ਦਾ ਹਿੱਸਾ ਨਹੀਂ ਹੈ। ਤੇ ਫਿਰ ਉਹਦਾ ਬੋਲਣਾ ਜਾਂ ਨਾ ਬੋਲਣਾ ਬਰਾਬਰ ਹੈ। ਕੋਈ ਵੀ ਲਫ਼ਜ਼ ਜਦੋਂ ਤੱਕ ਕਰਨੀ ਨਹੀਂ ਬਣਦਾ, ਅਮਲ ਨਹੀਂ ਬਣਦਾ, ਉਦੋਂ ਤੱਕ ਅਸੀਂ ਉਹਦੇ ਅਸਲ ਅਰਥ ਨਹੀਂ ਸਮਝ ਸਕਦੇ। ਉਹ ਕਿਹੜਾ ਨਾਮ ਹੈ ਜਿਹਨੂੰ ਜਪਣ ਦੀ ਗੱਲ ਹੁੰਦੀ ਹੈ। ਸਾਡੇ ਕੋਲ ਇਸਲਾਮ ਦੇ ਵਿੱਚ ਜਦੋਂ ਰੱਬ ਨੇ ਕੁਰਾਨ ਵਿੱਚ ਦੱਸਿਆ ਕਿ ਜਦੋਂ ਆਦਮ ਬਣਾਇਆ ਤੇ ਫਰਿਸ਼ਤਿਆਂ ਔਰ ਜਿਨ੍ਹਾਂ ਨੂੰ ਕਿਹਾ ਕਿ ਇਹਨੂੰ ਸਜਦਾ ਕਰੋ, ਤੇ ਉਹਨਾਂ ਨੇ ਕਿਹਾ ਕਿ ਇਹ ਮਿੱਟੀ ਦਾ ਬਣਿਆ ਹੈ, ਅਸੀਂ ਇਹਨੂੰ ਸਜਦਾ ਕਰੀਏ। ਤੇ ਰੱਬ ਨੇ ਕਿਹਾ ਕਿ ਇਹਨੂੰ ਮੈਂ ਇਲਮ ਸਿਖਾਇਆ, ਇਹਨੂੰ ਮੈਂ ਨਾਮ ਸਿਖਾਏ ਨੇ। ਕੁਰਾਨ ਦੇ ਵਿੱਚ ਲਫ਼ਜ਼ ਆਉਂਦਾ ਹੈ ਅਰਬਿਕ ਵਿੱਚ ਅਸਮਾ, ਨਾਮ, ਕਿ ਮੈਂ ਇਹਨੂੰ ਨਾਂ ਸਿਖਾਏ ਨੇ ਕਿਉਂਕਿ ਰੱਬ ਨੇ ਇਲਮ ਦਿੱਤਾ ਸੀ। ਫਿਰ ਆਦਮ ਨੇ ਉਹ ਸਭ ਨਾਂ ਦੱਸੇ ਸ਼ੈਵਾਂ ਦੇ ਤੇ ਫਰਿਸ਼ਤਿਆਂ ਨੇ ਉਹਨੂੰ ਸਜਦਾ ਕੀਤਾ। ਸੋ ਜਦੋਂ ਅਸੀਂ ਇਸਲਾਮ ਦੇ ਹਵਾਲੇ ਦੇ ਨਾਲ ਦੇਖਦੇ ਹਾਂ ਤੇ ਨਾਮ ਹੈ ਜਿਹੜਾ ਉਹ ਇਲਮ ਹੈ, ਜਾਣਕਾਰੀ ਹੈ, ਸਮਝ ਬੂਝ। ਅਸੀਂ ਲਿਮਿਟ ਕਰ ਦਿੰਦੇ ਹਾਂ ਚੀਜ਼ਾਂ ਨੂੰ, ਉਹਨਾਂ ਦੀ ਹੱਦਬੰਦੀ ਕਰ ਦਿੰਦੇ ਹਾਂ ਸਿਰਫ ਉਹਨਾਂ ਦੇ ਜ਼ਾਹਰ ਮਾਨਿਆਂ ਤੱਕ, ਜਿਹਦਾ ਨਤੀਜਾ ਇਹ ਨਿਕਲਦਾ ਹੈ ਕਿ ਸਾਨੂੰ ਉਹਦੇ ਅੰਦਰ ਲੱਥ ਕੇ ਸੋਚਣ ਵਿਚਾਰਨ ਦੀ ਵੇਲ ਹੀ ਨਹੀਂ ਲੱਭਦੀ ਔਰ ਉਹ ਜਿਹੜਾ ਇੱਕ ਮਾਨਾ ਟੁਰ ਪੈਂਦਾ ਹੈ, ਇੱਕ ਮੀਨਿੰਗ ਜਿਹੜੇ ਚੱਲ ਪੈਂਦੇ ਨੇ ਸਾਰਿਆਂ ਦੇ ਵਿਚਕਾਰ, ਉਹਦੇ ਬਾਅਦ ਉਸ ਤੋਂ ਬਾਹਰ ਹੋ ਕੇ ਅਸੀਂ ਸੋਚਣਾ ਵੀ ਬੰਦ ਕਰ ਦਿੰਦੇ ਹਾਂ। ਤੇ ਨਾਮ ਰੱਖਣ ਔਰ ਫਿਰ ਨਾਮ ਛੱਡਣ, ਅਗਰ ਅਸੀਂ ਇਹਨੂੰ ਦੁਨਿਆਵੀ ਹਵਾਲੇ ਨਾਲ ਦੇਖੀਏ ਤੇ ਸਭ ਤੋਂ ਪਹਿਲੇ ਰੌਲਾ ਇਹ ਹੁੰਦਾ ਹੈ ਕਿ ਬੱਚਾ ਹੋਇਆ ਹੈ ਤੇ ਇਹਦਾ ਨਾਂ ਕੀ ਰੱਖਣਾ। ਔਰ ਪੂਰੇ ਘਰ ਦੇ ਵਿੱਚ ਇੱਕ ਤੂਫਾਨ ਮਚਿਆ ਹੁੰਦਾ ਹੈ ਕਿ ਇਹਦਾ ਨਾਂ ਕੌਣ ਰੱਖੇਗਾ। ਉਹ ਜੀ ਆ ਰਹਿੰਦਾ ਨਹੀਂ ਤੇ ਉਹਦੇ ਨਾਂ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ। ਐਨੀ ਕਾਲ ਕਾਦੀ ਹੁੰਦੀ ਹੈ ਸਾਨੂੰ ਉਹਦਾ ਨਾਂ ਰੱਖਣ ਦੀ, ਕਿਉਂਕਿ ਅਸੀਂ ਉਹਦੇ ਨਾਂ ਦੇ ਨਾਲ ਨਾਵਾਂ ਲਾਣਾ ਹੁੰਦਾ ਹੈ। ਅਸੀਂ ਆਪਣੇ ਖਾਨਦਾਨ ਦਾ ਨਾਂ ਉਹਨੂੰ ਦੇਣਾ ਹੁੰਦਾ ਹੈ। ਅਸੀਂ ਜੋ ਪੂਰੀ ਜ਼ਿੰਦਗੀ ਮਾਲ ਦੌਲਤ ਪ੍ਰਾਪਰਟੀ ਜੋੜੀਏ ਉਹ ਅਸੀਂ ਉਹਦੇ ਨਾਂ ਕਰਨੀ ਹੁੰਦੀ ਹੈ ਨਾ, ਤੇ ਨਾਂ ਦੇ ਬਗੈਰ ਤੇ ਅਸੀਂ ਉਹਦੇ ਕੁਛ ਉਹਦੇ ਨਾਂ ਲਾ ਨਹੀਂ ਸਕਦੇ ਉਹਦੇ ਲੇਖੇ। ਲੇਕਿਨ ਜਦੋਂ ਅਸੀਂ ਅਸਲ ਨਾਮ ਨੂੰ ਸਮਝਨੇ ਆ ਤੇ ਫਿਰ ਅਸੀਂ ਉਹਨਾਂ ਨਾਵਾਂ ਦੀ ਕੈਦ ਵਿੱਚੋਂ ਆਜ਼ਾਦ ਹੋ ਜਾਂਦੇ ਆ। ਬਾਬਾ ਫਰੀਦ ਨੇ ਉਹ ਨਾਂ ਛੱਡਿਆ ਹੈ। ਹਲਕਤ ਯਾਦ ਕਰਦੀ ਹੈ ਫਰੀਦ ਨੂੰ ਸ਼ਕਰਗੰਜ ਆ ਕੇ।
ਉਹਨਾਂ ਨੇ ਉਹ ਥਾਂ ਛੱਡੀ ਏ ਜਿਹੜੀ ਨਾਵਾਂ ਦੇ ਵਿੱਚ ਬੱਝੀ ਹੋਈ ਸੀ। ਦਿੱਲੀ ਵਰਗਾ ਵੱਡਾ ਸ਼ਹਿਰ, ਮੁਲਤਾਨ ਵਰਗੀ ਵੱਡੀ ਥਾਂ, ਉਹ ਛੱਡ ਕੇ ਦੂਰ ਦਰਾਜ਼ ਪਿੰਡ ਵਿੱਚ ਜਾ ਕੇ ਡੇਰਾ ਲਾਇਆ, ਕਿਉਂਕਿ ਫਰੀਦ ਨੂੰ ਨਾਂ ਦੀ ਲੋੜ ਨਹੀਂ ਸੀ। ਉਹਨੂੰ ਉਸ ਨਾਂ ਦੇ ਵਿੱਚ ਲੁਕੀ ਸਾਂਝ ਦੀ ਲੋੜ ਸੀ ਜਿਹੜੀ ਕੁੱਲ ਖਲਕਤ ਦੇ ਨਾਲ ਹੋਵੇ। ਬਾਬਾ ਫਰੀਦ ਦੇ ਬਾਰੇ ਤੁਸੀਂ ਸਭ ਜਾਣਦੇ ਜੇ ਕਿ ਉਹ ਖਾਜਾ ਬਖਤਿਆਰ ਕਾਕੀ ਦੇ ਮੁਰੀਦ ਸਨ ਤੇ ਖਾਜਾ ਬਖਤਿਆਰ ਕਾਕੀ ਨੇ ਜਿਹੜੇ ਉਹ ਮੋਇਨੂਦੀਨ ਚਿਸ਼ਤੀ ਦੇ ਮੁਰੀਦ ਸਨ। ਬਾਬਾ ਫਰੀਦ ਦੇ ਬਾਰੇ ਸਾਨੂੰ ਜਾਣਕਾਰੀ ਬਾਬਾ ਫਰੀਦ ਦੇ ਮੁਰੀਦ ਖਾਜਾ ਨਿਜ਼ਾਮੁद्दीन ਔਲੀਆ ਤੋਂ ਮਿਲਦੀ ਹੈ। ਤੇ ਫਰੀਦ ਦੇ ਦੋੜੇ ਨੇ ਜਿਹੜੇ ਉਹ 12ਵੀਂ 13ਵੀਂ ਸਦੀ ਵਿੱਚ ਜੋ ਹੋ ਰਿਹਾ ਹੈ ਉਹਦੀ ਪੂਰੀ ਵਾਰ ਸਾਡੇ ਅੱਗੇ ਰੱਖਦੇ ਨੇ, ਪੂਰੀ ਤਾਰੀਖ ਸਾਨੂੰ ਸੁਣਾਉਂਦੇ ਨੇ। ਫਰੀਦ ਦਾ ਦੋੜਾ ਹੈ ਕਿ ਫਰੀਦਾ ਤਿੰਹਾ ਮੁਖ ਡਰਾਵਣੇ, ਫਰੀਦਾ ਤਿੰਹਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰੀਆਂ ਨਾਉ, ਕਿ ਉਹਨਾਂ ਦੇ ਮੁਖ ਡਰਾਵਣੇ ਨੇ ਜਿਨ੍ਹਾਂ ਨੇ ਨਾਂ ਵਿਸਾਰ ਦਿੱਤਾ, ਜਿਨ੍ਹਾਂ ਨੇ ਆਪਣੀ ਸਾਂਝ ਭੁਲਾ ਦਿੱਤੀ, ਜਿਨ੍ਹਾਂ ਨੇ ਕੁੱਲ ਕੁਦਰਤ ਦੇ ਨਾਲ ਆਪਣੀ ਇਕਾਈ ਤੋਂ ਆਪਣੇ ਆਪ ਨੂੰ ਵੱਖਰਿਆਂ ਕਰ ਲਿਆ, ਜਿਹੜੇ ਜਿਉਂਦੇ ਨਹੀਂ ਪਏ, ਵਿਜੋਗ ਹੰਡਾਉਂਦੇ ਨੇ, ਉਹਨਾਂ ਤੋਂ ਖੌਫ ਆਂਦਾ, ਉਹਨਾਂ ਤੋਂ ਡਰ ਲੱਗਦਾ। ਫਰੀਦਾ ਤਿੰਹਾ ਮੁਖ ਡਰਾਵਣੇ, ਜਿਨ੍ਹਾਂ ਵਸਾਰੀਆਂ ਨਾਉ, ਇੱਥੇ ਦੁੱਖ ਘਨੇਰਿਆ, ਅੱਗੇ ਠੋਰ ਨਾ ਠਾਉ। ਤੇ ਨਾਉ ਵਿਸਾਰਨ ਵਾਲੇ ਨੇ ਜਿਹੜੇ ਉਹ ਆਪਣੀ ਮੈਂ ਦੇ ਵਿੱਚ ਕੈਦ ਹੋ ਜਾਂਦੇ ਨੇ, ਹਉਮੈ ਦੇ ਵਿੱਚ। ਫਿਰ ਹਉਮੈ ਉਹਨਾਂ ਨੂੰ ਇਹੀ ਦੱਸਦਾ ਹੈ ਕਿ ਬਸ ਤੂੰ ਹੀ ਤੂੰ ਹੈ, ਵੇਂ ਤੇਰੇ ਇਲਾਵਾ ਇਸ ਪੂਰੀ ਕਾਇਨਾਤ ਵਿੱਚ ਹੋਰ ਕੋਈ ਵੀ ਨਹੀਂ। ਔਰ ਉਸ ਮੈਂ ਨੂੰ ਲੈ ਕੇ ਉਹ ਜਿਉਂਦੇ ਨੇ, ਅਕਲਪ ਦੇ ਵਿੱਚ, ਵਿਜੋਗ ਦੇ ਵਿੱਚ, ਓਪਰ ਦੇ ਵਿੱਚ। ਜਿਉਣਾ ਤੇ ਨਾ ਹੋਇਆ। ਔਰ ਫਿਰ ਇਸ ਦੁੱਖ ਵਿੱਚ ਜਦੋਂ ਪਹਿਲੇ ਸਾਰਾ ਜੋੜ ਲੈਂਦੇ ਨੇ, ਉਸ ਜੋੜਨ ਦੇ ਵਿੱਚ ਆਪਣੀ ਹਸਤੀ ਨੂੰ ਗਵਾ ਦੇ ਬੈਂਦੇ ਨੇ ਔਰ ਆਪਣੇ ਆਪ ਤੇ ਦੁੱਖ ਚੜ੍ਹਦੇ ਨੇ। ਜਦੋਂ ਉਹ ਸਾਰਾ ਜੋੜ ਲੈਂਦੇ ਨੇ ਤੇ ਫਿਰ ਉਹਦੇ ਬਾਅਦ ਇਸ ਦੁੱਖ ਔਰ ਇਸ ਪਰੇਸ਼ਾਨੀ ਚ ਰਹਿੰਦੇ ਨੇ ਕਿ ਕੋਈ ਖੋ ਨਾ ਲਵੇ, ਕੁਝ ਗਵਾਚ ਨਾ ਜਾਏ, ਕਿਤੇ ਘਟ ਨਾ ਜਾਏ, ਇਹ ਹਰ ਵੇਲੇ ਵੱਧਦਾ ਰਵੇ। ਸੋ ਵਖਰੇਵਾ ਔਰ ਵਿਜੋਗ ਹੈ ਜਿਹੜਾ ਉਹ ਸਵਾਏ ਦੁੱਖ ਦੇ ਹੋਰ ਕੁਝ ਵੀ ਨਹੀਂ ਦਿੰਦਾ। ਤੇ ਨਾਵਾਂ ਦੇ ਨਾਲ ਜੋੜ ਲੱਗਣ ਵਾਲਾ ਜਿਹੜਾ ਨਾਵਾਂ ਹੈ ਉਹ ਇਹਨਾਂ ਦੁੱਖਾਂ ਦੇ ਵਿੱਚੋਂ ਲੰਘ ਕੇ ਹੀ ਜੁੜਦਾ ਹੈ। ਆਮ ਸਾਦੇ ਜੀਵਨ ਵਿੱਚ ਤੇ ਉਹ ਜੁੜਨਾ ਕੋਈ ਨਹੀਂ। ਸਾਦੇ ਜੀਵਨ ਵਿੱਚ ਤੇ ਇੰਨਾ ਹੀ ਹੈ ਕਿ ਤੁਸੀਂ 2 ਵੇਲੇ ਦੀ ਖਾ ਲੈਂਦੇ ਹੋ ਤੇ 1 ਵੇਲੇ ਦੀ ਰੱਖ ਲਈ, ਬਸ। ਤੇ ਜਦੋਂ ਕੁਝ ਜੁੜਦਾ ਨਹੀਂ ਫਿਰ ਉਹਦੇ ਖੋਏ ਜਾਣ ਦਾ ਡਰ ਨਹੀਂ ਹੁੰਦਾ। ਦੁੱਖ ਉਦੋਂ ਤੱਕ ਹੈ ਜਦੋਂ ਤੱਕ ਮੁੱਠ ਬੰਦ ਹੈ। ਜਦੋਂ ਉਹ ਖੁੱਲ ਗਈ ਹੈ ਤੇ ਫਿਰ ਉਹ ਦਾਨ ਕਰਨ ਵਾਲੀ ਹੈ, ਫਿਰ ਉਹ ਸੇਵਾ ਕਰਨ ਵਾਲੀ ਹੈ, ਫਿਰ ਉਹ ਦੇਣ ਵਾਲੀ ਹੈ। ਤੇ ਜੋ ਦੇ ਰਿਹਾ ਹੈ ਉਹ ਕਦੀ ਦੁਖੀ ਨਹੀਂ ਹੋ ਸਕਦਾ। ਨਾਮ ਦਾਨ ਕਰਨ ਦਾ ਨਾਂ ਹੈ, ਨਾਮ ਦੇਵਣ ਦਾ ਨਾਂ ਹੈ, ਸਾਂਭਣ ਦਾ, ਜੋੜਨ ਦਾ ਔਰ ਇਕੱਠਾ ਕਰਨ ਦਾ ਨਹੀਂ। ਖਾਲੀ ਜ਼ੁਬਾਨ ਤੋਂ ਇਹ ਕਹਿ ਦੇਣਾ ਕਿ ਅਸੀਂ ਸਭ ਬਰਾਬਰ ਹਾਂ ਔਰ ਇਸ ਚੀਜ਼ ਨੂੰ ਆਪਣੇ ਅਮਲ ਦੇ ਵਿੱਚ ਲਿਆਣਾ ਕਿ ਅਸੀਂ ਸਭ ਬਰਾਬਰ ਹਾਂ, ਦੋਨਾਂ 'ਚ ਬੜਾ ਫਰਕ ਹੈ। 2018 ਵਿੱਚ ਸਾਡੇ ਕੋਲ ਸੈਨ ਫਰਾਂਸਿਸਕੋ ਤੋਂ ਡਾਕਟਰ ਨਿੱਜੀ ਆਏ ਤੇ ਉਹਨਾਂ ਨੂੰ ਲੈ ਕੇ ਅਸੀਂ ਕਰਤਾਰਪੁਰ ਗਏ। ਕਰਤਾਰਪੁਰ ਜੋ
ਸਫਾਈ ਕਰਨ ਵਾਲਾ ਸੀ ਉਹ ਮੁਸਲਮਾਨ ਸੀ, ਜਿਹੜਾ ਉੱਥੇ ਲੰਗਰ ਪਕਾ ਰਿਹਾ ਸੀ ਉਹ ਕ੍ਰਿਸਚਨ ਸੀ, ਤੇ ਇੱਕ ਯੰਗ ਜਿਹਾ ਮੁੰਡਾ ਸੀ ਉੱਥੇ ਉਹ ਗ੍ਰੰਥੀ ਸੀ, ਉਹ ਸਿੱਖ ਹੈ। ਬਿਲਕੁਲ ਖਾਲੀ ਜਗ੍ਹਾ, ਕੋਈ ਇੱਕਾ ਦੁੱਕਾ ਬੰਦਾ ਉੱਥੇ, ਕਿਉਂਕਿ ਉਦੋਂ ਇਹ ਸਭ ਕੁਝ ਅਜੇ ਬਣਿਆ ਨਹੀਂ ਸੀ। ਇੱਕ ਫਕੀਰ ਮੰਗਣ ਵਾਲਾ, ਪਹਿਲੇ ਕੱਪੜੇ ਪਾਏ ਨੇ, ਤੇ ਉਹ ਆ ਕੇ ਬੈਠਾ ਲੰਗਰ ਖਾ ਰਿਹਾ। ਤੇ ਡਾਕਟਰ ਮੀਜੀ ਆਖਣ ਲੱਗੇ, ਇਹ ਅਸਲ ਕਰਤਾਰਪੁਰ ਹੈ, ਇਹ ਅਸਲ ਗੁਰਦੁਆਰਾ ਹੈ, ਜਿੱਥੇ ਇਹ ਵੰਡ ਨਹੀਂ ਹੈ ਕਿ ਕੌਣ ਕਿਹੜੇ ਧਰਮ ਤੋਂ ਹੈ, ਬਲਕਿ ਸਭ ਦਾ ਇਕੱਠਿਆ ਹੋਣਾ ਹੀ ਅਸਲ ਗੱਲ ਹੈ। ਤੇ ਜਿਹੜੀ ਗੱਲ ਅਸੀਂ ਡਾਕਟਰ ਗੁਰਨਾਮ ਕੌਰ ਜੀ ਦੀ ਸੁਣੀ ਪਿਛਲੀ ਸੰਗਤ ਦੇ ਵਿੱਚ, ਉਹਦੇ ਚ ਉਹਨਾਂ ਨੇ ਜੋ ਵਹੀ ਦੀ ਗੱਲ ਕੀਤੀ ਕਿ ਚੀਜ਼ਾਂ ਨੇ ਜਿਹੜੀਆਂ ਉਹ ਕਿਸ ਤਰ੍ਹਾਂ ਸਾਡੇ ਉੱਤੇ ਆਉਂਦੀਆਂ ਨੇ, ਸਾਨੂੰ ਸਮਝ ਆਉਂਦੀਆਂ ਨੇ, ਉਹ ਸਾਡੇ ਅੰਦਰੋਂ ਵੀ ਬਣਦੀਆਂ ਨੇ ਔਰ ਸਾਡੇ ਆਲ ਦੁਆਲੇ ਤੋਂ ਵੀ ਸਾਡੇ ਅੰਦਰ ਜਾ ਕੇ ਇਕੱਠੀਆਂ ਹੁੰਦੀਆਂ ਨੇ, ਤੇ ਫਿਰ ਕੋਈ ਇੱਕ ਲਫ਼ਜ਼, ਕੋਈ ਇੱਕ ਜੁਮਲਾ ਸਾਡੀ ਸਮਝ ਦਾ ਹਿੱਸਾ ਬਣਦਾ ਹੈ। ਇਹੀ ਗੱਲ ਜਿਹੜੀ ਅਸੀਂ ਸ਼ੁਰੂ ਵਿੱਚ ਦੁੱਖ ਦੀ ਕੀਤੀ ਹੈ, ਉਹ ਬਾਬਾ ਨਾਨਕ ਦਾ ਸ਼ਬਦ ਦੀਵਾ ਮੇਰਾ ਏਕ ਨਾਮ ਵਿੱਚ ਹੈ। ਹੁਣ ਉਹ ਨਾਮ ਦਾ ਕਿਹੜਾ ਦੀਵਾ ਹੈ ਜਿਹੜਾ ਬਾਬੇ ਨੇ ਬਾਲਿਆ ਹੈ, ਉਹ ਉਸ ਸਾਂਝ ਦਾ ਹੈ, ਉਸ ਇਕਾਈ ਦਾ ਹੈ ਜਿਹੜੀ ਇਸ ਵੇਲੇ ਦੀ ਵੀ ਲੋੜ ਹੈ, ਜਿਹਦੇ ਵਿੱਚ ਅਸੀਂ ਆਪਣੇ ਵੱਖੋ ਵੱਖ ਥਾਵਾਂ, ਵੱਖੋ ਵੱਖ ਜੂਣਾ, ਵੱਖੋ ਵੱਖ ਧਰਮਾਂ ਵਿੱਚੋਂ ਨਿਕਲ ਕੇ ਜੋ ਇਨਸਾਨੀਅਤ ਹੈ, ਜੋ ਬੰਦਿਆਈ ਹੈ, ਉਹਦੇ ਵਿੱਚ ਰਲਣ ਦੀ ਗੱਲ ਹੈ। ਬਾਬਾ ਨਾਨਕ ਕਹਿੰਦੇ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਕਿ ਮੇਰੇ ਕੋਲ ਮੇਰਾ ਦੁੱਖ ਸੀ, ਪਰ ਮੈਂ ਆਪਣੇ ਦੁੱਖ ਨੂੰ ਪੀੜ ਕੇ ਉਹਦਾ ਤੇਲ ਕੱਢਿਆ, ਤੇਲ ਕੱਢ ਕੇ ਉਹਨੂੰ ਮੈਂ ਦੀਵੇ 'ਚ ਪਾਇਆ, ਤੇ ਉਹ ਦੁੱਖ ਨਹੀਂ ਰਿਹਾ। ਉਨ ਚਾਨਣ ਉਹ ਸੋਖਿਆ ਚੁਕਾ ਜਮ ਸਿਉ ਮੇਲ, ਜਿੰਨਾ ਉਹ ਤੇਲ ਬਲਦਾ ਏ ਓਨਾ ਦੁੱਖ ਘਟਦਾ ਏ ਤੇ ਓਨਾ ਚਾਨਣ ਵੱਧਦਾ ਏ। ਪਰ ਕੀ ਸਾਡੇ ਕੋਲ ਨਾਮ ਦਾ ਦੀਵਾ ਹੈ? ਸੋ ਇਹਨੂੰ ਪੜ੍ਹ ਕੇ ਲੱਗਦਾ ਹੈ ਕਿ ਨਾਮ ਰੋਸ਼ਨੀ ਹੈ, ਚਾਨਣ ਹੈ, ਨਾਮ ਰਾਹ ਵਿਖਾਉਂਦਾ ਹੈ, ਨਾਮ ਰਾਹ ਪਾਉਂਦਾ ਹੈ। ये कह रहे हैं ना शब्द, दीवा मेरा एक नाम, मेरे को एक नाम दा दीवा है, मेरे को एक लाइट है, एक रोशनी है। पर वो रोशनी होवेगी किवें? ਜਦੋਂ ਮੈਂ ਆਪਣੇ ਸਾਰੇ ਦੁੱਖ ਇਕੱਠੇ ਕਰਕੇ ਉਹਦੇ 'ਚ ਤੇਲ ਪਾਵਾਂਗਾ। ਤੇਲ ਪਾਏ ਬਿਨਾਂ ਤੇ ਦੀਵਾ ਨਹੀਂ ਬਲਦਾ, ਤੇ ਜਿੰਨਾ ਦੀਵਾ ਬਲੇਗਾ ਓਨਾ ਉਹ ਤੇਲ ਮੁੱਕੇਗਾ, ਸੜੇਗਾ, ਮਤਲਬ ਓਨਾ ਦੁੱਖ ਘਟੇਗਾ। ਕਿਉਂਕਿ ਦੀਵਾ ਦੂਜਿਆਂ ਨੂੰ ਚਾਨਣ ਦੇ ਰਿਹਾ ਹੈ, ਜਿੰਨਾ ਤੱਕ ਚਾਨਣ ਜਾ ਰਿਹਾ ਹੈ ਉਹਨਾਂ ਦੀ ਜੁੜਤ ਉਸ ਦੀਵੇ ਦੇ ਨਾਲ ਔਰ ਉਸ ਦੀਵੇ ਨੂੰ ਬਾਲਣ ਵਾਲੇ ਦੇ ਨਾਲ ਵੀ ਜੁੜਦੀ ਹੈ। ਇਹ ਹੈ ਨਾਮ। ਫਿਰ ਨਾਮ ਸਾਡੇ ਕੋਲ ਆਂਦਾ ਹੈ ਗੁਰਬਾਣੀ ਵਿੱਚ, ਨਾਉ ਧਿਆਈਏ ਨਾਉ ਮੰਗੀਏ ਨਾਮੇ ਸਹਿਜ ਸਮਾਏ। ਧਿਆਵਣ ਹੈ ਗੌਰ ਕਰਨ, ਸੋਚਣ, ਫੋਕਸ ਕਰਨ, ਪੂਰੀ ਨੀਝ ਨਾਲ, ਪੂਰੇ ਧਿਆਨ ਨਾਲ, ਆਪਣੇ ਆਲ ਦਵਾਲ ਮੌਜੂਦ ਵਿਹਾਰ ਤੋਂ ਕੱਟ ਕੇ ਪੂਰਾ ਫੋਕਸ ਕਰਨ ਹੈ, ਉਹ ਨਾਉ ਧਿਆਨ ਹੈ। ਤੇ ਜਦੋਂ ਅਸੀਂ ਨਾਮ ਧਿਆਉਂਦੇ ਆ ਨਾ ਔਰ ਸਾਨੂੰ ਇਹਦੀ ਸਮਝ ਲੱਗ ਜਾਂਦੀ ਹੈ, ਤੇ ਫਿਰ ਅਸੀਂ ਨਾਮ ਹੀ ਮੰਗਨੇ ਵੀ ਆ। ਫਿਰ ਅਸੀਂ ਉਹੀ ਸਾਂਝ, ਉਹੀ ਸੰਗਤ, ਉਹੀ ਬਰਾਬਰੀ, ਉਹੀ ਇਕਾਈ
ਉਹੀ ਕੁਦਰਤ ਦੇ ਨਾਲ ਸੰਗ ਮੰਗਨੇ ਆ ਜੋ ਨਾਮ ਦੀ ਦੇਣ ਹੈ। ਨਾਮੇ ਸਹਿਜ ਸਮਾਏ। ਤੇ ਜਦੋਂ ਸਾਡੀ ਮੰਗ ਹੀ ਨਾਮ ਦੀ ਹੋਈ ਤੇ ਆਪਣੀ ਹਸਤੀ ਸਹਿਜੇ ਹੀ ਪਤਾ ਵੀ ਨਹੀਂ ਲੱਗਦਾ ਤੇ ਉਹ ਨਾਮ ਦੇ ਵਿੱਚ ਸਮਾ ਜਾਂਦੀ ਹੈ। ਉਵੇਂ ਹੀ ਸਮਝ ਲਓ ਜਿਵੇਂ ਜ਼ਾਹਿਰ ਵਜੂਦ ਦਾ ਇਨਕਾਰ ਕੀਤਾ ਬਾਬੇ ਨਾਨਕ ਨੇ ਤੇ ਜਾਂਦਿਆਂ ਪਿੱਛੇ ਫੁੱਲ ਛੱਡ ਗਿਆ। ਫੁੱਲਾਂ ਦੇ ਉੱਤੇ ਲੜਨ ਵਾਲਿਆਂ ਨੇ ਫੇਰ ਲੜਾਈ ਪਾ ਲਈ। ਇੱਕ ਨੇ ਕਿਹਾ ਅੱਧੇ ਸਾਡੇ, ਦੂਜੇ ਨੇ ਕਿਹਾ ਅੱਧੇ ਸਾਡੇ। ਗੱਲ ਤੇ ਧਰਮਾਂ ਦੀ ਲੜਾਈ ਦੀ ਸੀ, ਸੋ ਧਰਮ ਫੇਰ ਲੜ ਪਏ। ਅੱਧਿਆਂ ਨੇ ਫੁੱਲ ਦੱਬ ਛੱਡੇ, ਅੱਧਿਆਂ ਨੇ ਸਾੜ ਕੇ ਪਾਣੀ 'ਚ ਰੋੜ ਛੱਡੇ। ਕਰਨ ਵਾਲਿਆਂ ਨੇ ਇਹੀ ਜਾਣਿਆ ਜੋ ਅਸਾਂ ਆਪਣਾ ਕੰਮ ਕਰ ਲਿਆ, ਪਰ ਅਸਲ ਕੰਮ ਤੇ ਬਾਬੇ ਨੇ ਕੀਤਾ। ਹਰ ਫੁੱਲ ਦੇ ਵਿੱਚ ਉਹਦਾ ਬੀਜ ਹੁੰਦਾ ਹੈ। ਜਿਹੜੇ ਬੀਜ ਮਿੱਟੀ 'ਚ ਦੱਬੇ ਗਏ ਉਹ ਸਾਂਭੇ ਗਏ, ਕਿਉਂਕਿ ਮਿੱਟੀ ਹਰ ਸ਼ੈ ਸਾਂਭ ਲੈਂਦੀ ਹੈ। ਔਰ ਜਿਸਲੇ ਵੇਲਾ ਲੰਘਦਾ ਏ, ਰੁੱਤ ਪਰਤਦੀ ਏ, ਪਾਣੀ ਤੇ ਨਿੱਘ ਮਿਲਦਾ ਏ, ਤੇ ਉਹ ਬੀਜ ਫੇਰ ਪੁੰਗਰ ਪਏ। ਉਹ ਤੇ ਅਨੇਕਾਂ ਹੋ ਗਏ। ਜਿਹੜੇ ਸਾੜ ਦਿੱਤੇ ਉਹ ਸਵਾਹ ਕਰਕੇ ਪਾਣੀ ਰੋੜ ਦਿੱਤੇ। ਤੇ ਪਾਣੀ ਤੇ ਕੰਮ ਹੈ ਪਾਣੀ ਦਾ ਲਗਾਤਾਰ ਟੋਰਾ। ਸੋ ਪਾਣੀ ਟੁਰਦਾ ਉਹ ਸਵਾਹ ਕਿੱਥੋਂ ਕਿੱਥੇ ਲੈ ਕੇ ਗਿਆ, ਕਿਹੜੇ ਕਿਹੜੇ ਜਹਾਨ ਚ ਉਹਨੇ ਉਹ ਰਿਜ਼ਮ ਸਵਾਦ ਹੈ ਜਿਹੜਾ ਉਹ ਪਹੁੰਚਾਇਆ। ਉਹੀ ਪਾਣੀ ਤਪਿਆ, ਭਾਫ ਬਣਿਆ, ਉੱਡਿਆ, ਜੋ ਫਿਰਦਾ ਪਤਾ ਨਹੀਂ ਕਿੱਥੇ ਕਿੱਥੇ ਵਰਿਆ। ਤੇ ਵਰ ਕੇ ਉਹਨੇ ਕਿਹੜੀ ਕਿਹੜੀ ਉਗਾਸ ਕੀਤੀ, ਉਹ ਰਿਜ਼ਮ ਉਹਦੇ ਅੰਦਰ ਸੀ। ਇਹ ਹੈ ਨਾਮ, ਕਿ ਸਿਰਫ ਜਿਉਂਦਿਆਂ ਹੀ ਨਾਮ ਵਿੱਚ ਨਹੀਂ ਰਹਿਣਾ, ਮਰ ਕੇ ਵੀ ਨਾਮ ਵਿੱਚ ਹੀ ਜਿਉਣਾ ਹੈ। ਇਹ ਹੈ ਨਾਮੇ ਸਹਿਜ ਸਮਾਏ। ਫਿਰ ਆਂਦੇ ਗੁਰਬਾਣੀ ਚ ਨਾਮ ਰਤੇ ਮਨ ਨਿਰਮਲ ਹੋਏ। ਜਿਹਦਾ ਮਨ ਨਾਮ ਦੇ ਵਿੱਚ ਰਤਿਆ ਗਿਆ, ਰਤਨ ਨੇ ਰੰਗਿਆ ਜਾਵਣ, ਰੱਤਾ ਲਾਲ ਵੀ ਹੈ। ਤੇ ਜਿਹਦਾ ਅੰਦਰ ਜਿਹਦੀ ਹਸਤੀ ਨਾਮ ਦੇ ਵਿੱਚ ਰੰਗੀ ਗਈ, ਉਹ ਨਿਰਮਲ ਹੋ ਗਈ, ਸੌਫਟ। ਉਹ ਖੁਰਦਰੀ ਨਹੀਂ ਰਹੀ, ਉਹ ਸਖਤ ਨਹੀਂ ਰਹੀ। ਉਹ ਦੂਸਰਿਆਂ ਲਈ ਸੁੱਖ ਬਣ ਗਈ, ਆਪਣੇ ਲਈ ਵੀ ਸੁੱਖ ਬਣੀ, ਦੂਜੇ ਲਈ ਵੀ ਸੁੱਖ ਬਣੀ। ਨਾਮੋ ਬੀਜੇ ਨਾਮੋ ਜੰਮੇ, ਨਾਮੋ ਮਨ ਵਸਾਏ। ਨਾਮ ਫੇਰ ਦੱਸ ਰਿਹਾ ਹੈ ਕਿ ਤੁਸੀਂ ਜੋ ਕਰੋਗੇ ਉਹੀ ਤੁਹਾਨੂੰ ਮਿਲਣਾ ਹੈ। ਜੇ ਤੁਸੀਂ ਨਾਮ ਬੀਜਿਆ, ਜੇ ਤੁਸੀਂ ਕੁੱਲ ਜੀਵਨ ਦੇ ਨਾਲ ਆਪਣੀ ਸਾਂਝ ਬੀਜੀ, ਤੇ ਫਸਲ ਉਹੀ ਉੱਗੇਗੀ। ਸਾਡਾ ਪ੍ਰੋਬਲਮ ਕੀ ਹੈ ਕਿ ਅਸੀਂ ਜਿੱਥੇ ਜ਼ਿੰਦਗੀ ਗੁਜ਼ਾਰ ਰਹੇ ਹਾਂ, ਇੱਥੇ ਅਸੀਂ ਬੀਜਦੇ ਹੋਰ ਆ ਤੇ ਵੱਢਣਾ ਹੋਰ ਚਾਹੁੰਦੇ ਹਾਂ। ਕੁਦਰਤ ਇਸ ਤਰ੍ਹਾਂ ਨਹੀਂ ਹੈ। ਕੁਦਰਤ ਉਹੀ ਕਰਦੀ ਹੈ ਜੋ ਅਸੀਂ ਉਹਦੇ ਨਾਲ ਵਰਤਾਰਾ ਰੱਖਨੇ ਹਾਂ। ਸਾਨੂੰ ਉਹੀ ਵਾਪਸ ਮਿਲ ਰਿਹਾ ਹੈ ਜੋ ਅਸੀਂ ਉਹਨੂੰ ਦੇ ਰਹੇ ਹਾਂ। ਉਹਨੇ ਤੇ ਸਾਨੂੰ ਬਹੁਤ ਕੁਝ ਦਿੱਤਾ। ਐਨੇ ਰੁੱਖ ਨੇ ਪੂਰੇ ਜਹਾਨ ਦੇ ਵਿੱਚ ਖਿਲਰੇ ਹੋਏ ਨੇ, ਪਰ ਹਰ ਰੁੱਖ ਦਾ ਇੱਕ ਨਾਂ ਔਰ ਇੱਕ ਪਛਾਣ ਹੈ। ਉਹਦੇ ਬਾਅਦ ਉਹਦੇ ਵਰਗੇ ਜਿੰਨੇ ਵੀ ਰੁੱਖ ਨੇ ਉਹ ਉਹੀ ਰਹਿਣਗੇ। ਗੁਲਾਬ ਜਿੱਥੇ ਵੀ ਹੋਏਗਾ ਅਸੀਂ ਕਵਾਂਗੇ ਇਹ ਗੁਲਾਬ ਹੈ, ਇਹ ਮੋਤੀਆ ਹੈ, ਇਹ ਦਰੇਕ ਹੈ, ਇਹ ਨਿੰਮ ਹੈ, ਇਹ ਬੋੜ ਹੈ, ਇਹ ਪਿੱਪਲ ਹੈ। ਹੁਣ ਹਰ ਬੋੜ ਆਪਣਾ ਵੱਖਰਾ ਨਾਂ ਨਹੀਂ ਰੱਖਦਾ, ਹਰ ਪਿੱਪਲ ਆਪਣਾ ਵੱਖਰਾ ਨਾਂ ਨਹੀਂ ਰੱਖਦਾ। ਉਹ ਜਿਹੜਾ ਇੱਕ ਇੱਕ ਨਾਂ ਉਹ ਵੀ ਐਸਾ ਉਹਨਾਂ ਨੂੰ ਦਿੱਤਾ ਹੈ, ਪਤਾ ਨਹੀਂ ਉਹਨਾਂ ਦਾ ਆਪਣਾ ਨਾਂ ਕੀ ਹੈ। ਨਾਮ ਤੇ ਕਿਉਂ ਫੋਕਸ ਹੈ ਬਾਰ-ਬਾਰ? ਇਸੇ ਲਈ ਕਿ ਸਾਨੂੰ ਜੋ ਸਾਡੀ ਜ਼ਿੰਦਗੀ ਦੇ ਵਿੱਚ ਔਰ ਸਾਡੇ ਇਸ ਵੇਲੇ ਦੇ ਮਸਾਇਲ ਨੇ, ਉਹਨਾਂ 'ਚ ਸਭ ਤੋਂ ਵੱਡਾ ਰੌਲਾ ਹੀ ਨਾਂ ਦਾ ਹੈ। ਇਸੇ ਨਾਂ ਨੂੰ ਛੱਡਣ ਦੀ ਗੱਲ ਹੈ, ਇਸੇ ਨਾਂ 'ਚੋਂ ਬਾਹਰ ਹੋਣ ਦੀ ਗੱਲ ਹੈ।
ਕਿ ਇਹਦੇ ਤੋਂ ਆਪਣੀ ਜਾਨ ਛੁਡਾਓ, ਕਿਤੇ ਤੁਸੀਂ ਜ਼ਿੰਦਾ ਰਹਿਣਾ ਸਿੱਖੋ। ਇੱਕ ਭਗਤ ਕਬੀਰ ਜੀ ਦਾ ਸ਼ਬਦ ਹੈ ਵੇ, ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰੱਖਿਓ ਨਾਉ। ਸਾਡਾ ਨਾਂ ਤੇ ਉਹਨੇ ਮਾਨਸ ਰੱਖਿਆ, ਇਨਸਾਨ ਰੱਖਿਆ। ਜਦੋਂ ਤੁਸੀਂ ਇਸਲਾਮ ਵੱਲ ਦੇਖੋ ਤੇ ਕੁਰਾਨ ਵਿੱਚ ਵੀ ਹੈ ਕਿ ਰੱਬ ਨੇ ਦੱਸਿਆ ਫਰਿਸ਼ਤਿਆਂ ਨੂੰ ਔਰ ਜਿਨ੍ਹਾਂ ਨੂੰ ਕਿ ਮੈਂ ਦੁਨੀਆ ਦੇ ਵਿੱਚ ਇੱਕ ਇਨਸਾਨ ਬਣਾਉਣ ਜਾ ਰਿਹਾ ਵਾਂ ਜਿਹੜਾ ਮੇਰਾ ਨਾਇਬ ਹੋਏਗਾ, ਮੇਰਾ ਖਲੀਫਾ ਹੋਏਗਾ। ਤੇ ਇਨਸਾਨ ਹੋਣਾ ਕਾਫੀ ਨਹੀਂ ਸੀ। ਅਸੀਂ ਇਨਸਾਨ ਹੋਣ ਦੇ ਨਾਲ ਪਹਿਲੇ ਨਾਂ ਲਾਏ, ਫਿਰ ਨਾਵਾਂ ਦੇ ਨਾਲ ਜ਼ਾਤਾਂ ਲਾਈਆਂ, ਫਿਰ ਜ਼ਾਤਾਂ ਦੇ ਨਾਲ ਆਪਣੀਆਂ ਜੂਹਾਂ ਲਾਈਆਂ, ਫਿਰ ਉਹਦੇ ਬਾਅਦ ਪੜ੍ਹ ਕੇ ਆਪਣੇ ਨਾਲ ਡਿਗਰੀਆਂ ਲਾਈਆਂ, ਫਿਰ ਡਿਗਰੀਆਂ ਦੇ ਨਾਲ ਅਸੀਂ ਪ੍ਰੋਫੈਸਰੀਆਂ ਲਾਈਆਂ। ਪਤਾ ਨਹੀਂ ਅਸੀਂ ਉਹ ਇੱਕ ਬੰਦਾ ਤੇ ਕਿਤੇ ਰਹਿ ਹੀ ਨਹੀਂ ਗਿਆ। ਵਿਹਾਰ ਦੇ ਦਿੱਤੇ ਹੋਏ ਨਾਂ ਔਰ ਵਿਹਾਰ ਦੀਆਂ ਦਿੱਤੀਆਂ ਹੋਈਆਂ ਪਛਾਣਾਂ ਹੀ ਰਹਿ ਗਈਆਂ ਨੇ। ਕਬੀਰ ਕਹਿੰਦੇ ਨੇ, ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰੱਖਿਓ ਨਾਉ, 4 ਦਿਵਸ ਕੇ ਪਾਹੁਣੇ ਵੱਡ ਵੱਡ ਰੁੰਧੇ ਠਾਉ। ਛੋਟੀ ਜਿੰਨੀ ਜ਼ਿੰਦਗੀ ਹੈ ਸਾਡੀ, ਇੱਕ ਸਾਹ ਆਇਆ, ਪਤਾ ਨਹੀਂ ਦੂਜਾ ਆਉਣਾ ਹੈ ਕਿ ਨਹੀਂ ਆਉਣਾ। ਪਰ ਅਸੀਂ ਆਪਣੇ ਨਾਂ ਦੀ ਮੱਲ ਨਹੀਂ ਛੱਡਣੀ, ਅਸੀਂ ਆਪਣੇ ਨਾਂ ਦਾ ਪ੍ਰਚਾਰ ਨਹੀਂ ਛੱਡਣਾ, ਅਸੀਂ ਆਪਣੇ ਨਾਂ ਦੀ ਮਸ਼ਹੂਰੀ ਚਾਹੁੰਦੇ ਹਾਂ। ਔਰ ਉਹਦੇ ਬਾਅਦ ਅਸੀਂ ਕਹਿੰਦੇ ਹਾਂ ਅਸੀਂ ਤੇ ਬਜ਼ੁਰਗਾਂ ਨੂੰ ਪੜ੍ਹ ਰਹੇ ਹਾਂ, ਅਸੀਂ ਤੇ ਬਾਬਿਆਂ ਨੂੰ ਪੜ੍ਹ ਰਹੇ ਹਾਂ। ਬਾਬੇ ਬਹੁਤ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਕੌਣ ਮੈਨੂੰ ਪੜ੍ਹ ਰਿਹਾ ਹੈ ਤੇ ਕੌਣ ਮੇਰਾ ਨਾਂ ਲੈ ਕੇ ਆਪਣਾ ਪ੍ਰਚਾਰ ਕਰ ਰਿਹਾ ਹੈ। ਨਾਮ ਜਪਣ, ਨਾਮ ਜਪਣ, ਨਾਮ ਜਪਣ, ਬਾਰ-ਬਾਰ ਇੱਕੋ ਕਹਾਣੀ ਹੋ ਰਹੀ ਹੈ। ਕਿਉਂ? ਕਿਉਂਕਿ ਪਤਾ ਸੀ ਕਿ ਬੁਨਿਆਦ ਬੰਦੇ ਦੇ ਅੰਦਰ ਜੋ ਖਰਾਬੀ ਦੀ ਹੈ ਉਹ ਹੈ ਨਾਂ ਹੀ ਹੈ। ਪਹਿਲੇ ਨਾਂ ਰੱਖਿਆ ਜਾਂਦਾ ਹੈ ਔਰ ਬੰਦੇ ਨੂੰ ਉਹਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ, ਔਰ ਫਿਰ ਉਸ ਕੈਦ ਵਿੱਚ ਰਹਿੰਦਿਆਂ ਹੋਇਆਂ ਉਸ ਕੈਦ ਵਿੱਚ ਜ਼ਿੰਦਗੀ ਗੁਜ਼ਾਰਦੇ ਹਾਂ। ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਜ਼ਿੰਦਾ ਵੀ ਹਾਂ ਕਿ ਨਹੀਂ। ਬਸ ਹਰ ਵੇਲੇ ਇਹੀ ਹੁੰਦਾ, ਮੇਰਾ ਨਾਂ ਜ਼ਿੰਦਾ ਰਹੇਗਾ, ਮੈਂ ਇਹ ਲਿਖ ਲਵਾਂ, ਇਹ ਕਿਤਾਬ ਛਾਪ ਲਾਂ, ਮੇਰਾ ਨਾਂ ਬਾਕੀ ਰਹੇਗਾ। ਨਾਂ ਤੇ ਸਿਰਫ ਉਹਦਾ ਬਾਕੀ ਰਹਿਣਾ ਹੈ ਜੋ ਨਾਮ ਵਾਲਾ ਹੈ। ਤੇ ਨਾਮ ਵਾਲਾ ਉਹ ਵੇ ਜਿਹੜਾ ਹਰ ਇੱਕ ਦੇ ਅੰਦਰ ਮੌਜੂਦ ਹੋ ਕੇ ਵੀ ਬੇਨਾਂ ਹੈ, ਜਿਹੜਾ ਹਰ ਸ਼ੈ ਦੇ ਅੰਦਰ ਜਿਉਂਦਾ ਵਸਦਾ ਹੈ ਪਿਆ ਪਰ ਦਿਸਦਾ ਨਹੀਂ। ਅਸੀਂ ਸਾਹ ਲੈਨੇ ਆ, ਅੱਖਾਂ ਤੋਂ ਵੇਖਨੇ ਆ, ਕੰਨਾਂ ਤੋਂ ਸੁਣਨੇ ਆ। ਇਹ ਉਸੇ ਬੇਨਾਮ ਵਾਲੇ ਦੀ ਰੂਹ ਹੈ, ਉਸੇ ਦੀ ਦਿੱਤੀ ਹੋਈ ਹੋਂਦ ਹੈ ਜਿਹੜੀ ਸਾਡੇ ਅੰਦਰ ਹੈ। ਉਹ ਤੇ ਸਭ ਕੁਝ ਦੇ ਕੇ ਵੀ ਕਹਿੰਦਾ ਮੈਂ ਨਹੀਂ ਆ, ਤੇ ਅਸੀਂ ਕੁਝ ਨਾ ਹੁੰਦਿਆਂ ਹੋਇਆਂ ਵੀ ਕਹਿੰਦੇ ਆ ਮੈਂ ਹਾਂ। ਤੇ ਫਿਰ ਅਸੀਂ ਨਾਮ ਕਿਵੇਂ ਜਪ ਸਕਨੇ ਆ? ਇੱਕ ਹੋਰ ਸ਼ਬਦ ਦੇਖ ਲਈਏ ਗੁਰਬਾਣੀ ਵਿੱਚੋਂ, ਦੁਖੀ ਦੁਨੀ ਸਹੇੜੀਏ ਜਾਏ ਤਾਂ ਲੱਗੇ ਦੁੱਖ। ਦੁਖੀ ਦੁਨੀ ਸਹੇੜੀਏ ਜਾਏ ਤਾਂ ਲੱਗੇ ਦੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ। ਸੱਚ ਦੇ ਨਾਮ ਦੇ ਬਿਨਾ ਭੁੱਖ ਨਹੀਂ ਮੁੱਕ ਸਕਦੀ, ਅਸੀਂ ਜਿੰਨੀ ਮਰਜ਼ੀ ਦੁਨੀਆ ਇਕੱਠੀ ਕਰ ਲਈ। ਹੁਣ ਸੱਚ ਹੈ ਜਿਹੜਾ, ਉਹਦੇ ਅਰਥ ਵੀ ਸਾਨੂੰ ਵਿਚਾਰਨ ਦੀ ਲੋੜ ਹੈ, ਜੋ ਸਾਨੂੰ ਸਾਡੀ ਸੰਗਤ ਦੇ ਵਿੱਚ ਨਜਮ ਹੁਸੈਨ ਸੈਯਦ ਹੋਰਾਂ ਨੇ ਪੜ੍ਹਾਏ ਕਿ ਸੱਚ ਦੇਵਣ ਹੈ, ਦਾਨ ਕਰਨ ਹੈ। ਦਾਨ ਕਰਨ ਪਾਰੂ ਜੋ ਹਸਤੀ ਬਣਦੀ ਹੈ ਉਹ ਸੱਚ ਹੈ। ਕੁਦਰਤ ਇਸ ਲਈ ਸੱਚ ਹੈ ਕਿਉਂਕਿ ਕੁਦਰਤ ਦਾਨ ਕਰਦੀ ਹੈ। ਕੋਈ ਵੀ ਹੋਂਦ, ਕੋਈ ਵੀ ਹਸਤੀ ਜਦੋਂ ਕੁਝ ਦੇਣਾ ਸ਼ੁਰੂ ਕਰਦੀ ਹੈ ਤੇ ਜਿੰਨਾ ਦਿੰਦੀ ਜਾਂਦੀ ਹੈ ਓਨਾ ਸੱਚ ਹੁੰਦੀ ਜਾਂਦੀ ਹੈ।
ਤੇ ਇੱਥੇ ਸ਼ਬਦ ਸਾਨੂੰ ਦੱਸ ਰਿਹਾ ਹੈ ਕਿ ਨਾਨਕ ਸੱਚੇ ਨਾਮ ਬਿਨ, ਸਾਡੇ ਜਿਹੜੇ ਵਿਹਾਰੀ ਨਾਂ ਨੇ ਨਾ, ਇਹ ਕੂੜੇ ਨਾਂ ਨੇ, ਇਹ ਕੂੜ ਨੇ, ਭੁਲਾਵੇ ਨੇ, ਭੁਲੇਖੇ ਨੇ, ਜਿਨ੍ਹਾਂ ਨੇ ਸਾਨੂੰ ਬੰਨਿਆ ਹੋਇਆ। ਸੱਚਾ ਨਾਂ ਹੈ ਜਿਹਦੇ ਵਿੱਚ ਸਾਰੇ ਇੱਕੋ ਜਿਹੇ ਨੇ, ਜਿਹਦੇ ਵਿੱਚ ਸਾਰੇ ਸ਼ਾਮਿਲ ਨੇ, ਜਿਹਦੇ ਵਿੱਚ ਕੋਈ ਧਰਮ ਵੰਡ ਨਹੀਂ ਹੈ, ਜਿਹਦੇ ਵਿੱਚ ਜੂਨ ਵੰਡ ਨਹੀਂ ਹੈ, ਜਿਹਦੇ ਜਾਤ ਵੰਡ ਨਹੀਂ ਹੈ, ਜਿਹਦੇ ਵਿੱਚ ਪੜ੍ਹੇ ਲਿਖੇ ਔਰ ਅਨਪੜ੍ਹ ਦੀ ਵੰਡ ਨਹੀਂ ਹੈ, ਜਿਹਦੇ ਵਿੱਚ ਸਾਰੇ ਇੱਕ ਨੇ, ਜਿਹਦੇ ਵਿੱਚ ਇਹ ਵੀ ਵੰਡ ਨਹੀਂ ਹੈ ਕਿ ਇਹ ਮਨੁੱਖ ਹੈ, ਇਹ ਪੱਖੂ ਹੈ, ਇਹ ਪਸ਼ੂ ਹੈ, ਸਾਰੇ ਇੱਕ ਨੇ, ਫਿਰ ਨਾਮ ਹੈ। ਪਰ ਉਹਦੇ ਨਾਲ ਇਸ ਸ਼ਬਦ ਵਿੱਚ ਜੁੜਿਆ ਸੱਚ। ਦੁਖੀ ਦੁਨੀ ਸਹੇੜੀਏ, ਅਸੀਂ ਦੁਨੀਆ ਸਹੇੜਨੇ ਆ ਆਪ। ਰੱਬ ਨੇ ਤੇ ਸਾਨੂੰ ਹੱਸਦਾ ਖੇਡਦਾ ਇਸ ਦੁਨੀਆ 'ਚ ਘੱਲਿਆ ਵੇ, ਜਾ ਖੇਡ ਔਰ ਜਿਉ। ਜਿੰਨਾ ਚਿਰ ਅਸੀਂ ਨਿੱਕੇ ਹੁੰਨੇ ਆ, ਅਸੀਂ ਖੇਡਨੇ ਆ। ਇਹ ਵਿਹਾਰ ਸਾਨੂੰ ਸਿਖਾਉਂਦਾ ਹੈ ਮੱਲ ਮਾਰਨੀ, ਕਬਜ਼ਾ ਕਰਨਾ, ਕੰਟਰੋਲ ਕਰਨਾ, ਪਾਵਰ ਬਣਾਉਣੀ। ਫਿਰ ਅਸੀਂ ਨਿੱਕੀਆਂ ਹੁੰਦਿਆਂ ਖੇਡਣ ਦੇ ਵਿੱਚ ਜਦੋਂ ਲੁਕਣ ਮਿੱਟੀ ਖੇਡਨੇ ਆ, ਛੂਣ ਛੁਹਾਈ ਖੇਡਨੇ ਆ, ਜਿੱਤਣਾ ਤੇ ਹਾਰਨਾ ਸਿੱਖਨੇ ਆ। ਫਿਰ ਇਹ ਵਿਹਾਰ ਸਾਨੂੰ ਦੱਸਦਾ ਹੈ ਕਿ ਜੇ ਤੂੰ ਹਾਰ ਗਿਆ ਤੇ ਤੂੰ ਤੇ ਇਨਸਾਨ ਹੀ ਨਹੀਂ ਹੈ, ਤੈਨੂੰ ਤੇ ਜ਼ਿੰਦਾ ਰਹਿਣ ਦਾ ਹੱਕ ਹੀ ਨਹੀਂ ਹੈ। ਫਿਰ ਅਸੀਂ ਜਿੱਤਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਆ। ਫਿਰ ਅਸੀਂ ਇੰਨਾ ਕੁਝ ਜਿੱਤਨੇ ਆ, ਇੰਨਾ ਕੁਝ ਜਿੱਤਨੇ ਆ ਕਿ ਉਮਰ ਲੰਘ ਜਾਂਦੀ। ਤੇ ਜਦੋਂ ਸੁਰਤ ਆਉਂਦੀ ਹੈ, ਜਦੋਂ ਸਮਝ ਆਉਂਦੀ ਹੈ, ਉਦੋਂ ਵੇਲਾ ਲੰਘ ਗਿਆ ਹੁੰਦਾ। ਅਸੀਂ ਦੁਨੀਆ ਇਕੱਠੀ ਕਰਨੇ ਆ, ਵੱਡੇ ਵੱਡੇ ਮਕਾਨ, ਵੱਡੀਆਂ ਕੋਠੀਆਂ, ਫਾਰਮ ਹਾਊਸ, ਵੱਡੀਆਂ ਗੱਡੀਆਂ, ਵੱਡੇ ਬ੍ਰਾਂਡਡ ਕੱਪੜੇ, ਡਾਇਮੰਡ, ਗੋਲਡ, ਪਤਾ ਨਹੀਂ ਕੀ ਕੁਝ ਇਕੱਠਾ ਕਰੀ ਜਾਂਦਾ। ਔਰ ਉਹ ਸਾਰੇ ਨੂੰ ਇਕੱਠਾ ਕਰਨ ਦੇ ਵਿੱਚ ਸਾਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਅਸੀਂ ਜਰ ਕੀ ਰਹੇ ਹਾਂ। ਅਸੀਂ ਆਪਣਾ ਆਪ ਵੰਜਾ ਰਹੇ ਹਾਂ, ਆਪਣੇ ਆਪ ਤੋਂ ਵੱਖਰੇ ਜੀਵਨ ਬਿਤਾ ਰਹੇ ਹਾਂ। ਫਿਰ ਸਾਡਾ ਮਰਨ ਦਾ ਵੇਲਾ ਆ ਜਾਂਦਾ ਹੈ ਤੇ ਜਦੋਂ ਜਾਣ ਲੱਗਨੇ ਆ, ਫਿਰ ਸਾਰੇ ਬਣਾਏ ਹੋਏ ਨੂੰ ਅੱਖਾਂ ਖੋਲ ਖੋਲ ਕੇ ਵੇਖਨੇ ਆ। ਤੇ ਜਿਹੜੇ ਆਲੇ ਦੁਆਲੇ ਹੁੰਦੇ ਨੇ, ਉਹ ਦੁਆ ਮੰਗ ਰਹੇ ਹੁੰਦੇ ਨੇ, ਕਦੋਂ ਮਰੇ ਜਾਨ ਛੁੱਟੇ ਤੇ ਇਹ ਸਾਰੇ ਤੇ ਕਬਜ਼ਾ ਕਰੀਏ। ਉਹ ਹਿਸਾਬ ਲਾ ਰਹੇ ਹੁੰਦੇ ਨੇ, ਅੱਛਾ ਫਲਾਣੀ ਚੀਜ਼ ਫਲਾਣੇ ਕੋਲ ਜਾਣੀ ਹੈ, ਫਲਾਣੀ ਫਲਾਣੇ ਕੋਲ ਜਾਣੀ ਹੈ। ਉਹ ਜਿਹੜਾ ਮੰਜੀ ਤੇ ਪਿਆ ਹੁੰਦਾ, ਉਹਦੀ ਕਿਸੇ ਨੂੰ ਫਿਕਰ ਹੀ ਨਹੀਂ ਹੁੰਦੀ। ਸੋ ਸ਼ਬਦ ਇਹੀ ਕਹਿ ਰਿਹਾ, ਦੁਖੀ ਦੁਨੀ ਸਹੇੜੀਏ, ਜਾਏ ਤਾਂ ਲੱਗੇ ਦੁੱਖ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ। ਜੇ ਤੁਹਾਡੇ ਕੋਲ ਸੱਚ ਨਾਮ ਮੌਜੂਦ ਹੈ, ਤੁਹਾਡੇ ਕੋਲ ਇਕਾਈ ਦੀ ਸਮਝ ਹੈ, ਤੁਹਾਡੇ ਕੋਲ ਸਾਂਝਾ ਜੀਵਨ ਔਰ ਸਾਂਝੀ ਸੰਗਤ ਮੌਜੂਦ ਹੈ, ਤੇ ਦੁਨੀਆ ਦੀ ਭੁੱਖ ਤੇ ਰਹਿਣੀ ਕੋਈ ਨਹੀਂ। ਦੁਨੀਆ ਦੀ ਭੁੱਖ ਦਾ ਤੇ ਕਿਤੇ ਜ਼ਿਕਰ ਹੀ ਨਹੀਂ ਆਣਾ। ਉਹ ਦੁੱਖ ਦੂਰ ਕਰਨ ਹੀ ਤੇ ਬਾਬਾ ਫਰੀਦ ਟੁਰਿਆ ਸੀ। ਉਸੇ ਦੁੱਖ ਦਾ ਉਪਾਅ ਹੀ ਤੇ ਬਾਬੇ ਨਾਨਕ ਨੇ ਦੱਸਿਆ ਕਿ ਨਾਮ ਦੇ ਵਿੱਚ ਜੀਵੋ। ਨਾਮ ਦੇ ਵਿੱਚ ਜੀਵਨ ਹੀ ਤੁਹਾਡਾ ਪੂਰਾ ਜੀਵਨ ਹੈ। ਨਾਮ ਤੋਂ ਬਾਹਰ ਸਵਾਏ ਦੁੱਖ ਦੇ ਹੋਰ ਕੁਝ ਵੀ ਨਹੀਂ। ਫਿਰ ਇਸੇ ਸ਼ਬਦ ਵਿੱਚ ਅੱਗੇ ਹੈ, ਰੂਪੀ ਭੁੱਖ ਨਾ ਉਤਰੇ, ਜਾਂ ਦੇਖਾਂ ਤਾਂ ਭੁੱਖ। ਜੇਤੇ ਰਸ ਸਰੀਰ ਕੇ, ਤੇਤੇ ਲੱਗੇ ਦੁੱਖ। ਸਵਾਦ, ਟੇਸਟ, ਹਰ ਵੇਲੇ ਸਾਨੂੰ ਹੁੰਦਾ ਕਿ ਅਸੀਂ ਨਵਾਂ ਟੇਸਟ, ਨਵਾਂ ਫਲੇਵਰ। ਸਾਦੀ ਰੋਟੀ ਘਰ ਪੱਕਦੀ ਸੀ ਤੇ ਪੂਰਾ ਘਰ ਰੱਜ ਕੇ ਖਾਂਦਾ ਸੀ, ਸਵਾਦ ਵੀ ਆਉਂਦਾ ਸੀ। ਹੁਣ ਹਰ ਘਰ ਦੇ ਵਿੱਚ 4 ਤੋਂ 5 ਖਾਣੇ ਪੱਕਦੇ ਨੇ, ਸਾਰੇ ਖਾਂਦੇ ਵੀ ਨੇ,
ਪਰ ਨਾ ਸਵਾਦ ਹੈ ਤੇ ਨਾ ਭੁੱਖ ਲੱਥਦੀ ਹੈ। ਫਿਰ ਉਹਦੇ ਬਾਅਦ ਹੁੰਦਾ ਹੁਣ ਆਨਲਾਈਨ ਕੁਝ ਆਰਡਰ ਕਰੋ। ਇਹ ਸਾਡੇ ਸਭ ਘਰਾਂ ਦੀ ਰੁਟੀਨ ਹੈ, ਕੋਈ ਕਿਸੇ ਇੱਕ ਘਰ ਦੀ ਨਹੀਂ। 2 ਵੇਲੇ ਘਰਾਂ ਚੁੱਲ੍ਹਾ ਬਲਦਾ ਸੀ, ਪੂਰਾ ਘਰ ਰੱਜਿਆ ਰਹਿੰਦਾ ਸੀ, ਬਿਮਾਰੀਆਂ ਨਹੀਂ ਸਨ, ਔਰ ਆਉਣ ਵਾਲੇ ਵੀ ਖੁਸ਼ੀ-ਖੁਸ਼ੀ ਆ ਕੇ ਉਹੀ ਖਾਂਦੇ ਸਨ ਜੋ ਰੋਟੀ ਸਾਲਨ ਪੱਕਾ ਹੁੰਦਾ ਸੀ। ਅੱਜ ਬਾਜ਼ਾਰ ਨਿਕਲ ਕੇ ਦੇਖੋ, ਸਭ ਤੋਂ ਜ਼ਿਆਦਾ ਦੁਕਾਨਾਂ ਖਾਣ ਦੀਆਂ ਨੇ। ਭੁੱਖ ਕਿਵੇਂ ਮੁੱਕੇ? ਭੁੱਖ ਤੇ ਅਸੀਂ ਆਪ ਸਹੇੜੀ ਹੈ ਨਾ, ਕੁਦਰਤ ਨੇ ਨਹੀਂ ਸਾਨੂੰ ਦਿੱਤੀ। ਫਿਰ ਬਣਾਓ ਸਿੰਗਾਰ ਦੀ ਭੁੱਖ ਹੈ, ਆਪਣੇ ਆਪ ਨੂੰ ਪੇਸ਼ ਕਰਨ ਦੀ, ਵਧੀਆ ਤੋਂ ਵਧੀਆ ਕੱਪੜਾ ਪਾ ਕੇ, ਵਧੀਆ ਤੋਂ ਵਧੀਆ ਬ੍ਰਾਂਡਡ ਚੀਜ਼ਾਂ ਨੇ ਜਿਹੜੀਆਂ ਉਹ ਵਰਤ ਕੇ ਆਪਣੇ ਆਪ ਨੂੰ ਵੱਖਰਾ ਕਰਨ ਦੀ। ਉਹ ਵਖਰੇਵਾਂ ਸਾਨੂੰ ਵਿਹਾਰ ਸਿਖਾ ਰਿਹਾ, ਔਰ ਉਹ ਵਖਰੇਵਾਂ ਬੁਨਿਆਦ ਹੈ ਸਾਡੇ ਦੁੱਖ ਦੀ, ਜਦੋਂ ਕਿ ਨਾਮ ਸਾਨੂੰ ਸਭ ਨੂੰ ਜੋੜ ਰਿਹਾ ਹੈ, ਸਾਂਝਾ ਕਰ ਰਿਹਾ ਹੈ, ਇਕੱਠਾ ਕਰ ਰਿਹਾ ਹੈ। ਉਹੀ ਸਾਡੇ ਦੁੱਖ ਦਾ ਉਪਾਅ ਕਰ ਰਿਹਾ। ਕਾਲੀ ਕੋਇਲ ਦੀ ਗੱਲ ਹੋਈ ਕਾਲੇ ਰੰਗ ਦੀ, ਤੇ ਉਹ ਬੜੀ ਸੋਹਣੀ ਗਿਆਨੀ ਜੀ ਨੇ ਕੀਤੀ। ਕਾਲਾ ਰੰਗ ਹੈ ਜਿਹੜਾ, ਉਹ ਨਾਮ ਦਾ ਰੰਗ ਹੈ, ਕਿਉਂਕਿ ਜਦੋਂ ਅਸੀਂ ਰੋਸ਼ਨੀ 'ਚ ਬਹਿੰਦੇ ਹਾਂ ਤੇ ਅਸੀਂ ਸਾਰੇ ਵੱਖਰੇ ਵੱਖਰੇ ਹਾਂ, ਪਰ ਜਦੋਂ ਹਨੇਰਾ ਹੋ ਜਾਏਗਾ ਤੇ ਸਭ ਕਾਲਾ ਹੋ ਜਾਏਗਾ ਔਰ ਸਭ ਇੱਕੋ ਰੰਗ ਹੈ। ਕਾਲਾ ਰੰਗ ਇਕਾਈ ਦਾ ਰੰਗ ਹੈ, ਸਾਂਝ ਦਾ ਰੰਗ ਹੈ। ਦਿਨ ਤੋਂ ਆਜ਼ਾਦ ਹੋ ਕੇ ਰਾਤ ਦੇ ਵਿੱਚ ਖੇਡਣ ਦਾ ਨਾਂ ਹੈ। ਜਦੋਂ ਅਸੀਂ ਆਪਣੇ ਬਣਾਉਣ ਵਾਲੇ ਤੋਂ ਆਪਣੇ ਆਪ ਨੂੰ ਵੱਖਰਾ ਕਰ ਲੈਂਦੇ ਹਾਂ, ਜਿਸ ਤਰ੍ਹਾਂ ਦੁਨੀਆ ਦੇ ਵਿੱਚ ਰਹਿੰਦਿਆਂ ਅਗਰ ਅਸੀਂ ਜ਼ਾਹਰ ਦੀ ਇੱਕ ਮਿਸਾਲ ਲੈ ਲਈਏ ਤੇ ਮਾਂ-ਪਿਓ ਕਿੰਨੀ ਮਿਹਨਤ ਕਰਕੇ, ਕਿੰਨੀਆਂ ਦੁਆਵਾਂ, ਮੰਨਤਾਂ, ਮੁਰਾਦਾਂ ਦੇ ਨਾਲ ਆਪਣੀ ਔਲਾਦ ਲੈਂਦੇ ਨੇ। ਉਸ ਬੱਚੇ ਨੂੰ ਜਿਹੜਾ ਨਵਾਂ ਜੰਮਿਆ ਹੈ, ਉਹਨੂੰ ਕੁਝ ਮੰਗਣਾ ਨਹੀਂ ਪੈਂਦਾ। ਮਾਂ ਹਰ ਥੋੜੀ ਦੇਰ ਬਾਅਦ, 2 ਘੰਟੇ ਬਾਅਦ, 3 ਘੰਟੇ ਬਾਅਦ ਉਹਨੂੰ ਦੁੱਧ ਵੀ ਪਿਆਉਂਦੀ ਹੈ ਤੇ ਉਹਦੇ ਕੱਪੜੇ ਵੀ ਬਦਲਦੀ ਹੈ। ਬਾਲ ਦਾ ਕੰਮ ਹੁੰਦਾ ਬਸ ਉਹ ਖੇਡਦਾ ਰਵੇ, ਉਹ ਖੇਡਦਾ ਰਹਿੰਦਾ। ਉਹ ਅੱਖਾਂ ਖੋਲਦਾ ਹੈ, ਜਾਗਦਾ ਹੈ, ਖੇਡਦਾ ਹੈ, ਕੁਛ ਪੀਂਦਾ ਹੈ, ਫਿਰ ਸੌਂ ਜਾਂਦਾ ਹੈ। ਉਹਨੂੰ ਨਹੀਂ ਕੋਈ ਪਰਵਾਹ ਕਿ ਉਹਨੂੰ ਕਿੰਨੇ ਗੋਦੀ ਚੁੱਕਿਆ ਏ, ਉਹਨੂੰ ਫਰਸ਼ ਤੇ ਲਟਾਇਆ ਏ, ਉਹਨੂੰ ਬਿਸਤਰੇ ਤੇ ਲਟਾਇਆ, ਕਿਉਂਕਿ ਉਹ ਕੁੱਲ ਕੁਦਰਤ ਦਾ ਹਿੱਸਾ ਹੀ ਉਦੋਂ ਤੱਕ। ਉਹ ਨਾਮ ਦੀ ਝੋਲੀ ਵਿੱਚ ਪਿਆ ਹੋਇਆ, ਸੋ ਉਹਨੂੰ ਕੋਈ ਖੌਫ ਨਹੀਂ, ਕੋਈ ਡਰ ਨਹੀਂ। ਉਹਨੂੰ ਇਹ ਨਹੀਂ ਪਤਾ ਹੁੰਦਾ ਮੈਨੂੰ ਅਗਲੇ ਟਾਈਮ ਰੋਟੀ ਲੱਭਣੀ ਹੈ ਕਿ ਨਹੀਂ ਲੱਭਣੀ, ਮੈਨੂੰ ਦੁੱਧ ਲੱਭਣਾ ਹੈ ਕਿ ਨਹੀਂ ਲੱਭਣਾ, ਕਿਉਂਕਿ ਉਹਦਾ ਪੂਰਾ ਯਕੀਨ ਹੁੰਦਾ ਹੈ ਕਿ ਮੈਂ ਤੇ ਆਪਣੀ ਕੁਦਰਤ ਦੇ ਅੰਦਰ ਆ, ਮੈਂ ਤੇ ਕੁੱਲ ਕੁਦਰਤ ਦੀ ਝੋਲੀ ਵਿੱਚ ਆ, ਮੈਨੂੰ ਤੇ ਕੋਈ ਘਾਟਾ ਨਹੀਂ, ਔਰ ਉਹਨੂੰ ਕੋਈ ਫਿਕਰ ਨਹੀਂ ਹੁੰਦੀ। ਮਾਂ ਆਪ ਭੁੱਖੀ ਰਹਿ ਲੈਂਦੀ ਹੈ, ਭਾਵੇਂ ਗਵਾਂਢੀਆਂ ਤੋਂ ਮੰਗ ਕੇ ਲਿਆਵੇ, ਬਾਲ ਨੂੰ ਦੁੱਧ ਜ਼ਰੂਰ ਪਿਆਉਂਦੀ ਹੈ। ਉਹਨੂੰ ਜਿਹੜੀ ਵੀ ਕੁਰਬਾਨੀ ਦੇਣੀ ਪਵੇ ਉਹ ਦਿੰਦੀ ਹੈ, ਪਰ ਆਪਣੇ ਬਾਲ ਨੂੰ ਭੁੱਖਿਆ ਨਹੀਂ ਰਹਿਣ ਦਿੰਦੀ। ਉਹ ਆਪ ਸਰਦੀ ਗਰਮੀ ਜਰਦੀ ਹੈ, ਪਰ ਬਾਲ ਨੂੰ ਉਹ ਸਾਂਭਦੀ ਹੈ। ਉਹ ਬਾਲ ਹੌਲੀ ਹੌਲੀ ਵੱਡਾ ਹੁੰਦਾ ਹੈ, ਤੇ ਜਦੋਂ ਉਹ ਆਪ ਆਪਣੀ ਮਰਜ਼ੀ ਕਰਨ ਦੇ ਕਾਬਿਲ ਹੋ ਜਾਂਦਾ ਹੈ, ਫਿਰ ਮਾਂ ਉਹਨੂੰ ਕਹਿੰਦੀ ਹੈ ਹੁਣ ਸੌਣ ਦਾ ਵੇਲਾ ਹੈ, ਤੇ ਉਹ ਕਹਿੰਦਾ ਕਿ ਮੈਨੂੰ ਪਤਾ ਹੈ ਕਦੋਂ ਸੌਣਾ ਹੈ। ਮਾਂ ਕਹਿੰਦੀ ਹੈ ਹੁਣ ਰੋਟੀ ਖਾ ਲੈ, ਤੈਨੂੰ ਕਿੰਨਾ ਚਿਰ ਹੋਇਆ ਤੂੰ ਰੋਟੀ ਨਹੀਂ ਖਾਧੀ, ਢਿੱਡ ਖਾਲੀ ਹੈ। ਤੇ ਉਹ ਕਹਿੰਦਾ ਕਿ ਮੈਨੂੰ ਪਤਾ ਮੈਂ ਕਦੋਂ ਖਾਣਾ, ਮੈਨੂੰ ਵੀ ਪਤਾ ਮੈਂ ਕੀ ਖਾਣਾ, ਤੂੰ ਮੈਨੂੰ ਕਿਉਂ ਦੱਸ ਰਹੀ? ਤੇ ਫਿਰ ਮਾਂ ਕਹਿੰਦੀ ਹੈ ਅੱਛਾ ਚੱਲ ਜਿਵੇਂ ਤੇਰੀ ਖੁਸ਼ੀ। ਉਹ ਫੇਰ ਵੀ ਲੜਦੀ ਨਹੀਂ, ਕਹਿੰਦੀ ਚੱਲ ਠੀਕ ਹੈ। ਨਤੀਜਾ ਕੀ ਨਿਕਲਦਾ? ਫਿਰ ਉਹ ਆਨਲਾਈਨ ਆਰਡਰ ਕਰਕੇ ਚੀਜ਼ਾਂ ਖਾਂਦਾ, ਬਾਹਰੋਂ ਗੰਦਮੰਦ ਪੱਕਿਆ ਖਾਂਦਾ, ਫਿਰ ਬਿਮਾਰ ਹੁੰਦਾ। ਇਹੀ ਰਿਸ਼ਤਾ ਸਾਡਾ ਸਭ ਦਾ ਕੁੱਲ ਕੁਦਰਤ ਦੇ ਨਾਲ ਹੈ, ਆਪਣੇ ਪੈਦਾ ਕਰਨ ਹਾਰ ਨਾਲ ਹੈ।
ਜਦੋਂ ਤੱਕ ਅਸੀਂ ਆਪਣਾ ਆਪ ਉਹਦੇ ਹਵਾਲੇ ਕਰਕੇ ਰੱਖਨੇ ਆ, ਉਹ ਸਾਡੀ ਸਾਂਭ ਕਰਦਾ ਹੈ। ਉਹਦੇ ਬਾਅਦ ਅਸੀਂ ਉਹਨੂੰ ਦੱਸਦੇ ਹਾਂ ਅਸੀਂ ਤੇ ਪੜ੍ਹ ਲਿਖ ਗਏ ਹਾਂ, ਲੈ ਤੈਨੂੰ ਕੀ ਪਤਾ ਹੋਵੇ। ਸਾਨੂੰ ਸਭ ਪਤਾ ਹੈ ਅਸੀਂ ਕੀ ਕਰਨਾ ਹੈ। ਫਿਰ ਰੱਬ ਕਹਿੰਦਾ ਚਲੋ ਕਰੋ ਫਿਰ। ਇਹ ਵੀ ਉਹਦਾ ਪਿਆਰ ਹੈ ਨਾ, ਉਹ ਚਾਹੇ ਤੇ ਸਾਨੂੰ ਰੋਕਦੇ ਵੀ, ਉਹ ਨਹੀਂ ਰੋਕਦਾ। ਉਹ ਕਹਿੰਦਾ ਨਹੀਂ, ਮੇਰੇ ਬੱਚੇ ਨੇ ਖੇਡਣਾ ਚਾਹੁੰਦੇ ਨੇ, ਖੇਡਣ ਨੂੰ ਕਹਿੰਦਾ ਖੇਡੋ। ਆਰਾਮ ਨਾਲ ਬੈਠਾ ਦੇਖ ਰਿਹਾ ਹੁੰਦਾ, ਉਹਨੂੰ ਪਤਾ ਹੁਣ ਇਹਨਾਂ ਨੇ ਅੱਗੇ ਡਿੱਗਣਾ ਹੀ ਡਿੱਗਣਾ, ਤੇ ਫਿਰ ਚੁੱਕਣਾ ਮੈਂ ਹੀ ਇਹਨਾਂ ਨੂੰ। ਤੇ ਅਖੀਰੀ ਉਮਰ ਚ ਆ ਕੇ ਫਿਰ ਸਾਨੂੰ ਸਮਝ ਆਉਂਦੀ ਹੈ ਕਿ ਉਹ ਨਾਮ ਜਪਣ ਤੇ ਕੁਝ ਹੋਰ ਸੀ ਤੇ ਅਸੀਂ ਕੀ ਕਰਦੇ ਰਹੇ। ਪਰ ਉਹਦਾ ਕਮਾਲ ਦੇਖੋ ਕਿ ਉਹ ਕਹਿੰਦਾ ਹੈ ਕਿ ਜਦੋਂ ਵੀ ਤੁਸੀਂ ਪਰਤ ਆਏ, ਤੁਸੀਂ ਫੇਰ ਮੇਰੀ ਝੋਲੀ ਚੋਂ, ਉਹ ਫੇਰ ਜੀ ਆਇਆਂ ਨੂੰ ਆਖਦਾ। ਨਾਮ ਸੁਖ ਦਿੰਦਾ, ਸਹਿਜ ਦਿੰਦਾ, ਸਾਨੂੰ ਜ਼ਿੰਦਾ ਰੱਖਦਾ, ਇੱਕ ਵੇਲੇ ਚ ਨਹੀਂ, ਕੁੱਲ ਵੇਲੇ ਵਿੱਚ। ਬਾਬਾ ਫਰੀਦ, ਬਾਬਾ ਨਾਨਕ ਕੁੱਲ ਵੇਲੇ ਚ ਜ਼ਿੰਦਾ ਨੇ, ਕੁੱਲ ਵੇਲੇ ਦੇ ਵਿੱਚ ਜਿਉਂਦੇ ਨੇ ਪਏ। ਕਿਉਂ? ਕਿਉਂਕਿ ਉਹਨਾਂ ਨੇ ਨਾਮ ਜਪਿਆ, ਖਾਲੀ ਜ਼ੁਬਾਨ ਨਾਲ ਨਹੀਂ, ਆਪਣੀ ਕਰਨੀ ਨਾਲ। ਜ਼ਿੰਦਗੀ ਵਿੱਚ ਉਹਨਾਂ ਨੇ ਕੋਈ ਜਮਾ ਜੋੜ ਨਹੀਂ ਕੀਤੀ, ਜੋ ਆਇਆ ਵੰਡ ਦਿੱਤਾ। ਥੋੜਾ ਸੀ ਬਹੁਤਾ ਸੀ, ਜਿੰਨੇ ਵੀ ਨਾਲ ਸਨ ਉਹਨਾਂ ਨਾਲ ਰਲ ਕੇ ਸਾਂਝਾ ਕਰਕੇ ਖਾ ਲਿਆ। ਜੋ ਵੀ ਹੈ ਸੀ ਥੋੜਾ ਬਹੁਤ, ਉਹ ਸਾਂਝਾ ਵਰਤ ਲਿਆ। ਜਿਉਂਦੇ ਨੇ ਪਏ ਅੱਜ ਵੀ। ਸਾਡੇ ਵੱਡੇ ਫਾਰਮ ਹਾਊਸਿਸ, ਸਾਡੇ ਭਰੇ ਹੋਏ ਬੈਂਕ ਬੈਲੈਂਸ, ਇਹਨਾਂ ਨੇ ਸਾਨੂੰ ਜ਼ਿੰਦਾ ਨਹੀਂ ਰੱਖਣਾ। ਇਹੀ ਤੇ ਸਾਡੇ ਮਰਨ ਦਾ ਕਾਰਨ ਨੇ, ਕਿਉਂਕਿ ਇਹਨਾਂ ਨੇ ਸਾਨੂੰ ਜ਼ਿੰਦਾ ਹੋਣ ਦਾ ਸਾਡੇ ਅੰਦਰੋਂ ਅਹਿਸਾਸ ਹੀ ਖੋਲਿਆ। ਇਹੀ ਗੱਲ ਬਾਬਾ ਫਰੀਦ ਕਰਦੇ ਨੇ ਕਿ ਦੇਖ ਫਰੀਦਾ ਜੋ ਥੀਆ, ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ। ਉਹ ਜੀਵਨ ਸ਼ੱਕਰ ਸੀ, ਪਿਆਰ ਸੀ, ਮੁਹੱਬਤ ਸੀ, ਇੱਕ ਦੂਜੇ ਨਾਲ ਰਲਣ ਮਿਲਣ ਸੀ, ਇੱਕ ਦੂਜੇ ਨਾਲ ਬੈਠਣ, ਇੱਕ ਦੂਜੇ ਨੂੰ ਵੇਖਣ, ਇੱਕ ਦੂਜੇ ਨੂੰ ਜਾਣਨ ਮਾਨਣ ਸੀ। ਉਹ ਵਿਸ ਕਿਵੇਂ ਹੋ ਗਿਆ? ਕਿਉਂਕਿ ਅਸੀਂ ਸਾਡੇ ਸਭ ਦੇ ਵਿਚਕਾਰ ਜੋ ਸਾਂਝ ਸੀ ਉਹਨੂੰ ਵਿੱਚੋਂ ਕੱਢ ਦਿੱਤਾ। ਸਾਡੀ ਸਭ ਦੀ ਜੋ ਸਾਂਝੀ ਪਛਾਣ ਸੀ ਨਾਮ ਦੀ, ਅਸੀਂ ਉਹਨੂੰ ਗਵਾ ਦਿੱਤਾ। ਅਸੀਂ ਸਾਰੇ ਲੋਕ ਇੱਥੇ ਇੱਕ ਪੇਜ ਦੇ ਉੱਤੇ ਬੈਠੇ ਗੱਲ ਕਰ ਰਹੇ ਹਾਂ। ਸਾਨੂੰ ਇੱਕ ਦੂਜੇ ਦੇ ਪੂਰੇ ਨਾਵਾਂ ਥਾਵਾਂ ਦਾ ਨਹੀਂ ਪਤਾ, ਸਾਨੂੰ ਉਮਰਾਂ ਦਾ ਨਹੀਂ ਪਤਾ, ਸਾਨੂੰ ਇੱਕ ਦੂਜੇ ਦੇ ਧਰਮਾਂ ਦੇ ਬਾਰੇ ਡਿਟੇਲਸ ਨਹੀਂ ਪਤਾ, ਪਰ ਅਸੀਂ ਕਿਉਂ ਇਕੱਠੇ ਬੈਠੇ ਹਾਂ? ਕਿਉਂਕਿ ਸਾਡੇ ਵਿੱਚ ਇੱਕ ਚੀਜ਼ ਇਸ ਵੇਲੇ ਸਾਂਝੀ ਹੈ ਕਿ ਅਸੀਂ ਸਭ ਕੁਝ ਸਮਝਣਾ ਚਾਹ ਰਹੇ ਹਾਂ, ਅਸੀਂ ਕੁਝ ਜਾਣਨਾ ਚਾਹ ਰਹੇ ਹਾਂ, ਅਸੀਂ ਇੱਕ ਦੂਜੇ ਨੂੰ ਕੁਝ ਸੁਣਾਉਣਾ ਤੇ ਕੁਝ ਸੁਣਨਾ ਚਾਹੁੰਦੇ ਹਾਂ। ਤਾਂ ਅਸੀਂ ਇਕੱਠੇ ਹਾਂ, ਸਾਨੂੰ ਕਿਸੇ ਨੇ ਜ਼ਬਰਦਸਤੀ ਬੰਨ ਕੇ ਤੇ ਨਹੀਂ ਬਿਠਾਇਆ। ਅਸੀਂ ਸਭ ਇਸ ਵੇਲੇ ਦੇ ਵਿੱਚ ਆਪਣੀ ਮਰਜ਼ੀ ਦਾ ਵੀ ਕੰਮ ਕਰ ਸਕਦੇ ਹਾਂ, ਪਰ ਅਸੀਂ ਸਾਰੇ ਇਸ ਵੇਲੇ ਇੱਕ ਕੰਮ ਕਰ ਰਹੇ ਹਾਂ। ਉਹ ਜੋ ਸਾਰਿਆਂ ਦਾ ਇੱਕ ਵੇਲੇ ਦੇ ਵਿੱਚ ਇੱਕ ਕੰਮ ਕਰਨ ਹੈ, ਉਹ ਨਾਮ ਦੀ ਪ੍ਰੈਕਟਿਸ ਹੈ, ਜਿਹਦੇ ਵਿੱਚ ਕੋਈ ਅਫਸਰ ਨਹੀਂ ਹੈ, ਕੋਈ ਮਾਤਹਿਤ ਨਹੀਂ ਹੈ, ਜਿਹਦੇ ਵਿੱਚ ਕੋਈ ਹਾਕਮ ਨਹੀਂ ਹੈ, ਕੋਈ ਮਹਿਕੂਮ ਨਹੀਂ ਹੈ, ਜਿਹਦੇ ਵਿੱਚ ਕੋਈ ਹੁਕਮ ਦੇਣ ਵਾਲਾ ਨਹੀਂ ਹੈ, ਜਿਹਦੇ ਵਿੱਚ ਕੋਈ ਡਿਸਪਲਿਨ ਰੱਖਣ ਵਾਲਾ ਨਹੀਂ ਹੈ, ਜਿਹਦੇ ਵਿੱਚ ਅਸੀਂ ਸਾਰੇ ਆਪ ਜ਼ਿੰਮੇਦਾਰ ਹਾਂ। ਔਰ ਅਸੀਂ ਸਾਰੇ ਰਲ ਕੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਆਦਰ ਦੇਨੇ ਆ ਔਰ ਇੱਕ ਦੂਜੇ ਦੀ ਗੱਲ ਸੁਣਨੇ ਆ। ਫਰੀਦਾ ਖਾਲਿਕ ਖਲਕ में खल्क वसे रब मां, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ। ਜਦੋਂ ਬਣਾਉਣ ਵਾਲਾ ਆਪਣੀ ਬਣਾਈ ਸ਼ੈ ਦੇ ਵਿੱਚ ਹੈ ਤੇ ਜੋ ਬਣੀ ਹੋਈ ਸ਼ੈ ਵੇ ਉਹਦੇ ਵਿੱਚ ਉਹ ਮੌਜੂਦ ਹੈ, ਤੇ ਫਿਰ ਭੈੜਾ ਕੌਣ ਹੋਇਆ, ਮੰਦਾ ਕੌਣ ਹੋਇਆ? ਇਹ ਸਭ ਚੰਗੇ ਨੇ। ਤੇ ਅਗਰ ਅਸੀਂ ਸਾਰੇ ਇੱਕ ਹਾਂ, ਅਸੀਂ ਸਾਰੇ ਇੱਕੋ ਜਿਹਾ ਦਰਦ ਮਹਿਸੂਸ ਕਰਨੇ ਆ,
ਅਸੀਂ ਸਾਰੇ ਇੱਕੋ ਜਿਹਾ ਦੁੱਖ ਮਹਿਸੂਸ ਕਰਨੇ ਆ, ਅਸੀਂ ਇੱਕੋ ਜਿਹਾ ਜੀਵਨ ਹੰਢਾ ਰਹੇ ਹਾਂ, ਤੇ ਫਿਰ ਸਾਡਾ ਵਖਰੇਵਾਂ ਕਾਹਦਾ ਹੈ? ਫਿਰ ਸਾਡੇ ਵਿਚਕਾਰ ਜੋ ਪਾੜ ਹੈ ਉਹ ਕਾਹਦਾ ਹੈ? ਉਹ ਇਸ ਵਿਹਾਰ ਦੀ ਦਿੱਤੀ ਹੋਈ ਮੈਂ ਦਾ ਪੁਆੜਾ ਹੈ, ਔਰ ਮੈਂ ਦੇ ਵਿੱਚੋਂ ਨਿਕਲਣ ਦਾ ਉਪਾਅ ਸਿਰਫ ਨਾਮ ਦੀ ਸਾਂਝ ਹੈ। ਜਦੋਂ ਤੱਕ ਨਾਮ ਦੀ ਸਾਂਝ ਨਹੀਂ ਹੋਵੇਗੀ, ਜਦੋਂ ਤੱਕ ਇਹ ਸਾਡੇ ਅਮਲ ਦਾ ਹਿੱਸਾ ਨਹੀਂ ਬਣੇਗੀ, ਉਦੋਂ ਤੱਕ ਅਸੀਂ ਆਜ਼ਾਦ ਨਹੀਂ ਹੋ ਸਕਦੇ, ਅਸੀਂ ਜਿਉ ਨਹੀਂ ਸਕਦੇ, ਅਸੀਂ ਖੁਸ਼ ਨਹੀਂ ਹੋ ਸਕਦੇ, ਅਸੀਂ ਜੀਵਨ ਮਾਣ ਨਹੀਂ ਸਕਦੇ, ਜੀਵਨ ਹੰਢਾ ਨਹੀਂ ਸਕਦੇ। ਅਸੀਂ ਮੋਏ ਜੀਵਨ ਲੰਘਾਉਂਦੇ ਆ। ਜ਼ਿੰਦਾ ਉਦੋਂ ਹੋਵਾਂਗੇ, ਉਸ ਪਲ ਸਾਡੀ ਜ਼ਿੰਦਗੀ ਸ਼ੁਰੂ ਹੋਵੇਗੀ, ਉਸ ਪਲ ਤੋਂ ਸਾਹ ਲੇਖੇ ਲੱਗਣਾ ਸ਼ੁਰੂ ਹੋਵੇਗਾ ਜਦੋਂ ਅਸੀਂ ਨਾਮ ਦੀ ਸਾਂਝ ਦੇ ਵਿੱਚ ਆਵਾਂਗੇ। ਨਾਮ ਸਾਡੀ ਸਭ ਦੀ ਸਾਂਝ ਪਛਾਣ ਹੈ। ਸਾਡੀਆਂ ਵੱਖਰੀਆਂ ਹੋਂਦਾਂ ਔਰ ਵੱਖਰੀਆਂ ਹਸਤੀਆਂ ਚੋਂ ਨਿਕਲ ਕੇ ਇੱਕ ਵੱਡੀ ਇਕੱਠੀ ਸਾਂਝੀ ਹਸਤੀ ਬਣਨ ਦੇ ਵਿੱਚ ਨਾਮ ਹੈ। ਨਾਮ ਸੇਵਾ ਕਰਨ ਹੈ, ਨਾਮ ਦਾਨ ਕਰਨ, ਨਾਮ ਦੇਵਣ ਹੈ, ਲੈਣ ਨਹੀਂ ਹੈ। ਜਦੋਂ ਅਸੀਂ ਕੁੱਲ ਕੁਦਰਤ ਦੇ ਨਾਮ ਦਾ ਪ੍ਰਚਾਰ ਕਰਨੇ ਆ ਤੇ ਉਹ ਸਾਨੂੰ ਸੁੱਖ ਦਿੰਦਾ ਹੈ। ਜਦੋਂ ਸਾਡੇ ਇਕੱਲੇ ਨਾਂ ਦੀ ਸ਼ੋਹਰਤ ਹੁੰਦੀ ਹੈ ਔਰ ਮਸ਼ਹੂਰੀ ਹੁੰਦੀ ਹੈ ਤੇ ਅਸੀਂ ਕੈਦ ਹੁੰਨੇ ਆ। ਲੇਕਿਨ ਵਿਹਾਰ ਨਹੀਂ ਚਾਹੁੰਦਾ। ਇਹ ਸਿਸਟਮ ਜਿਹੜਾ ਕੈਪੀਟਲਿਜ਼ਮ ਦਾ ਹੈ, ਇਹ ਸਾਨੂੰ ਸਿਰਫ ਜਮਾ ਕਰਨਾ ਸਿਖਾਉਂਦਾ ਹੈ, ਜੋੜਨਾ ਸਿਖਾਉਂਦਾ ਹੈ। ਨਾਮ ਦਾ ਜੀਵਨ ਇਹਦੇ ਉਲਟ ਹੈ। ਨਾਮ ਦਾ ਜੀਵਨ ਦੇਣਾ ਸਿਖਾਉਂਦਾ ਹੈ, ਦਾਨ ਕਰਨਾ ਸਿਖਾਉਂਦਾ ਹੈ, ਵੰਡਣਾ ਸਿਖਾਉਂਦਾ ਹੈ। ਸੋ ਨਾਮ ਜਪਣ ਨਿਰਾ ਨਾਮ ਦੀ ਦੁਹਰਾਈ ਨਹੀਂ ਹੈ, ਨਾਮ ਦੀ ਤਸਬੀਹ ਫੇਰਨ ਨਹੀਂ ਹੈ, ਬਲਕਿ ਸੇਵਾ ਕਰਨ, ਦਾਨ ਕਰਨ, ਸਭ ਨੂੰ ਇੱਕੋ ਸਮਝਣ, ਸਭ ਦੇ ਵਿੱਚ ਜੀਵਨ ਵਸਣ ਹੈ। ਕਾਫੀ ਗੱਲ ਹੋ ਗਈ, ਮੇਰਾ ਖਿਆਲ ਹੈ ਟਾਈਮ ਵੀ ਪੂਰਾ ਹੋ ਗਿਆ, ਤੇ ਕੋਈ ਕੁਝ ਗਲਤ ਬੋਲਿਆ ਹੋਏ ਤੇ ਉਹਦੇ ਲਈ ਮਾਜ਼ਰਤ, ਕਿਉਂਕਿ ਸਭ ਤੁਸੀਂ ਸਾਡੇ ਵੱਡੇ ਬੈਠੇ ਹੋ। ਬਾਕੀ ਜੋ ਕਮੀ ਕੋਤਾਹੀ ਹੈ ਉਹ ਤੁਸੀਂ ਦੱਸੋ, ਇਸਲਾਹ ਦੀ ਲੋੜ ਹਰ ਵੇਲੇ ਹੁੰਦੀ ਹੈ। ਤੇ ਕੋਈ ਸਵਾਲ ਹੋਏ ਤੇ ਅਸੀਂ ਹਾਜ਼ਰ ਹਾਂ। ਥੈਂਕ ਯੂ ਜੀ, ਬਹੁਤ ਜ਼ਿਆਦਾ ਸ਼ੁਕਰੀਆ, ਬਹੁਤ ਜ਼ਿਆਦਾ ਧੰਨਵਾਦ ਜੀ। ਤੁਸੀਂ ਕਮਾਲ ਕਰਤਾ ਹੈ, ਤੁਹਾਡੀ ਮਿੱਠੀ ਆਵਾਜ਼ ਔਰ ਤੁਹਾਡੇ ਇੰਨੇ ਅੱਛੇ ਵਿਚਾਰ। ਇਟ ਇਜ਼ ਅਨਪੈਰਲਲ ਐਂਡ ਅਨਕੰਪੇਰੇਬਲ। ਮੈਂ ਤਾਂ ਇੰਨਾ ਹੀ ਕਹਿ ਸਕਦਾ, ਔਰ ਲਫ਼ਜ਼ ਹੈ ਨਹੀਂ ਤੁਹਾਡਾ ਸ਼ੁਕਰੀਆ ਕਰਨ ਦਾ ਤੇ ਨਾ ਹੀ ਤੁਹਾਡੇ ਗੁਣ ਗਾਉਣ ਦਾ। ਤੇ ਮੈਂ ਹੁਣ ਓਪਨ ਕਰਦਾ ਜੀ, ਆਪਾਂ ਡਿਸਕਸ਼ਨ ਕਰ ਲਈਏ। ਤੁਸੀਂ ਬੇਸ਼ੱਕ ਆਪਣਾ ਹੱਥ ਖੜਾ ਕਰੋ। ਇਹ ਸਭ ਤੋਂ ਪਹਿਲਾਂ ਮੈਨੂੰ ਮਿਲ ਗਿਆ ਜੀ, 2 ਹੱਥ ਮਿਲੇ ਹੈ। ਖੈਰ ਹੱਥ ਤਾਂ ਤੁਹਾਡੇ ਨਾਲ ਹੀ ਹੈ, ਪਰ ਮੈਂ ਦੇਖ ਲਿਆ ਜੀ। ਚਲੋ ਜੀ, ਸਭ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਕਰਨਲ ਸਾਹਿਬ, ਕਰਨਲ GB ਸਿੰਘ ਨੂੰ ਜੀ। ਹਾਂ ਜੀ, ਕੋਲੋਰਾਡੋ ਸਪ੍ਰਿੰਗ ਤੋਂ। ਤੁਸੀਂ ਅਨਮਿਊਟ ਕਰੋਗੇ ਤਾਂ ਹੀ ਸੁਣਾਂਗੇ ਜੀ। ਕਰਨਲ ਸਾਹਿਬ ਅਨਮਿਊਟ ਕਰ ਲਓ ਆਪਣੇ ਆਪ ਨੂੰ। ਹਾਂਜੀ, ਹੁਣ ਆ ਰਹੀ ਆਵਾਜ਼? ਹਾਂਜੀ ਆ ਰਹੀ ਹੈ ਜੀ, ਆ ਰਹੀ ਹੈ ਬਿਊਟੀਫੁਲ। ਜੀ। ਹਾਂਜੀ ਪ੍ਰੋਫੈਸਰ ਸਾਹਿਬ, ਸਲੂਟ ਟੂ ਯੂ, ਬਿਊਟੀਫੁਲ। ਮੈਂ ਮਿਲਟਰੀ ਲੈਂਗੁਏਜ ਯੂਜ਼ ਕਰਦਾ, ਸੋ ਯੂ ਹੈਵ ਟੂ ਐਕਸਕਿਊਜ਼ ਮੀ। ਤੇ ਐਬਸੋਲੂਟਲੀ ਬਿਊਟੀਫੁਲ, ਬਿਊਟੀਫੁਲ। ਮੇਰਾ ਕਿਉਂਕਿ ਮੇਰੀ ਨੌਲੇਜ ਬਾਬਾ ਫਰੀਦ ਬਾਰੇ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸ਼ਬਦ ਲਿਖੇ ਆ, ਓਨਲੀ ਟੂ ਦੈਟ ਐਕਸਟੈਂਟ। ਉਹਨਾਂ ਦੀ ਬਾਇਓਗ੍ਰਾਫਿਕ ਜਿਹੜਾ ਬੈਕਗ੍ਰਾਉਂਡ ਆ ਉਹ ਮੇਰੇ ਕੋਲ ਜ਼ੀਰੋ ਹੈ। ਸੋ ਜੇ ਮੈਂ ਤੁਹਾਨੂੰ ਉਹਨਾਂ ਬਾਰੇ ਜੇ ਉਹਨਾਂ ਨੂੰ ਬਾਰੇ ਪੁੱਛ ਲਵਾਂ, ਸੋ ਮਾਇਨਾ ਕਰਨਾ ਥੋੜਾ ਜਿਹਾ ਔਖਾ ਸਵਾਲ ਹੋਏਗਾ, ਠੀਕ ਹੈ। ਅੰਗਰੇਜ਼ੀ 'ਚ ਮੈਂ ਪੁੱਛਾਂਗਾ, what was his view on Sharia at that time? ਕੋਈ ਹੈ ਸਾਡੇ ਕੋਲ ਰਿਟਨ ਮਟੀਰੀਅਲ ਜਿਹੜਾ ਅਸੀਂ ਆਥੈਂਟਿਕਲੀ ਕਹਿ ਸਕੀਏ ਉਹਨਾਂ ਬਾਰੇ? ਹਾਂਜੀ ਡਾਕਟਰ ਸਾਹਿਬ ਜੀ। ਬਾਬਾ ਫਰੀਦ ਦੇ ਬਾਰੇ ਜੋ ਬੁਨਿਆਦੀ ਕਿਤਾਬ ਸਾਨੂੰ ਮਿਲਦੀ ਹੈ ਉਹਨਾਂ ਦੀਆਂ ਜ਼ਿੰਦਗੀ ਦੇ ਬਾਰੇ, ਉਹ ਹੈ ਫਵਾਇਦੁਲ ਫਵਾਦ।
ਔਰ ਉਹ ਕਿਤਾਬ ਅੰਗਰੇਜ਼ੀ ਵਿੱਚ ਟ੍ਰਾਂਸਲੇਸ਼ਨ ਉਹਦੀ ਮੌਜੂਦ ਹੈ, ਫਾਰਸੀ ਵਿੱਚ ਵੀ ਹੈ, ਉਰਦੂ ਵਿੱਚ ਵੀ ਹੈ। ਉਹਦੇ ਤੇ ਸਾਡਾ ਡਿਟੇਲ ਕੰਮ ਹੈ, ਲੇਕਿਨ ਇਹ ਕਿਉਂਕਿ ਥੋੜਾ ਜਿੰਨਾ ਸਵਾਲ ਸਬਜੈਕਟ ਤੋਂ ਹਟ ਕੇ ਵੀ ਜ਼ਿਆਦਾ ਟਾਈਮ ਲਏਗਾ, ਤੇ ਅਸੀਂ ਤੁਹਾਡੇ ਨਾਲ ਵੱਖਰੀ ਮੀਟਿੰਗ ਰੱਖ ਸਕਨੇ ਆ ਜਿਹਦੇ ਵਿੱਚ ਕਿ ਅਸੀਂ ਸਿਰਫ ਬਾਬਾ ਫਰੀਦ ਦੇ ਬਾਰੇ ਇਨ ਡਿਟੇਲ ਗੱਲ ਕਰੀਏ, ਕਿਉਂਕਿ ਬਾਬਾ ਫਰੀਦ ਦੇ ਬਾਰੇ ਗੱਲ ਕਰਨ ਲਈ ਲੰਬਾ ਟਾਈਮ ਚਾਹੀਦਾ। ਇੱਕ ਜਾਂ ਦੋ Yes ਜੁਮਲਿਆਂ or ਵਿੱਚ no? ਗੱਲ ਅੱਧੀ ਹੋਏਗੀ। ਤੁਸੀਂ ਜਿਸ ਵਕਤ ਵੀ ਕਹੋ ਅਸੀਂ ਜ਼ੂਮ ਮੀਟਿੰਗ ਜਾਂ ਇਸੇ ਤਰ੍ਹਾਂ ਕੋਈ ਮੀਟਿੰਗ ਕਰਕੇ ਉਹਦੇ ਜਿੰਨੇ ਸਵਾਲ ਬਾਬਾ ਫਰੀਦ ਦੇ ਬਾਰੇ ਤੁਹਾਡੇ ਹੈ ਨੇ, ਉਹਨਾਂ ਦੀ ਲਾਈਫ ਹਿਸਟਰੀ ਦੇ ਬਾਰੇ, ਕਿਉਂਕਿ ਅਸੀਂ 2013 ਤੋਂ ਬਾਬਾ ਫਰੀਦ ਤੇ ਕੰਮ ਕਰ ਰਹੇ ਹਾਂ ਤੇ ਉਹ ਕਿਤਾਬ ਤਿਆਰ ਪਈ ਹੈ। ਬਸ ਦੇਖੋ ਜਦੋਂ ਉਹਦੀ ਮਨਜ਼ੂਰੀ ਹੋਈ ਉਹ ਪ੍ਰਿੰਟ ਹੋ ਜਾਏਗੀ ਠੀਕ ਹੈ ਤੇ ਬਾਬਾ ਫਰੀਦ ਦੇ ਬਾਰੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਅਸੀਂ ਹਾਜ਼ਰ ਹਾਂ, ਲੇਕਿਨ ਇਕੱਠੇ ਬੈਠ ਜਾਵਾਂਗੇ। ਠੀਕ ਹੈ ਜੀ, ਠੀਕ ਹੈ। ਸੋ ਨਾਈਸ ਆਫ ਠੀਕ ਯੂ। ਹੈ ਜੀ। ਹਾਂਜੀ ਬਿਲਕੁਲ ਠੀਕ ਹੈ। ਸਰਦਾਰ ਕੁਲਵੰਤ ਸਿੰਘ ਜੀ, ਤੁਸੀਂ ਹੱਥ ਖੜਾ ਕੀਤਾ ਹੋਇਆ ਜੀ, ਅਨਮਿਊਟ ਕਰੋ ਆਪਣੇ ਆਪ ਨੂੰ ਜੀ। ਹਾਂਜੀ ਆਜ਼ਮਾ ਜੀ, ਤੁਹਾਡਾ ਤਹਿ ਦਿਲ ਤੋਂ ਧੰਨਵਾਦ। ਨਾਮ ਦੇ ਬਾਰੇ ਜਿਹੜਾ ਵੀ ਤੁਸੀਂ ਇੱਕ ਇੱਕ ਬਚਨ ਬੋਲਿਆ ਮੇਰੀ ਰੂਹ ਦੇ ਅੰਦਰ ਉਤਰਦਾ ਗਿਆ, ਤੇ ਮੈਨੂੰ ਅੱਜ ਪਤਾ ਲੱਗਿਆ ਕਿ ਦੁਨੀਆ ਅੰਦਰ ਕੁਝ ਜਾਗਦੀਆਂ ਰੂਹਾਂ ਵੀ ਨੇ। ਵਾਹਿਗੁਰੂ। ਸੋ ਮੇਰੀ ਅਰਦਾਸ ਹੈ, ਮੇਰੀ ਬੇਨਤੀ ਹੈ ਅਕਾਲ ਪੁਰਖ ਨੂੰ ਕਿ ਇੱਦਾਂ ਦੀਆਂ ਰੂਹਾਂ ਜਿਹੜੀਆਂ ਜਾਗਦੀਆਂ ਨੇ ਉਹ ਜਾਗਦੀਆਂ ਰਹਿਣ ਤੇ ਸਾਨੂੰ ਸੁੱਤਿਆਂ ਨੂੰ ਜਗਾਉਂਦੀਆਂ ਰਹਿਣ। ਧੰਨਵਾਦ ਆਪ ਜੀ ਦਾ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ, ਸੋ ਨਾਈਸ। ਡਾਕਟਰ ਕਾਲਾ ਸਿੰਘ ਜੀ। ਹਾਂਜੀ ਡਾਕਟਰ ਕਾਲਾ ਸਿੰਘ ਕਾਦਰ ਜੀ, ਬਹੁਤ ਬਹੁਤ ਸ਼ੁਕਰੀਆ ਐਜ਼ ਯੂਜ਼ੂਅਲ। ਤੁਹਾਡੇ ਵਿਚਾਰ ਬਹੁਤ ਜ਼ੋਰਦਾਰ ਸੀਗੇ ਤੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਆ ਕਿ ਤੁਹਾਡੀ ਸਟੱਡੀ ਬਹੁਤ ਜ਼ਿਆਦਾ ਹੈ ਤੇ ਇਸ ਚੀਜ਼ ਦਾ ਜਿਹੜਾ ਮੈਂ ਤੁਹਾਨੂੰ ਪੁੱਛ ਲਗਾ, ਮੈਂ ਖੁਦ ਹਾਲੇ ਤੱਕ ਇਹਦੇ ਜਵਾਬ 'ਚ ਪਹੁੰਚਿਆ ਨਹੀਂ। ਮੈਂ ਖੁਦ ਸਟੱਡੀ ਬੜੀ ਕੀਤੀ ਹੈ ਕਿ ਤੁਸੀਂ ਜਿਹੜਾ ਆਪਣਾ ਤੁਹਾਡਾ ਟੌਪਿਕ ਸੀਗਾ ਬਾਬਾ ਫਰੀਦ ਤੇ ਬਾਬਾ ਨਾਨਕ, ਤੇ ਅਸੀਂ ਇੱਥੇ ਉਹਨੂੰ ਕਹਿੰਦੇ ਆ ਗੁਰੂ ਨਾਨਕ, ਜਦ ਕਿ ਗੁਰਬਾਣੀ ਸਾਨੂੰ ਇਹ ਕਹਿੰਦੀ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਵੀ ਇਨਸਾਨ ਜਿਹੜਾ ਵਾ ਉਹ ਗੁਰੂ ਨਹੀਂ ਹੈ, ਬਾਣੀ ਗੁਰੂ ਹੈ। ਸ਼ਬਦ ਗੁਰੂ ਸੂਰਤ ਤੁਨ ਚੇਲਾ, ਕਿ ਸ਼ਬਦ ਜਿਹੜਾ ਗੁਰੂ ਹੈ ਔਰ ਮੇਰੀ ਸੂਰਤ ਉਹਦੀ ਚੇਲਾ ਹੈ। ਮੈਂ ਚੇਲਾ ਨਹੀਂ ਹਾਂ, ਮੇਰੀ ਬੋਡੀ ਚੇਲਾ ਨਹੀਂ ਹਾਂ। ਤੇ ਜਦੋਂ ਅਸੀਂ ਪੜ੍ਹਦੇ ਹਾਂ ਭਾਈ ਸਾਹਿਬ ਗੁਰਦਾਸ ਜੀ ਨੂੰ, ਤੇ ਉਹ ਵੀ ਇਹੀ ਕਹਿੰਦੇ ਨੇ ਕਿ ਬਾਬਾ ਫਿਰ ਮੱਕੇ ਗਿਆ, ਜਾਹਰ ਪੀਰ ਜਗਤ ਗੁਰ ਬਾਬਾ। ਤੇ ਕਿਤੇ ਕਿਤੇ ਉਹਨਾਂ ਨੇ ਕੱਲ ਤਾਰਨ ਗੁਰੂ ਨਾਨਕ ਆਇਆ ਵੀ ਲਿਖਿਆ ਵਾ। ਤੇ ਤੁਹਾਡੇ ਹਿਸਾਬ ਦੇ ਨਾਲ ਸਾਨੂੰ ਗੁਰੂ ਨਾਨਕ ਕਹਿਣਾ ਚਾਹੀਦਾ ਹੈ ਕਿ ਬਾਬਾ ਨਾਨਕ ਕਹਿਣਾ ਚਾਹੀਦਾ ਹੈ? ਹਾਂਜੀ ਆਸਮਾ ਜੀ। ਜੀ ਬੁੱਲੇ ਸ਼ਾਹ ਕਹਿੰਦੇ ਨੇ ਗੱਲ ਸਮਝ ਲਈ ਤਾਂ ਰੌਲਾ ਕੀ, ਫਿਰ ਰਾਮ ਰਹੀਮ ਤਾਂ ਮੌਲਾ ਕੀ। ਗੁੱਡ। ਗੱਲ ਐਨੀ ਜੇ ਬਾਬਾ ਆਖੋ, ਗੁਰੂ ਆਖੋ, ਜੋ ਮਰਜ਼ੀ ਆਖੋ, ਲੇਕਿਨ ਗੁਰਬਾਣੀ ਦੇ ਵਿੱਚ ਜੋ 19 ਰਾਗਾਂ ਦਾ ਗੁਲਦਸਤਾ ਹੈ ਉਹਦੀ ਖੁਸ਼ਬੂ ਮਹਿਸੂਸ ਕਰਨ ਦੀ ਲੋੜ ਹੈ। ਔਰ ਉਹ ਆਪਣੇ ਨਾਂ ਦਾ ਪ੍ਰਚਾਰ ਨਹੀਂ ਉਡੀਕ ਰਹੇ। ਉਹ ਜੋ ਫੁੱਲ ਪਏ ਨੇ ਉਹ ਸਿਰਫ ਵੇਖ ਰਹੇ ਨੇ ਕਿ ਸਾਨੂੰ ਵੇਖਣ ਵਾਲੀ, ਸਾਡੀ ਖੁਸ਼ਬੂ ਨੂੰ ਆਪਣੇ ਅੰਦਰ ਉਤਾਰਨ ਵਾਲੀ, ਸਾਡੇ ਰੰਗ ਨੂੰ ਸਮਝਣ ਵਾਲੀ ਹਸਤੀ ਚਾਹੀਦੀ ਹੈ। ਜਿਹੜੇ ਨਾਂ ਦੇ ਨਾਲ ਜਿਹਨੂੰ ਜੋ ਚੰਗਾ ਲੱਗਦਾ ਹੈ ਉਹ ਉਹਨੂੰ ਸਮਝ ਲਵੇ, ਉਹਨੂੰ ਪੜ੍ਹ ਲਵੇ, ਉਹਨੂੰ ਬੁਲਾ ਲਵੇ। ਕਿਉਂਕਿ ਫੁੱਲ ਨੇ ਫੁੱਲ ਹੀ ਰਹਿਣਾ, ਉਹਨੂੰ ਤੁਸੀਂ ਨਾਂ ਜਿਹੜਾ ਵੀ ਦੇ ਲਓ। ਇਸ ਲਈ ਕਿਸੇ ਵੀ ਕਿਸਮ ਦੀ ਬਹਿਸ ਵਿੱਚ ਅਸੀਂ ਨਾ ਪਵੀਏ ਤੇ ਸਾਡਾ ਆਪਣਾ ਜ਼ਾਤੀ ਖਿਆਲ ਹੈ, ਕਿਉਂਕਿ ਅਸੀਂ ਕੋਈ ਅਥੈਂਟਿਕ ਰਾਏ ਨਹੀਂ ਦੇ ਸਕਦੇ ਕਿਸੇ ਵੀ ਚੀਜ਼ ਦੇ ਬਾਰੇ। ਅਸੀਂ ਸਭ ਇਨਸਾਨ ਆ। ਇੱਕ ਟਾਈਮ ਦੇ ਉੱਤੇ ਅਸੀਂ ਇਨਸਾਨ ਇੱਕ ਗੱਲ ਕਰਨੇ ਆ, ਲੇਕਿਨ ਦੂਜੇ ਟਾਈਮ ਦੇ ਉੱਤੇ ਸਾਨੂੰ ਪਤਾ ਲੱਗਦਾ ਹੈ ਕਿ ਨਹੀਂ, ਮੇਰੀ ਆਪਣੀ ਕੀਤੀ ਹੋਈ ਗੱਲ ਹੀ ਗਲਤ ਸੀ। ਸੋ ਅਸੀਂ ਇਨਸਾਨ ਆ, ਅਸੀਂ ਕੋਈ ਗੱਲ ਅਲਟੀਮੇਟ ਨਹੀਂ ਕਰ ਸਕਦੇ। ਸਾਡੀ ਵਕਤ ਦੇ ਨਾਲ ਸਾਡੀ ਸੋਚ ਬਦਲਦੀ ਹੈ, ਸਾਡੇ ਵਿਚਾਰ ਬਦਲਦੇ ਨੇ। ਤੇ ਇਸ ਲਈ ਗੁਰੂ ਕਵੀਏ, ਬਾਬਾ ਕਵੀਏ, ਜੋ ਮਰਜ਼ੀ ਬੁਲਾਈਏ, ਗੱਲ ਹੈ ਕਿ ਜੋ ਉਹਨਾਂ ਨੇ ਗੱਲ ਕੀਤੀ ਅਸੀਂ ਉਹਨੂੰ ਸਮਝ ਪਾ ਰਹੇ ਹਾਂ ਜਾਂ ਨਹੀਂ। ਠੀਕ ਹੈ ਜੀ। 1000% ਠੀਕ ਹੈ ਜੀ ਗੱਲ ਤੁਹਾਡੀ। ਥੈਂਕ ਯੂ ਵੈਰੀ ਮਚ।
ਠੀਕ ਹੈ ਜੀ। ਭਾਈ ਬਹੁਤ ਹਰਬੰਸ ਲਾਲ ਜੀ, ਸ਼ੁਕਰੀਆ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ। ਤੁਸੀਂ ਹੱਥ ਖੜਾ ਕੀਤਾ ਸੀ ਜੀ ਭਾਈ ਹਰਬੰਸ ਲਾਲ, ਫਿਰ ਮੈਂ ਡਾਕਟਰ ਦਵਿੰਦਰ ਸਿੰਘ ਨੂੰ ਵੀ ਲੈਣਾ ਜੀ। ਗਿਆਨੀ ਜੀ हाँ जी। ਕੁਝ ਕਹਿਣਾ ਚਾਹ ਰਹੇ ਜੀ ਨੇ ਮੈਂ ਜੀ। ਗਿਆਨੀ ਜੀ ਨੂੰ ਪੁੱਛ ਲਿਆ ਤੋਂ ਬਾਅਦ ਗਿਆਨੀ ਜੀ वाजी का ਤੁਹਾਨੂੰ खालसा वाजी फतेह। ਤੁਸੀਂ ਅਨਮਿਊਟ ਕਰ ਲਓ ਗਿਆਨੀ अस्सलामुअलैकुम ਜੀ। प्रोफेसर साहब, बड़ी खुशी हुई है ਤੁਹਾਨੂੰ ਸੁਣ ਕੇ। ਇਹਨਾਂ ਦੀ ਇੰਟਰੋਡਕਸ਼ਨ ਆਪਣੇ ਪਹਿਲੇ ਮਿਲੀ ਸੀ, ਖਤੋ ਕਿਤਾਬ ਦੀ ਹੋਈ ਹੈ, ਪਰ ਪਹਿਲੀ ਦਫਾ ਸੁਣਨ ਦਾ ਮੌਕਾ ਮਿਲਿਆ ਹੈਗਾ ਤੇ ਕਿਤਨੀ ਵਿਚਾਰ ਨਾਲ। ਆਈ ਥਿੰਕ ਇਟਸ ਵਨ ਆਫ ਦਾ ਵੈਰੀ ਫਿਊ ਪ੍ਰੈਜੈਂਟੇਸ਼ਨ ਜਿਨ੍ਹਾਂ ਵਿੱਚ ਇਹਨਾਂ ਦੇ ਨਾਮ ਦੀ ਡੈਫੀਨੇਸ਼ਨ ਗੁਰਮਤਿ ਦੇ ਮੁਤਾਬਕ ਕੀਤੀ ਹੈਗੀ। ਬਹੁਤ ਲੋਕੀ ਨਾਮ ਦੀ ਡੈਫੀਨੇਸ਼ਨ ਵਿਦਾਂਤਕ ਸਿਸਟਮ ਨਾਲ ਕਰਦੇ ਹੈਗੇ, ਔਰ ਨਾਮ ਜਪਣਾ ਜਿਹੜਾ ਹੈਗਾ, ਜਪਣੇ ਦਾ ਕੀ ਮਾਇਨਾ ਹੈਗਾ ਕਿ ਘੜੀ ਘੜੀ ਰਿਪੀਟ ਨਾ ਕਰੀ ਜਾਓ, ਬਸ ਜੋ ਮਤਲਬ ਹੈ ਕਿ ਜਪਣਾ ਟੂ ਰੀਅਲਾਈਜ਼ ਟੂ। ਪ੍ਰੋਫੈਸਰ ਸਾਹਿਬ ਨੇ ਕਲੀਅਰ ਕੀਤਾ। ਆਈ ਐਮ ਵੈਰੀ ਇੰਪ੍ਰੈਸ ਕਿ ਸਾਡੇ ਕੋਲ ਇੰਨੇ ਦੂਰ ਰਹਿੰਦੇ ਆ ਕਿ ਪਾਕਿਸਤਾਨ ਜਿੱਥੇ ਸ਼ਾਇਦ ਫੈਸਿਲਿਟੀ ਰਿਸਰਚ ਦੀਆਂ ਘੱਟ ਹੈਗੀਆਂ ਕੰਪੇਅਰ ਟੂ ਇਨ ਇੰਡੀਆ ਐਂਡ ਅਦਰ ਪਲੇਸਿਸ, ਤੇ ਇਹਨਾਂ ਨੇ ਇਤਨੀ ਸਕਾਲਰਸ਼ਿਪ ਇਹਨਾਂ ਕੋਲ ਹੈਗੀ। ਵੀ ਆਰ ਵੈਰੀ ਹੈਪੀ ਐਂਡ ਵੈਲਕਮ। ਇਹ ਮੇਰੇ ਕਮੈਂਟ ਹੈਗੇ ਜੀ। ਥੈਂਕ ਯੂ ਜੀ, ਥੈਂਕ ਯੂ। ਗਿਆਨੀ ਜੀ ਅਮੋਲਕ ਨੂੰ ਕਹਿ ਕੇ ਤੇ ਅਨਮਿਊਟ ਕਰਾ ਲਓ ਆਪਣੇ ਆਪ ਨੂੰ, ਤੁਹਾਡਾ ਮਾਈਕ ਬੰਦ ਹੈ ਜੀ, ਤੇ ਫਿਰ ਮੈਂ ਤੁਹਾਨੂੰ ਲੈ ਲੈਣਾ ਜੀ। ਅਮੋਲਕ ਨੂੰ ਲੱਭ ਕੇ ਕਹਿ ਦਿਓ ਜੀ ਜ਼ਰਾ ਉਹਨੂੰ। ਤੇ ਇਨ ਦੀ ਮੀਨਵਾਈਲ ਹਾਂਜੀ ਕਰ ਲਿਆ ਗਿਆਨੀ ਜੀ? ਹਾਂ ਨਹੀਂ ਹੋਇਆ ਜੀ ਗਿਆਨੀ ਜੀ, ਬੰਦ ਹੈ ਜੀ ਮਾਈਕ। ਤੇ ਮੈਂ ਇਨ ਦੀ ਮੀਨਵਾਈਲ ਡਾਕਟਰ ਦਵਿੰਦਰ ਸਿੰਘ ਨੂੰ ਲੈ ਲੈਣਾ, ਫਿਰ ਆਪਣੇ ਸਰਦਾਰ ਜਸਬੀਰ ਸਿੰਘ ਨੂੰ ਲੈ ਲੈਣਾ ਜੀ। ਹਾਂਜੀ ਡਾਕਟਰ ਦਵਿੰਦਰ ਸਿੰਘ ਜੀ। मैं क्या मेरी दाता ਸੁਣਾਈ ਦੇ ਰਹੀ ਹੈ ਜੀ ਤੁਹਾਡੀ ਆਵਾਜ਼। ਯੈਸ। अच्छा ਸਭ ਤੋਂ ਪਹਿਲਾਂ ਤੇ ਮੈਂ ਇਹਨਾਂ ਦਾ ਸ਼ੁਕਰੀਆ ਕਰਦਾ ਕਿ ਡਾਕਟਰ ਹਰਦੇਵ ਸਿੰਘ ਵਿਰਕ ਸਾਹਿਬ ਨੇ ਮੈਨੂੰ ਕਈ ਵਾਰੀ ਇਹਨਾਂ ਦਾ ਨਾਲ ਇੰਟਰੋਡਿਊਸ ਕਰਾਉਣ ਦੀ ਕੋਸ਼ਿਸ਼ ਕੀਤੀ, ਮੈਂ ਨਹੀਂ ਕਰ ਸਕਿਆ। ਤੇ ਇਹਨਾਂ ਦੀ ਅੱਜ ਸੁਣ ਕੇ ਬੜਾ ਖੁਸ਼ ਹੋਇਆ। ਤੇ ਇਹ ਗੁਰੂ ਨਾਨਕ ਦੀ ਬਾਣੀ ਜਨਮ ਪਾਕਿਸਤਾਨ ਦੇ ਵਿੱਚ ਜ਼ਿੰਦਾ ਰੱਖਣ ਵਾਸਤੇ ਮੈਂ ਇਹਨਾਂ ਨੂੰ ਬੜੀ ਵਧਾਈ ਦਿੰਦਾ ਤੇ ਬੜਾ ਵੱਡਾ ਕੰਮ ਕਰ ਰਹੇ ਨੇ। ਤੇ ਬਾਕੀ ਦਾ ਜਿਹੜਾ ਇੱਥੇ ਕੁਐਸਚਨ ਉੱਠਿਆ ਸੀਗਾ ਵੀ ਬਾਬਾ ਨਾਨਕ ਕਹਿਣਾ ਚਾਹੀਦਾ ਕਿ ਗੁਰੂ ਨਾਨਕ ਕਹਿਣਾ ਚਾਹੀਦਾ, ਤੇ ਮੈਂ ਗੁਰੂ ਨਾਨਕ ਸਾਹਿਬ ਨੂੰ ਫਿਲਾਸਫਰ ਕਹਿੰਦਾ ਜਾਂ ਨੈਚੁਰਲ ਫਿਲਾਸਫਰ ਕਹਿੰਦਾ। ਤੇ ਕਈ ਲੋਕ ਆਬਜੈਕਸ਼ਨ ਕਰਦੇ ਨੇ ਵੀ ਉਹਨਾਂ ਨੂੰ ਫਿਲਾਸਫਰ ਤੁਸੀਂ ਕਿਉਂ ਕਹਿੰਦੇ ਹੋ। ਸਵਾਲ ਹੈਗਾ ਜਿਹੜਾ ਇਹਨਾਂ ਨੇ ਡਾਕਟਰ ਕਾਲਦੀ ਸਾਹਿਬ ਨੇ ਕਿਹਾ, ਠੀਕ ਹੈ, ਤੇ ਉਹਨਾਂ ਦੀ ਬਾਣੀ ਕੀ ਕਹਿੰਦੀ ਹੈਗੀ ਆ, ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈਗਾ। ਤੇ ਉਹ ਕੀ ਕਹਿੰਦੀ ਹੈ ਕਿ ਬਜਾਏ ਉਹਦੇ ਨਾਂ ਦੇ ਮਗਰ ਪਿੱਛੇ ਲੜਾਈ ਕਰਨ ਦੀ ਲੋੜ ਨਹੀਂ ਹੈਗੀ। ਤੋ ਮੈਂ ਇੱਕ ਵਾਰੀ ਫਿਰ ਡਾਕਟਰ ਕਾਲਦੀ ਦਾ ਧੰਨਵਾਦ ਕਰਦਾ ਕਿ ਬੜੀ ਅੱਛੀ ਗੱਲ ਹੈ ਕਿ ਗੁਰੂ ਨਾਨਕ ਦੀ ਬਾਣੀ ਨੂੰ ਤੇ ਸਿੱਖੀ ਨੂੰ ਜਿਹੜਾ ਕਾਇਮ ਪਾਕਿਸਤਾਨ ਦੇ ਵਿੱਚ ਕਾਇਮ ਕੀਤਾ ਹੈ, ਤੇ ਜਿਹੜੇ ਉੱਥੇ ਰੈਗੂਲਰਲੀ ਡਿਸਕਸ਼ਨ ਕਰਦੇ ਹੈ। ਇਟ ਇਜ਼ ਵੈਰੀ ਗੁੱਡ। ਆਈ ਹਾਈਲੀ ਐਪਰੀਸ਼ੀਏਟ। ਥੈਂਕ ਯੂ ਵੈਰੀ ਵੈਰੀ। ਥੈਂਕ ਯੂ ਡਾਕਟਰ ਦਵਿੰਦਰ ਸਿੰਘ ਜੀ। ਗਿਆਨੀ ਜੀ ਹੁਣ ਤੁਹਾਡਾ ਮਾਈਕ ਅਨਮਿਊਟ ਹੈ ਤੇ ਤੁਸੀਂ ਕਰੋ ਗੱਲ ਜੀ। ਅੱਛਾ ਜੀ। ਹਾਂਜੀ ਪਲੀਜ਼। ਮੈਂ ਇਹਨਾਂ ਦਾ ਬੀਬੀ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਪਹਿਲੇ, ਤੇ ਸ਼ੁਕਰੀਆ ਤੇ ਅਸੀਂ ਸਾਰੇ ਕਰ ਰਹੇ ਹਾਂ। ਕੋਈ ਮੇਰੇ ਕੋਲ ਤੇ ਪ੍ਰੋਪਰ ਕੋਈ ਐਸੇ ਲਫ਼ਜ਼ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਇਹਨਾਂ ਨੂੰ ਕਵਾਂ, ਕਿਉਂਕਿ ਇਹਨਾਂ ਨੇ ਜੋ ਜਿਸ ਤਰੀਕੇ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਸਾਨੂੰ ਇਹ ਗੱਲ ਸੋਚਣ ਦੀ ਲੋੜ ਹੈ ਕਿ ਅਸੀਂ ਨਾਮ ਲਈ ਕਿਸ ਤਰ੍ਹਾਂ ਸੋਚਦੇ ਹਾਂ। ਲੈਟਸ ਰਿਅਲਾਈਜ਼ ਟੂ ਸੈਲਫ। ਕਿਤਨੀ ਵਾਰੀ ਇਹ ਸਵਾਲ ਅਸੀਂ ਕਰਦੇ ਹਾਂ ਕਿ ਕਿਹੜਾ ਨਾਮ ਜਪੀਏ, ਕਿਹੜਾ ਨਾਮ ਜਪੀਏ, ਕਿਹੜਾ। ਜੇ ਬਾਣੀ ਪੜ੍ਹਦੇ ਹੋ ਤੇ ਤੁਹਾਨੂੰ ਸ਼ੱਕ ਕਿਉਂ ਰਹੇਗਾ ਕਿਹੜਾ ਨਾਮ ਜਪੀਏ। ਬਾਣੀ ਪੜ੍ਹੀਏ, ਉਹਨੂੰ ਸਮਝੀਏ। ਔਰ ਅੱਜ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਜਪਜੀ ਪੜ੍ਹਦੇ ਹੋ ਉਹਨਾਂ ਵਾਸਤੇ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਦਾ। ਮੈਂ ਪੁੱਛਣਾ ਚਾਹੁੰਦਾ ਵੀ ਇੱਕ ਲਾਈਨ ਹੈਗੀ ਹੈ ਜਪਜੀ ਸਾਹਿਬ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ 2 ਵਾਰੀ ਵਰਤੀ ਹੈ।
ਔਰ 2 ਵਾਰੀ ਇਸ ਲਈ ਉਹ ਵਰਤੀ ਹੈ ਕਿ ਕਨਸੈਪਟ ਇੱਕ ਹੈ। ਕਿ ਅਗਰ ਕੋਈ ਭੈਣ ਕੋਈ ਵੀਰ ਇਸ ਗੱਲ ਨੂੰ ਦੱਸੇਗਾ ਤੇ ਮੈਨੂੰ ਬਹੁਤ ਬੜਾ ਸੁੱਖ ਮਿਲੇਗਾ ਔਰ ਮੈਂ ਉਹਦਾ ਰਿਣੀ ਹੋਵਾਂਗਾ। ਸੋ ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ। ਮੇਰੀ ਕਿੰਨੀ ਚੰਗੀ ਕਿਸਮਤ ਹੁੰਦੀ ਵੀ ਜੇ ਇਹ ਮੇਰੀ ਛੋਟੀ ਭੈਣ ਹੁੰਦੀ ਤੇ। ਥੈਂਕ ਯੂ ਬੀਬੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਤੁਹਾਡੇ ਛੋਟੇ ਭੈਣ ਹੀ ਹੈ ਗਿਆਨੀ ਜੀ, ਫਿਕਰ ਨਾ ਕਰੋ, ਭੈਣ। ਇਹਨਾਂ ਦੀ ਭੈਣ ਹੈ ਜੀ। ਹਾਂਜੀ ਮੈਂ ਗਿਆਨੀ ਜੀ ਹਰਬੀਰ ਭੈਣ ਹੋਣ ਲਈ ਕੋਈ ਘਰ ਵਿੱਚ ਪੈਦਾ ਹੋਣਾ ਜ਼ਰੂਰੀ ਨਹੀਂ ਹੁੰਦਾ। ਹੇਅਰ ਯੂ ਗੋ। ਥੈਂਕ ਯੂ ਜੀ, ਥੈਂਕ ਯੂ। ਵਾਹ ਜੀ ਵਾਹ। ਹਰਬੀਰ ਜੀ ਮੈਂ ਤੁਹਾਨੂੰ ਪੁੱਛਦਾ, ਪਰ ਪਹਿਲਾਂ ਸਰਦਾਰ ਜਸਬੀਰ ਸਿੰਘ ਜੀ ਨੇ ਹੱਥ ਖੜਾ ਕੀਤਾ ਹੋਇਆ ਸੀ, ਤੇ ਮੇਰੀ ਬੇਨਤੀ ਹੈ ਕਿ ਜਿਹੜੇ ਕੁਐਸਚਨ ਕਰ ਚੁੱਕੇ ਆ ਉਹ ਆਪਣਾ ਹੱਥ ਹੁਣ ਹੇਠਾਂ ਕਰ ਲਓ ਜੀ, ਥੱਕ ਜਾਂਦਾ ਜੀ, ਹੇਠਾਂ ਕਰ ਲਓ ਪਲੀਜ਼। ਹਾਂਜੀ ਜਸਬੀਰ ਜੀ। ਨਹੀਂ ਅੰਕਲ, ਤੁਸੀਂ ਪਾਪਾ ਨੂੰ ਜਾਣ ਦਿਓ ਪਹਿਲੇ। ਮੈਂ ਤਾਂ ਬਹੁਤ ਖੁਸ਼ ਹਾਂ। ਇਹ ਮੇਰੀ ਛੋਟੀ ਭੈਣ ਹੈਗੀ ਹੈ ਆਸਮਾ, तो मैंने तो बहुत अच्छा लगा। मैं तो हंसी जा रही है, ना हंसी नहीं मतलब स्माइल करी जा रही खुशी। तो मैं अपना क्वेश्चन पूछांगी पापा तो बाद ਜ਼ਰੂਰ। ਹਾਂਜੀ ਤੁਹਾਡੇ ਤੋਂ ਪੁੱਛਾਂਗੇ ਜੀ, ਰਾਈਟ। ਅੱਛਾ ਮੈਂ ਹਾਂਜੀ, ਪੁੱਛਣਾ ਇਹ ਸੀ ਕਿ ਉਹ ਪਾਪਾ ਸਤਿ ਤੁਹਾਡੇ। ਸ਼੍ਰੀ ਅਕਾਲ ਜੀ। ਹਾਂਜੀ ਕੁਲਵੀਰ ਜੀ, ਡਾਕਟਰ ਸਰਦਾਰ ਜਸਬੀਰ ਸਿੰਘ ਜੀ, ਰਾਈਟ। ਹਾਂਜੀ, ਤੋ ਭੈਣ ਦਾ ਸ਼ਬਦ ਹੋਇਆ, ਮੈਂ ਪਹਿਲਾਂ ਹੀ ਲੱਗਿਆ ਸੀ ਭੈਣ ਆਸਮਾ, ਕਿਉਂਕਿ ਇਹਨਾਂ ਨਾਲ ਸਾਡਾ ਹੋਈ ਸੰਪਰਕ ਹੈ। ਤੇ ਮੈਂ ਤਾਂ ਭੈਣ ਹੀ ਕਹਿਣਾ, ਭਾਵੇਂ ਬਹੁਤ ਛੋਟੇ ਨੇ ਮੇਰੇ ਤੋਂ। ਆਪ ਜੀ ਦਾ ਬਹੁਤ 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 ਤਹਿ ਦਿਲ ਤੋਂ ਧੰਨਵਾਦ। ਕਈ ਗੱਲਾਂ ਅੱਜ ਆਪ ਜੀ ਨੇ ਅੱਜ ਕਲੀਅਰ ਕਰ ਦਿੱਤੀਆਂ ਹਨ, ਸਫਾਈ ਬੜੇ ਅੱਛੇ ਤਰੀਕੇ ਨਾਲ ਸਮਝਾ ਦਿੱਤੀਆਂ ਹਨ। ਪਰ ਫਿਰ ਵੀ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਹੈ, ਸਿਮਰਨ ਦੀ ਗੱਲ ਆਉਂਦੀ ਹੈ, ਨਾਮ ਸਿਮਰ 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 ਪ੍ਰਭ ਆਪਣਾ, ਗੁਰਬਾਣੀ ਵਿੱਚ ਕਿਹਾ ਜਾਂਦਾ ਹੈ, ਸਰਵ ਧਰਮ में श्रेष्ठ धर्म हर को नाम जप कर निर्मल कर। ਆਪ ਜੀ ਨੇ ਕਿਹਾ ਕਿ ਨਾਮ ਜਿਹੜਾ ਹੈ ਉਹ ਕਰਨੀ ਹੈ। ਕਰਨੀ ਦਾ ਭਾਵ ਹੈ ਨਿਰਮਲ ਕਰਮ, ਦਾਨ ਭਾਵ ਦੇਣਾ, ਸਾਂਝ ਪੈਦਾ ਕਰਨੀ, ਸਾਂਝੇ ਤਰੀਕੇ ਨਾਲ ਕੰਮ ਕਰਨੇ। ਠੀਕ ਹੈ, ਬਿਲਕੁਲ ਠੀਕ ਹੈ। ਲੇਕਿਨ ਜਦ ਗੁਰਬਾਣੀ ਕਹਿੰਦੀ ਹੈ ਵੀ ਨਾਮ ਜਪੋ ਔਰ ਕਰਨੀ ਵੀ ਕਰੋ, ਦੋਵੇਂ ਕੰਮ। ਹੁਣ ਇਹਨਾਂ ਨੂੰ ਇਹ ਜੋ ਡਿਸਟਿੰਕਸ਼ਨ ਥੋੜੀ ਜਿਹੀ ਪੈਦਾ ਕਰ ਦਿੱਤੀ ਇਸ ਤੁਕ ਦੇ ਅੰਦਰ, ਹਰ ਕੋ ਨਾਮ ਜਪ ਕਰ ਨਿਰਮਲ ਕਰਮ, ਤਾਂ ਫਿਰ ਜਪਣ ਵਾਸਤੇ ਕੁਝ ਨਾ ਕੋਈ ਨਾਮ ਦੀ ਲੋੜ ਹੁੰਦੀ ਹੈ। ਭਾਵੇਂ ਅਸੀਂ ਕਹਿਣਾ ਸਵੇਰੇ ਉੱਠਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ, ਇਹ ਇੱਕ ਨਾਮ ਹੈ। ਭਾਵੇਂ ਹੋਰ ਵੀ ਕੋਈ ਵੀ ਸ਼ਬਦ ਤੁਹਾਨੂੰ ਚੰਗਾ ਲੱਗਦਾ ਹੈ, ਉਹ ਵੀ ਨਾਮ ਹੈ। ਸਾਰੀ ਸ੍ਰਿਸ਼ਟੀ ਦਾ ਨਾਮ ਹੈ। ਸੋ ਇਹ ਨਾਂ ਦੇ ਵਿੱਚ ਦੋ ਜਗ੍ਹਾ ਤੇ ਖਾਲੀ ਕਰਨੀ ਹੀ ਨਹੀਂ ਹੈ, ਉਹਨੂੰ ਯਾਦ ਕਰਨ ਵਾਸਤੇ ਵੀ ਵੇਲੇ ਕੁ ਵੇਲੇ ਸਾਨੂੰ ਕੋਈ ਨਾ ਕੋਈ ਨਾਂ ਜਿਹੜਾ ਕਿ ਅਸੀਂ ਸਾਨੂੰ ਪਿਆਰਾ ਲੱਗਦਾ ਹੋਵੇ। ਚੌਥੀ ਪੌੜੀ ਸਭ ਕਹਿੰਦੇ ਹਨ, ਸਾਚਾ ਸਾਹਿਬ ਸਾਚ ਨਾਏ ਭਾਖਿਆ ਪਉ ਅਪਾਰ, ਜਿਹੜੇ ਬੜੇ ਹੀ ਪ੍ਰੇਮ ਡਿਵੋਸ਼ਨ ਸ਼ਰਧਾ ਨਾਲ ਲਿਆ ਜਾਵੇ, ਉਹੀ ਨਾਂ ਹੈ ਉਹਦਾ। ਸੋ ਸੰਗਿਆਨੀ ਜੀ ਨੇ ਕਿਹਾ ਹੈ ਨਾਮ ਇੱਕ ਨਹੀਂ ਹੈ, ਉਹਦਾ ਬੇਅੰਤ ਨਾਮ ਹੈ, ਉਹ ਭੈ ਵੀ ਬੇਨਾਮ ਹੈ, ਜਿਸ ਸਾਹਿਬ ਜੀ ਨੇ ਕਿਹਾ। ਸੋ ਇਹ ਗੱਲ ਮੈਂ ਤੁਹਾਡੇ ਕੋਲ ਪੁੱਛਣੀ ਚਾਹੁੰਦਾ, ਇਹਨੂੰ ਫਿਰ ਵੀ ਕਿਸ ਤਰ੍ਹਾਂ ਕਲੈਰੀਫਾਈ ਕਰਦੇ ਹੋ, ਜਪਨਾ ਸਿਮਰਨਾ ਔਰ ਕਰਨੀ ਵੀ। ਹਾਂਜੀ ਜੀ, ਤੁਸੀਂ ਗੱਲ ਠੀਕ ਕਰ ਰਹੇ ਜੇ। ਨਾਮ ਜਪਨ ਦੀ ਗੱਲ ਹੈ ਜਿਹੜੀ, ਉਹ ਅਸੀਂ ਸਿਰਫ ਇਸ ਲਈ ਕੀਤੀ ਹੈ ਕਿ ਸਿਰਫ ਉਹ ਜ਼ੁਬਾਨ ਤੱਕ ਨਾ ਰਹੇ। ਜੀ, ਸੁਲਤਾਨ ਬਾਹੂ ਸਾਹਿਬ ਲਿਖਦੇ ਨੇ ਕਿ ਤੇ ਤਸਬੀਹ ਫੇਰੀ ਤੇ ਦਿਲ ਨਾ ਫਿਰਿਆ, ਕੀ ਲੈਣਾ ਤਸਬੀਹ ਫੜ ਕੇ ਹੋ, ਚਿੱਲਾ ਕਟਿਆ ਤੇ ਕੁਝ ਨਾ ਖਟਿਆ, ਕੀ ਲੈਣਾ ਚਿਲਿਆਂ ਵੜ ਕੇ ਹੋ, ਇਲਮ ਪੜਿਆ ਤੇ ਅਦਬ ਨਾ ਸਿੱਖਿਆ, ਕੀ ਲੈਣਾ ਇਲਮ ਨੂੰ ਪੜ ਕੇ ਹੋ, ਜਾਗ ਬਿਨਾ ਦੁੱਧ ਜੰਮਦੇ ਨਾ ਬਾਹੂ, ਭਾਵੇਂ ਲਾਲ ਹੋਵਨ ਕੜ ਕੜ ਕੇ ਹੋ। ਜਾਗ ਲੱਗਣ ਜ਼ਰੂਰੀ ਹੈ। ਜਦੋਂ ਅਸੀਂ ਜ਼ੁਬਾਨ ਤੋਂ ਕੋਈ ਨਾਮ ਜਪ ਰਹੇ ਹਾਂ ਤੇ ਸਾਡਾ ਦਿਲ ਅਗਰ ਉਹਨੂੰ ਨਹੀਂ ਜਪ ਰਿਹਾ ਤੇ ਫਿਰ ਉਹ ਨਾਮ ਜਪਣ ਨਹੀਂ ਹੈ। ਠੀਕ ਹੈ। ਹਾਂ, तो दिल जपेगा ना, पहले जुबान बोलेगी, जपेगी, दिल विच ओ नाम समाएगा ते ओ अपने आप कर पैरां राही करनी विच आएगा। वेरी गुड। एक ठीक है जी। हाँ जी, हुण बेटी बोल लवे जी, डैडी तो बोल चुके हैं जी। हाँ जी
ਪਹਿਲੀ ਗੱਲ ਹੈ ਕਿ ਆਸਮਾ ਮੇਰੇ ਤੋਂ ਵੀ ਛੋਟੀ ਹੈਗੀ ਆ, ਪਰ ਪਾਪਾ ਉਹਨਾਂ ਨੂੰ ਭੈਣ ਕਹਿ ਰਹੇ ਨੇ, ਉਹ ਨਾ ਗੱਲ ਹੈਗੀ ਹੈ। ਚਲੋ ਪਰ ਕੋਈ ਗੱਲ ਇੱਕ ਤਰੀਕਾ ਹੈ ਨਹੀਂ ਨਹੀਂ, ਪਿਆਰ ਮੈਂ ਦਾ। ਤਾਂ ਪਿਆਰ ਨਾਲ ਕਹਿ ਰਹੀ ਸੀ, ਮਜ਼ਾਕ ਨਾਲ। ਪਰ ਮੈਨੂੰ ਬਹੁਤ ਅੱਛਾ ਲੱਗਿਆ ਆਸਮਾ ਭੈਣ ਮੇਰੀ, ਕਿ ਯੂ نو ਜੋ ਤੁਸੀਂ ਗੱਲ ਕਰ ਰਹੇ ਸੀ ਹੁਣੇ ਨਾਮ ਦੇ ਬਾਰੇ, ਕਿ ਵਾਈ देयर ਹਰ ਚੀਜ਼ ਦਾ ਨਾਂ ਕਿਉਂ ਹੁੰਦਾ ਹੈ। ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹ ਹਰ ਨਾਮ ਦਾ ਮਤਲਬ ਇਹ ਨਹੀਂ ਸੀ ਕਿ ਨਾਂ ਨਹੀਂ ਹੋਣਾ ਚਾਹੀਦਾ, ਕਿ ਜੋ ਤੁਸੀਂ ਕਹਿ ਰਹੇ ਹੋ ਕਿ ਨਾਂ ਦਾ ਯੂਜ਼ ਕਰਨਾ ਨਹੀਂ ਚਾਹੀਦਾ, ਕਿ ਕਹਿ ਰਹੇ ਹੋ ਕਿ ਕਰਨਾ ਚਾਹੀਦਾ, ਬਿਕਾਜ਼ ਉਹ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ, ਕੋਈ ਬੋਲੇ ਖੁਦਾ ਹੈ, ਕੋਈ ਬੋਲੇ ਗੁਸਈਆ, ਕੋਈ ਬੋਲੇ ਅੱਲਾ ਹੈ, ਰਾਈਟ। ਫਿਰ ਅਸੀਂ ਫਿਰ ਵੀ ਕਹਿੰਦੇ ਆ ਅਵਲੇ ਅੱਲਾ ਨੂਰ ਪਾਏ। ਸੋ ਫਿਰ ਮਤਲਬ ਕੁਦਰਤ ਕੇ ਸੰਬੰਧ ਹੈ, ਉਸ ਦੋ ਜੋ ਸ਼ਬਦ ਨੇ ਉਹ ਵਾਪਸ ਉਸ ਚੀਜ਼ ਤੇ ਆ ਜਾਂਦੇ ਨੇ ਕਿ ਹਾਂ ਤੁਸੀਂ ਸਾਰੇ ਇੱਕ ਸੇਮ ਚੀਜ਼ ਦੀ ਗੱਲ ਕਰ ਰਹੇ ਹੋ। ਪਰ ਮੈਨੂੰ ਸਮਝ ਆਈ ਸੀ ਕਿ ਅਸੀਂ ਕਹਿ ਰਹੇ ਹਾਂ ਕਿ ਬਹੁਤ ਨਾਂ ਹੈਗੇ ਆ ਸੇਮ ਚੀਜ਼ ਦੇ, ਨਾ ਇਹ ਕੋਈ ਨਾਂ ਨਹੀਂ ਹੋਣਾ ਚਾਹੀਦਾ। ਤੁਸੀਂ ਕੀ ਬੋਲੋਗੇ ਇਸ ਦੇ ਬਾਰੇ, ਕੀ ਦੱਸੋਗੇ ਇਸ ਦੇ ਬਾਰੇ? ਹਾਂਜੀ, ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜਿਹੜੇ ਸਾਡੇ ਵੱਖਰੇ ਨਾਂ ਨੇ ਨਾ, ਜਿਸ ਤਰ੍ਹਾਂ ਸਾਡਾ ਨਾਂ ਆਸਮਾ ਹੈ, ਤੁਹਾਡਾ ਹਰਬੀਰ ਹੈ, ਅਸੀਂ ਮੁਸਲਮਾਨ ਆ, ਤੁਸੀਂ ਸਿੱਖ ਹੋ, ਠੀਕ ਹੈ, ਤੁਸੀਂ ਵਾਹਿਗੁਰੂ ਬੋਲਦੇ ਹੋ, ਅਸੀਂ ਅੱਲਾ ਬੋਲਦੇ ਹਾਂ। ਇਹਨਾਂ ਬਾਉਂਡਰੀਜ਼ ਨੂੰ ਜਦੋਂ ਅਸੀਂ ਖਤਮ ਕਰਾਂਗੇ ਨਾ, ਤੇ ਫੇਰ ਨਾਮ ਜਪਣ ਹੋਏਗਾ। ਜਦੋਂ ਅਸੀਂ ਕਹਿੰਦੇ ਆ ਨਾ ਕਿ ਮੇਰਾ ਰੱਬ ਤੇ ਵਧੀਆ ਏ ਤੇ ਦੂਜੇ ਦਾ ਗੁਰੂ ਨਹੀਂ ਠੀਕ, ਹਾਂ, ਉਹ ਨਾਮ ਜਪਣ ਨਹੀਂ ਹੈ। ਕਿਉਂਕਿ ਕੋਈ ਵੀ ਮਜ਼ਹਬ ਤੁਹਾਨੂੰ ਲੜਨਾ ਨਹੀਂ ਸਿਖਾਉਂਦਾ, ਕੋਈ ਵੀ ਮਜ਼ਹਬ ਤੁਹਾਨੂੰ ਡਿਵਾਈਡ ਕਰਨਾ ਨਹੀਂ ਸਿਖਾਉਂਦਾ। ਜਿਹੜਾ ਨਾਮ ਛੱਡਣ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਇਹ ਨਾਂ ਹੈ। ਆਸਮਾ ਔਰ ਹਰਬੀਰ ਨਾਮ ਹੀ ਹੋਵੇ ਤੇ ਕੋਈ ਫਰਕ ਨਹੀਂ ਪੈਂਦਾ, ਸਾਡੀ ਸਾਂਝੀ ਪਛਾਣ ਫੇਰ ਵੀ ਮੌਜੂਦ ਹੈ ਕਿ ਅਸੀਂ ਇਨਸਾਨ ਹਾਂ। ਵੈਰੀ ਗੁੱਡ, ਮੈਨੂੰ ਸਮਝ ਆ ਦੀ ਗਈ। ਪਛਾਣ ਮੌਜੂਦ ਹੈ, ਠੀਕ ਹੈ। ਜਿਹੜੇ ਸਾਡੇ ਨਾਂ ਨੇ ਨਾ, ਇਹ ਨਾਂ ਨੇ ਸਿਰਫ ਇਸ ਲਈ ਕਿ ਅਸੀਂ ਬੁਲਾ ਸਕੀਏ। ਜਿਸ ਤਰ੍ਹਾਂ ਸ਼ੁਰੂ ਵਿੱਚ ਡਾਕਟਰ ਸਚਦੇਵ ਜੀ ਨੇ ਕਿਹਾ ਨਾ ਕਿ ਉਹਨਾਂ ਆਸਮਾ ਨੇ ਕਿਹਾ ਕਿ ਇੰਟਰੋਡਕਸ਼ਨ ਨਹੀਂ ਕਰਾਣਾ। ਉਹ ਇੰਟਰੋਡਕਸ਼ਨ ਕੀ, ਕਹਾਣੀ ਤੇ ਫਿਰ ਉਹੀ ਹੋ ਜਾਏਗੀ। ਅਸੀਂ ਉਸ ਕਹਾਣੀ ਨੂੰ, ਉਹ ਜੋ ਸਿਸਟਮ ਦੀ ਦਿੱਤੀ ਹੋਈ ਕਹਾਣੀ ਹੈ, ਜਿਹਨੇ ਸਾਨੂੰ ਨਾਂ, ਗ੍ਰੇਡ, ਦਰਜਾ, ਪ੍ਰੋਫੈਸਰੀ ਵਿੱਚ ਕੈਦ ਕੀਤਾ ਹੋਇਆ ਹੈ, ਇਹ ਜਿਹੜਾ ਕਲੈਕਟਿਵ ਨੇਮ ਹੈ, ਇਹ ਸਾਨੂੰ ਉਹਦੇ ਤੋਂ ਆਜ਼ਾਦ ਕਰਦਾ ਹੈ। ਉਸ ਆਜ਼ਾਦੀ ਲਈ ਹੀ ਅਸੀਂ ਆਪਣਾ ਜਿਹੜਾ ਇੰਡੀਵਿਜੂਅਲ ਨੇਮ ਹੈ ਉਹਨੂੰ ਛੱਡਣਾ ਹੈ। ਕਿਉਂਕਿ ਜ਼ਿੰਦਗੀ ਕਲੈਕਟਿਵ ਵਿੱਚ 5 ਤੱਤ ਇਕੱਠੇ ਹੁੰਦੇ ਨੇ ਤੇ ਜੀਵਨ ਬਣਦਾ ਹੈ। 5 ਸੈਂਸਿਸ ਇਕੱਠੀਆਂ ਹੋ ਕੇ ਕੰਮ ਕਰਦੀਆਂ ਨੇ ਤੇ ਸਾਨੂੰ ਪਤਾ ਲੱਗਦਾ ਹੈ ਕਿ ਕੀ ਸਵਾਦ ਹੈ ਤੇ ਕੀ ਵੇਖ ਰਹੇ ਆ ਤੇ ਕੀ ਛੋ ਰਹੇ ਆ, ਉਹਦੇ ਬਗੈਰ ਨਹੀਂ ਹੈ। ਸੋ ਨਾਮ ਜਿਹੜਾ ਹੈ ਜੋ ਅਸੀਂ ਛੱਡਣਾ ਹੈ, ਉਹ ਨਾ ਛੱਡਣਾ ਹੈ ਜਿਹੜਾ ਸਿਸਟਮ ਨੇ ਸਾਨੂੰ ਦਿੱਤਾ ਹੋਇਆ। ਜਿਹੜਾ ਸਾਂਝਾ ਨਾਂ ਹੈ, ਜਿਹਨੇ ਸਾਨੂੰ ਸਾਂਝ ਦੀ ਸਮਝ ਦੇਣੀ ਹੈ ਔਰ ਜਿਹਨੇ ਸਾਨੂੰ ਜ਼ਿੰਦਾ ਰੱਖਣਾ ਹੈ, ਉਹ ਕਿਸੇ ਵੀ ਜ਼ੁਬਾਨ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਉਹ ਜਦੋਂ ਅਸੀਂ ਜ਼ੁਬਾਨ ਦੇ ਨਾਲ ਬੋਲਿਆ ਤੇ ਉਹਦਾ ਦਿਲ ਸਮਾਣਾ ਜ਼ਰੂਰੀ ਹੈ। ਅਗਰ ਉਹ ਦਿਲ ਤੋਂ ਨਹੀਂ ਬੋਲਿਆ, ਸਿਰਫ ਜ਼ੁਬਾਨ ਤੋਂ ਬੋਲਿਆ, ਤੇ ਫਿਰ ਉਹ ਫਾਇਦਾ ਕੋਈ ਨਹੀਂ ਬੋਲਣ ਦਾ। ਗੱਲ ਤਾਂ ਬਣਨੀ ਹੈ ਕਿ ਜਿੰਨੀ ਦਫਾ ਜ਼ੁਬਾਨ ਤੋਂ ਬੋਲਣਾ ਹੈ, ਉਨੀ ਵਾਰੀ ਦਿਲ ਤੋਂ ਵੀ ਬੋਲਣਾ ਹੈ। ਦਿਲ ਤਾਂ ਸਾਫ਼ ਹੋਣਾ ਹੈ, ਕਿਉਂਕਿ ਦਿਲ ਹੈ ਜਿਹੜਾ ਉਹ ਬਲੱਡ ਸਰਕੂਲੇਟ ਕਰ ਰਿਹਾ। ਜਿੰਨਾ ਉਹ ਸਾਫ਼ ਹੋਵੇਗਾ, ਉਹਨਾਂ ਬਲੱਡ ਸਾਫ਼ ਹੋ ਕੇ ਪੂਰੀ ਬੋਡੀ ਜਾਏਗਾ, ਤੇ ਜਿੱਥੇ ਜਿੱਥੇ ਜਾਏਗਾ ਉੱਥੇ ਜਿਹੜੀ ਨੈਗੇਟਿਵਿਟੀ ਮੌਜੂਦ ਹੈ ਉਹਨੂੰ ਕਲੀਅਰ ਕਰਦਾ ਜਾਏਗਾ ਔਰ ਪਿਉਰੀਫਾਈ ਕਰਦਾ ਜਾਏਗਾ। ਆਟੋਮੈਟਿਕਲੀ ਜਿਹੜੇ ਘਰ ਪੈਰ ਨੇ ਉਹ ਸਾਂਝੇ ਕੰਮ ਦੇ ਵਿੱਚ ਆ ਜਾਣਗੇ। ਜੀ। ਸੋ ਇਸ ਲਈ ਦਿਲ ਔਰ ਜ਼ੁਬਾਨ ਦਾ ਇਕੱਠਾ ਹੋਣਾ ਜ਼ਰੂਰੀ ਹੈ। ਠੀਕ ਹੈ। Yeah, that makes a lot of sense. I appreciate that definition. Now it makes sense to me. Thank you, dear. Thank you ਜੀ। ਇੱਕ ਪਿਆਰੋ ਬੇਨਤੀ ਹੈ ਕਿ ਤੁਸੀਂ ਜਿਹੜੇ ਬੋਲ ਚੁੱਕੇ ਹੋ ਨਾ, ਉਹ ਆਪਣਾ ਹੱਥ ਹੇਠਾਂ ਕਰ ਲਓ ਤੇ ਮੈਨੂੰ ਥੋੜੀ ਆਸਾਨੀ ਹੋ ਜਾਂਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਭੈਣ ਜੀ ਆਸਮਾ ਜੀ, ਤੁਸੀਂ ਨਾ ਨਾਂ ਪੁੱਛੇ ਸੀ ਕਿਤਾਬਾਂ ਦੇ ਕਿਸੇ ਨੇ, ਜੇ ਤੁਸੀਂ ਚੈਟ ਬਾਕਸ ਲਿਖ ਸਕਦੇ ਹੋ ਨਾਲ ਤਾਂ ਜ਼ਰਾ ਨਾਂ ਲਿਖ ਦਿਓ ਜੀ। ਤੇ ਹਾਂਜੀ, ਹੁਣ ਸਰਦਾਰ ਪ੍ਰਿੰਸੀਪਲ ਜਸਬੀਰ ਸਿੰਘ ਜੀ, ਤੁਸੀਂ ਗੱਲ ਕਰ ਲਓ, ਫਿਰ ਸਰਦਾਰ ਕਵਨੀਤ ਹੈ ਤੇ ਫਿਰ ਕੰਵਲ ਹੈ ਜੀ। ਹਾਂਜੀ ਪ੍ਰਿੰਸੀਪਲ ਜਸਬੀਰ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਮੈਂ ਭੈਣ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਦ ਵੇ ਸ਼ੀ ਹੈਜ਼ ਐਕਸਪਲੇਨ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਦੋਂ
ਮੇਰੀ ਭੈਣ ਬੋਲ ਰਹੀ ਸੀ ਤੇ ਉਹਨਾਂ ਦੀ ਰਸਮਾਂ ਦੇ ਉੱਤੇ ਫਰੀਦ ਤੇ ਗੁਰੂ ਨਾਨਕ ਬੋਲ ਰਿਹਾ ਸੀ। ਵਾਹਿਗੁਰੂ ਸੋ ਮੇਰੇ ਕੋਲ ਲਫ਼ਜ਼ ਕੋਈ ਨਹੀਂ ਆ। ਜੋ ਸਰਦਾਰ ਜਸਵੰਤ ਸਿੰਘ ਜੀ ਤੁਸੀਂ ਪਹਿਲਾਂ ਕਹਿ ਦਿੱਤੇ ਕਿ ਮੇਰੇ ਕੋਲ ਲਫ਼ਜ਼ ਕੋਈ ਨਹੀਂ ਹੈ, ਇੱਥੇ ਆ ਕੇ ਲਫ਼ਜ਼ ਮੁੱਕ ਜਾਂਦੇ ਹਨ। ਜੀ ਦੂਸਰੀ ਗੱਲ, ਜਾਣ ਕੇ ਭੈਣ ਕੀਤੀ ਜੀ ਨੇ ਹੋਈ ਜਿਸ ਕੋਈ ਤਰੀਕੇ ਨਾਲ ਬੋਲ ਰਹੇ ਨਾਮ ਦੀ ਦੂਜੇ ਵਿਆਖਿਆ ਕੀਤੀ ਹੈ, ਸ਼ਾਇਦ ਅੱਜ ਤੱਕ ਇਹੋ ਜਿਹਾ ਕੋਈ ਨਹੀਂ ਕਰ ਸਕਿਆ। ਮੇਰੇ ਵੀਰ ਜੀ ਨੇ ਜਿਹੜੀ ਗੱਲ ਕਹੀ ਨਾ, ਉਹ ਤਾਂ ਗੱਲ ਗੁਰਬਾਣੀ ਕਲੀਅਰ ਕਰਦੀ, ਜੋ ਭਟੀਆ ਸਾਹਿਬ ਕਹਿ ਰਹੇ ਸੀ ਕਿ ਕਿਰਤਮ ਨਾਮ ਕਥਾ ਤੇ ਰਿਜੇ ਬਾ ਸਤ ਨਾਮ ਤੇਰਾ ਪਰਾ ਪ੍ਰਭਲਾ, ਯੂ ਆਰ ਦ ਅਲਟੀਮੇਟ ਟਰੁਥ। ਬਾਕੀ ਜੋ ਕੁਛ ਹੈ ਸਭ ਕੁਝ ਉਹਦੀ ਹੋਂਦ ਨਹੀਂ ਹੈ। ਤਾਂ ਗੁਰਬਾਣੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਨਾਮ ਦਾ ਮਤਲਬ ਹੀ ਹੈ ਜਦੋਂ ਮੇਰੇ ਅੰਦਰੋਂ ਮੈਂ ਖਤਮ ਹੋ ਜਾਵੇ, ਜਦੋਂ ਡੁਅਲਿਟੀ ਖਤਮ ਹੋ ਜਾਵੇ, ਮੇਰਾ ਮੁਝ में कुछ नहीं, जो कुछ है सो तेरा। जो तू है मैं खत्म हो जावे, ਤੇ ਆਪਣੇ ਆਪ ਤੋਂ ਹਉਮੈ ਨੂੰ ਖਤਮ ਕਰਨਾ ਹੀ ਅਸਲੀ ਨਾਮ ਹੈ। ਨਾਮ ਦਾ ਮਤਲਬ ਹੀ ਇਹੀ ਹੈ ਕਿ ਜਪਣ ਦਾ ਮਤਲਬ ਹੀ ਹੈ ਕਿ ਜਦੋਂ ਆਪਣੇ ਆਪ ਤੋਂ ਆਪਾ ਖਤਮ ਕਰਕੇ ਤੇ ਇੱਕ ਨਾਲ ਜੁੜ ਜਾਣਾ। ਬਸ ਇਹਨੇ ਸ਼ਬਦ ਮੇਰੇ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਥੈਂਕ ਕਾ ਯੂ ਜੀ ਖਾਲਸਾ। ਪ੍ਰਿੰਸੀਪਲ ਜੀ, ਥੈਂਕ ਯੂ ਜੀ। ਸਰਦਾਰ ਕਵਨੀਤ ਸਿੰਘ ਜੀ ਤੇ ਫਿਰ ਮੈਂ ਬੋਲੂ ਲੈਣਾ ਜੀ। ਅਨਮਿਊਟ ਕਰੋ ਸਰਦਾਰ ਕਵਨੀਤ ਸਿੰਘ ਜੀ। ਜੀ ਧੰਨਵਾਦ ਜੀ, ਮੈਂ ਕਵਨੀਤ ਬੋਲ ਰਿਹਾ ਤੇ ਡਾਕਟਰ ਕਾਦਰੀ ਦਾ ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਸਪਸ਼ਟ ਤਰੀਕੇ ਨਾਲ ਨਾਮ ਦੀ ਗੱਲ ਕਰ ਰਹੇ ਹੋ ਤੇ ਮੈਂ ਕੁਝ ਸਮਝਣਾ ਵੀ ਚਾਹੁੰਦਾ ਤੁਹਾਡੇ ਥਾਟ ਪ੍ਰੋਸੈਸ। ਮੈਂ ਦੇਖਣਾ ਚਾਹੁੰਦਾ ਸੀ ਵੀ ਕਿ ਜਿਹੜਾ ਸਾਰੇ ਜਣੇ ਅਸੀਂ ਕਾਫੀ ਸਿੱਖ ਗੱਲ ਕਰ ਰਹੇ ਹਾਂ ਕਿ ਨਾਮ ਜਪਣਾ, ਉਹਦੇ ਸਵਾਲ ਉੱਠ ਰਹੇ ਨੇ ਤੇ ਪੰਜਾਬੀ ਦਾ ਲਫ਼ਜ਼ ਹੈ ਜਪਣਾ, ਬਟ ਉਸ ਲਫ਼ਜ਼ ਦੀ ਜੇ ਥੋੜੀ ਸਪਸ਼ਟ ਕੀਤਾ ਜਾਵੇ, ਪਲੀਜ਼ ਮਾਫ ਕਰਨਾ ਜੇ ਮੈਂ ਸਵਾਲ ਜਿਹੜਾ ਪੁੱਛ ਰਿਹਾ ਦੀ ਵਾਲ ਦੀ ਖੱਲ ਲਾ ਰਿਹਾ ਥੋੜੀ ਜੀ, ਕਿ ਪੰਜਾਬੀ ਠੇਠ ਪੰਜਾਬੀ ਚ ਇੱਕ ਤੇ ਜਪਣਾ ਲਫ਼ਜ਼ ਹੈ ਕਿ ਤੁਸੀਂ ਯੂ ਰਿਪੀਟ ਸਮਥਿੰਗ, ਤੇ ਦੂਜਾ ਹੈਗਾ ਜਾਪਣਾ, ਮਤਲਬ ਕਿ ਟੂ ਅੰਡਰਸਟੈਂਡ ਔਰ ਟੂ ਨੋ। ਤੇ ਮੈਨੂੰ ਜਿਹੜੀ ਸਮਝ ਆ ਰਹੀ ਹੈ ਕਿ ਇੱਥੇ ਨਾਮ ਜਾਪਣ ਦੀ ਜ਼ਿਆਦਾ ਜ਼ਰੂਰਤ ਹੈ ਰਾਦਰ ਦੈਨ ਨਾਮ ਜਪਣ ਦੀ, ਤੇ ਉਹਦੇ ਉੱਤੇ ਪਲੀਜ਼ ਤੁਸੀਂ ਆਪਣਾ ਵਿਊ ਦੱਸਿਓ ਜੀ। ਧੰਨਵਾਦ। ਹਾਂਜੀ, ਗੱਲ ਫਿਰ ਉਹੀ ਆ ਗਈ ਨਾ ਕਿ ਅਸੀਂ ਲਫ਼ਜ਼ਾਂ ਦੇ ਹੇਰ ਫੇਰ ਦੇ ਵਿੱਚ ਫਸ ਜਾਂਦੇ ਹਾਂ। ਤੇ ਸਾਡੀ ਸਾਦੀ ਜੀ ਪੜ੍ਹਤ ਹੈ ਵੇ, ਕੋਈ ਬਹੁਤੀ ਡੂੰਗੀ ਨਹੀਂ ਹੈ, ਔਰ ਜੋ ਬਹੁਤ ਬਾਰੀਕੀਆਂ ਨੇ ਰਿਸਰਚਰਸ ਦੀਆਂ ਉਹ ਸਾਨੂੰ ਆਉਂਦੀਆਂ ਕੋਈ ਨਹੀਂ। ਅਸੀਂ ਠੀਕ ਹੈ ਯੂਨੀਵਰਸਿਟੀ ਪੜ੍ਹਿਆ ਹੈ, PhD ਕੀਤੀ ਹੈ, ਸਾਰਾ ਕੁਝ, ਲੇਕਿਨ ਉਹ ਜੋ ਰਿਸਰਚਰਸ ਵਾਲਾ ਕੰਮ ਹੈ ਕਿ ਬਿਲਕੁਲ ਬਾਰੀਕ ਚੀਜ਼ ਦੇ ਅੰਦਰ ਚਲੇ ਜਾਣਾ, ਉਹਦੀ ਸਾਨੂੰ ਸਮਝ ਨਹੀਂ ਆਉਂਦੀ। ਇਸ ਲਈ ਅਸੀਂ ਸਾਦੀ ਜੀ ਗੱਲ ਕਰਨੇ ਆ ਕਿ ਸਾਨੂੰ ਲੱਗਦਾ ਹੈ ਕਿ ਜ਼ੁਬਾਨ ਦੇ ਨਾਲ ਦਿਲ ਦਾ ਜੁੜਨਾ ਤੇ ਦਿਲ ਵਿੱਚ ਵਸੀ ਨਾਂ ਦਾ ਆਪਣੀ ਕਰਨੀ ਦਾ ਹਿੱਸਾ ਬਣਨਾ। ਹੁਣ ਇਹਨੂੰ ਤੁਸੀਂ ਜਾਪ ਕਹਿ ਲਓ, ਜਪਣ ਕਹਿ ਲਓ, ਜਾਪਣਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਹਨਾਂ ਬਾਰੀਕੀਆਂ 'ਚ ਅਸੀਂ ਨਹੀਂ ਜਾ ਸਕਦੇ, ਕਿਉਂਕਿ ਫਿਰ ਹੁੰਦਾ ਹੈ ਵੇ ਕਿ ਫਿਰ ਅਸੀਂ ਅਸਲ ਚੀਜ਼ ਤੋਂ ਹਟ ਜਾਂਦੇ ਹਾਂ। ਵੈਰੀ ਗੁੱਡ। ਜਦੋਂ ਇੰਨੀ ਸਮਝ ਆ ਗਈ ਕਿ ਅਸੀਂ ਨਾਮ ਜਪਣਾ ਹੈ, ਹੁਣ ਜਾਪਣਾ ਹੈ ਜਾਂ ਜਪਣਾ ਹੈ, ਉਹ ਜੋ ਵੀ ਹੈ, ਮਤਲਬ ਹੈ ਕਿ ਯਾਦ ਕਰਨਾ ਹੈ, ਉਹਨੂੰ ਆਪਣੇ ਨਾਲ ਰੱਖਣਾ ਹੈ, ਔਰ ਇੰਨਾ ਨਾਲ ਰੱਖਣਾ ਹੈ ਕਿ ਅਖੀਰ ਅਸੀਂ ਉਹਦੇ ਨਾਲ ਰਹਿਣਾ ਸ਼ੁਰੂ ਕਰ ਦਈਏ। ਬਸ ਇਹ ਵੇ। ਹੁਣ ਜਾਪ ਨਾਲ ਜਾਂ ਜਪਣ ਨਾਲ ਉਹ ਦੇਖ ਲਓ, ਜਿਹਨੂੰ ਜਿਵੇਂ ਠੀਕ ਲੱਗਦਾ ਉਵੇਂ ਕਰ ਸਕਦਾ ਹੈ। ਕਿਉਂਕਿ ਇਹ ਜ਼ਿਹਨ 'ਚ ਰੱਖੋ ਕਿ ਕੁਦਰਤ ਨੇ ਜਿੰਨੇ ਬੰਦੇ ਬਣਾਏ ਨੇ ਨਾ, ਜਿੰਨੇ ਜੀ ਬਣਾਏ ਨੇ ਕੁਦਰਤ ਨੇ, ਉਹਨੇ ਮੈਥਡ ਆਫ ਟੀਚਿੰਗ ਬਣਾਏ ਨੇ, ਤੇ ਹਰ ਜੀ ਨੂੰ ਪੜ੍ਹਾਉਣ ਦਾ ਇੱਕ ਵੱਖਰਾ ਢੰਗ ਹੈ। ਤੇ ਕੁਦਰਤ ਆਪ ਆਪਣੇ ਢੰਗ ਦੇ ਨਾਲ, ਰੱਬ ਆਪ ਆਪਣੇ ਤਰੀਕੇ ਦੇ ਨਾਲ ਹਰ ਜੀ ਨੂੰ ਵੱਖਰਾ ਵੱਖਰਾ ਪੜ੍ਹਾਉਂਦਾ ਹੈ। ਇਹ ਸਵਾਲ ਅਸੀਂ ਉਹਦੇ ਅੱਗੇ ਰੱਖ ਦਈਏ ਤੇ ਸ਼ਾਇਦ ਉਹ ਸਾਨੂੰ ਸਾਡਾ ਜਵਾਬ ਵੱਖਰਾ ਵੀ ਦੇ ਦੇਵੇ। ਬੜੀ ਮਿਹਰਬਾਨੀ ਤੁਹਾਡੀ। ਡਾਕਟਰ ਕੰਵਲ ਜੀ ਟੋਰਾਂਟੋ ਤੋਂ। ਹਾਂਜੀ ਡਾਕਟਰ ਸਾਹਿਬ, ਡਾਕਟਰ ਕੰਵਲ ਤੁਸੀਂ ਹੱਥ ਖੜਾ, ਹਾਂਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅਸਮਾ ਜੀ, ਤੁਹਾਡਾ ਤਹਿ ਦਿਲ ਤੋਂ ਧੰਨਵਾਦ ਹੈ, ਔਰ ਜੋ ਤੁਸੀਂ ਸਾਨੂੰ ਸਮਝਾਇਆ ਬਾਬਾ ਫਰੀਦ ਜੀ ਨੂੰ ਤੇ ਬਾਬਾ ਨਾਨਕ ਜੀ ਨੂੰ ਸਾਡੇ ਸਾਹਮਣੇ ਲਿਆ ਕੇ ਖੜਾ ਕੀਤਾ, ਔਰ ਉਹਨਾਂ ਦੀ ਜੋ ਉਹਨਾਂ ਦੇ ਵਿਚਾਰਾਂ ਦੇ ਥਰੂ, ਉਹਨਾਂ ਦੀ
ਕਥਨੀ ਦੇ ਥਰੂ ਤੁਸੀਂ ਸਾਡੇ ਦਿਲ ਦੇ ਵਿੱਚ ਇੱਕ ਤਾਂਘ ਪੈਦਾ ਕੀਤੀ ਹੈ ਕਿ ਬਾਬਾ ਫਰੀਦ ਜੀ ਨੂੰ ਅਸੀਂ ਹੋਰ ਸਮਝੀਏ, ਉਹਨਾਂ ਨੂੰ ਜਾਣੀਏ ਤੇ ਉਹਨਾਂ ਦੇ ਤੇ ਬਾਬਾ ਨਾਨਕ ਜੀ ਦੀ ਜੋ ਕਥਨੀ ਔਰ ਕਰਨੀ ਸਾਡੀ ਸਿਖਾਈ ਹੈ ਉਹਨੂੰ ਹੋਰ ਅਪਣਾਈਏ। ਜਿਸ ਤਰ੍ਹਾਂ ਤੁਸੀਂ ਲੈਂਡਸਕੇਪ ਇੱਕ ਸਕੈਚ ਕੀਤਾ ਹੈ, ਤੁਸੀਂ ਸਾਰੀਆਂ ਸੈਂਸਸ ਨੂੰ ਅਵੇਕਨ ਕਰਤਾ ਹੈਗਾ, ਇੰਨੀ ਬਿਊਟੀਫੁਲ ਤਰੀਕੇ ਦੇ ਨਾਲ ਤੁਸੀਂ ਪੇਸ਼ ਕੀਤਾ ਹੈ। ਤੇ ਮੈਂ ਇਹ ਕਹਿ ਸਕਦਾ ਕਿ ਜਿਵੇਂ ਇੱਕ ਕਹਿੰਦੇ ਨੇ ਨਾ ਫਰਮ ਹੇਅਰ ਟੂ ਇਟਰਨਿਟੀ ਦਾ ਇੱਕ ਤੁਸੀਂ ਇੱਕ ਦ੍ਰਿਸ਼ ਖਿੱਚਿਆ ਨਾਮ ਦੇ ਥਰੂ, ਐਂਡ ਵੀ ਹੋਪ that we can follow that path. Thank you very much. ਥੈਂਕ ਯੂ ਜੀ। ਡਾਕਟਰ ਗੁਰਨਾਮ ਕੌਰ ਜੀ, ਅਨਮਿਊਟ ਕਰੋ ਜੀ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਆਸਮਾ ਨੇ ਬਹੁਤ ਹੀ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਬਹੁਤ ਸਿੰਪਲ ਤਰੀਕੇ ਨਾਲ, ਸਿੰਪਲ ਲਫ਼ਜ਼ ਵਰਤ ਕੇ ਸਾਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਇਆ ਜੀ। ਤੇ ਬਾਕੀ ਜਿਵੇਂ ਬਾਣੀ ਦੇ ਵਿੱਚ ਤਾਂ ਕਿਹਾ ਵੀ ਭਾਵੇਂ ਰਾਮ ਕਹੋ ਉਹਨੂੰ, ਚਾਹੇ ਖੁਦਾ ਕਹੋ, ਚਾਹੇ ਜੋ ਮਰਜ਼ੀ ਕਹੋ, ਪਰ ਗੱਲ ਉਹਦੇ ਨਾਲ ਜੁੜਨ ਦੀ ਹੈ। ਉਹੋ ਹੀ ਗੱਲ, ਮਤਲਬ ਨਾਮ ਧਿਆਉਣਾ ਹੈ ਕਿ ਨਾਮ ਜਪਣਾ ਹੈ ਕਿ ਇਹਨੂੰ ਅੰਦਰ ਸਮਾਉਣਾ ਹੈ, ਇਹ ਸੇਮ ਚੀਜ਼ ਹੈ। ਗੱਲ ਤਾਂ ਇਹ ਹੈ ਕਿ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ, ਤੇ ਗੁਣ ਗਾਵਤ ਤੇਰੀ ਉਤਰਸ ਮੈਲ, ਉਹਦੇ ਗੁਣ ਗਾਉਣੇ ਨੇ ਤੇ ਉਹਦੇ ਨਾਲ ਆਪਣੇ ਅੰਦਰ ਨੂੰ ਇਹ ਜਿਹੜਾ ਉਹ ਸਾਫ਼ ਕਰਨਾ। ਸਾਡੀ ਕਹਿਣੀ ਤੇ ਕਰਨੀ, ਸਾਡੇ ਜਿਹੜੇ ਨਾਮ ਦਾ ਜਪਣਾ, ਉਹ ਸਾਡੇ ਅਮਲ ਦੇ ਵਿੱਚੋਂ ਪ੍ਰਗਟ ਹੋਣਾ ਚਾਹੀਦਾ। ਇਹੀ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੋ ਬਾਕੀ ਠੀਕ ਹੈ, ਲਫ਼ਜ਼ਾਂ ਦਾ ਹੇਰ ਫੇਰ ਹੈ, ਨਾਮ ਜਪਣਾ ਕਿ ਧਿਆਉਣਾ ਹੈ, ਕੀ ਕਹਿਣਾ ਹੈ। ਗੱਲ ਤਾਂ ਇਹ ਹੈ ਕਿ ਉਹਨੂੰ ਆਪਣੇ, ਜਿਵੇਂ ਗੁਰੂ ਨਾਨਕ ਕਹਿੰਦੇ, ਨਾਨਕ ਭਗਤੀ ਜੇ ਰਪੈ ਕੂੜਾ ਸੋਏ ਨਾ ਕੋਏ। ਜਿਹੜਾ ਭਗਤੀ ਦੇ ਵਿੱਚ ਉਹਦੇ ਵਿੱਚ ਰੱਬ ਜਾਂਦਾ, ਉਹਦੇ ਅੰਦਰੋਂ ਹਰ ਤਰ੍ਹਾਂ ਦਾ ਝੂਠ ਹੈ, ਵਿਕਾਰ ਹੈ ਜਿਹੜਾ, ਉਹ ਖਤਮ ਹੋ ਜਾਂਦੇ ਨੇ, ਉਹ ਆਪਣੇ ਆਪ ਹੀ ਹੋ ਜਾਂਦੇ ਨੇ। ਅਲਟੀਮੇਟ ਤਾਂ ਇਹ ਇੱਕੋ ਹੀ ਗੱਲ ਹੈ। ਜਿਵੇਂ ਬਾਬਾ ਫਰੀਦ ਨੇ ਵੀ ਕਿਹਾ ਵੀ ਲੋੜ ਹੈ ਦਾਖ ਵਿਜੌਰੀਆਂ, ਕਿੱਕਰ ਬੀਜੈ ਜੱਟ ਹੰਢੈ, ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਜੇ ਅਸੀਂ ਮਤਲਬ ਜਿਸ ਕਿਸਮ ਦੀ ਸਾਡੀ ਕਰਨੀ ਹੋਊਗੀ, ਉਸ ਕਿਸਮ ਦੇ ਉਹਦੇ ਵਿੱਚੋਂ ਸਾਨੂੰ ਫਲ ਮਿਲਣੇ ਆ। ਤੇ ਗੱਲ ਤਾਂ ਇਹ ਹੈ ਕਿ ਉਹਦੇ ਨਾਮ ਦੇ ਰਾਹੀਂ, ਉਹਦੇ ਗੁਣ ਗਾ ਕੇ ਅਸੀਂ ਆਪਣੀ ਕਰਨੀ ਨੂੰ ਕਿਵੇਂ ਸੁਧਾਰਦੇ ਹਾਂ, ਸਾਡੇ ਅਮਲ ਨੇ ਜਿਹੜੇ ਉਹ ਕਿਹੋ ਜਿਹੇ ਬਣਦੇ ਨੇ। ਬਹੁਤ ਚੰਗਾ ਲੱਗਿਆ ਡਾਕਟਰ ਆਸਮਾ ਜੀ। ਕਦੀ ਤੁਸੀਂ ਇੱਥੇ ਆਓ ਜਾਂ ਮੈਂ ਲਾਹੌਰ ਆਵਾਂ, ਜ਼ਰੂਰ ਮਿਲਾਂਗੀ। ਮੈਂ ਤੁਹਾਨੂੰ ਜਾ ਕੇ ਆਈ ਸੀ ਨਾ ਪੰਜਾਬੀ ਡਿਪਾਰਟਮੈਂਟ, ਪਰ ਉਦੋਂ ਮੇਰਾ ਖਿਆਲ ਮੇਲ ਨਹੀਂ ਹੋ ਸਕਿਆ ਆਪਣਾ। ਥੈਂਕ ਯੂ ਵੈਰੀ ਮੱਚ। ਬਹੁਤ ਵਧੀਆ ਢੰਗ ਨਾਲ ਤੁਸੀਂ ਕੀਤਾ, ਨਾਲ ਜੋ ਕੰਮ ਤੁਸੀਂ ਕਰ ਰਹੇ ਹੋ ਉੱਥੇ ਬੈਠ ਕੇ ਨਾ, ਇਹ ਬਹੁਤ ਹੀ ਖੁਸ਼ੀ ਦਿੰਦਾ, ਕਿਉਂਕਿ ਇਹ ਕੋਈ ਈਜ਼ੀ ਕੰਮ ਨਹੀਂ ਹੈ। ਸਾਡੇ ਲਈ ਥੋੜਾ ਸੌਖਾ ਹੈ, ਤੇ ਤੁਹਾਡੇ ਲਈ ਤਾਂ ਇਸ ਤਰ੍ਹਾਂ ਕਰਨਾ ਇਹ ਬਹੁਤ ਹੀ ਵਧੀਆ ਪੁੰਨ ਵਾਲੀ ਗੱਲ ਹੈ ਇਹ। ਥੈਂਕ ਯੂ ਵੈਰੀ ਮੱਚ। ਵਾਹ ਜੀ ਵਾਹ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਰਦਾਰ ਹਰਦੇਵ ਸਿੰਘ ਜੀ। ਪ੍ਰੋਫੈਸਰ ਸਾਹਿਬ, ਵਿਕ ਸਾਹਿਬ ਤੁਸੀਂ ਖੋਲ ਲਓ, ਤੇ ਮੈਂ ਦੀ ਮੀਨਵਾਈਲ ਬੀਬੀ ਨੇ ਹੱਥ ਦੁਬਾਰਾ ਖੜਾ ਕੀਤਾ, ਹਰਬੀਰ ਨੇ। ਤੁਸੀਂ ਅਨਮਿਊਟ ਕਰ ਲਿਆ ਜੀ? ਹਾਂਜੀ ਬੀਬੀ ਹਰਬੀਰ, ਕਹਿਣਾ ਤੁਸੀਂ ਕੁਝ ਹੋਰ? ਦੁਬਾਰਾ ਹੱਥ ਖੜਾ ਕੀਤਾ ਜੀ। ਹਾਂਜੀ ਅੰਕਲ, ਇੱਕ ਚੀਜ਼ ਕਹਿਣੀ ਸੀ ਜੋ ਆਸਮਾ ਭੈਣ ਨੇ ਕਿਹਾ ਸੀ, ਉਹ ਨਾ ਕਦੀ ਨੇ ਕਿਸੇ ਸੁਣਿਆ ਨਹੀਂ, ਕਿਸੇ ਨੇ ਕਿਹਾ ਕਿ ਨੇਚਰ ਇਜ਼ ਟਰੂਥ ਬਿਕਾਜ਼ ਇਟ ਇਜ਼ ਗਿਵਿੰਗ, ਉਹ ਦਾਨ ਦਿੰਦੀ ਹੈ, ਉਹੀ ਸੱਚ ਹੈਗਾ। ਉਹ ਕਦੀ ਮੈਂ ਪਹਿਲੇ ਨਹੀਂ ਸੁਣਿਆ। ਸੋ ਉਸ ਦਾ ਮੈਂ ਥੋੜਾ ਪੁੱਛਣਾ ਸੀ ਕਿ ਥੋੜਾ ਐਕਸਪੈਂਡ ਕਰ ਸਕਦੇ ਨੇ ਇਸ ਦੇ ਬਾਰੇ। ਨੇਚਰ ਇਜ਼ ਟਰੂਥ ਬਿਕਾਜ਼ ਇਟ ਕੀਪਸ ਗਿਵਿੰਗ। ਐਂਡ ਦੂਸਰੀ ਚੀਜ਼ ਹੈ ਕਿ ਅਸੀਂ ਨਾ ਲੋਕਾਂ ਨੂੰ, ਫਿਰ ਅਸੀਂ ਜਾਵਾਂਗੇ ਅਕਤੂਬਰ ਨਵੰਬਰ, ਫਿਰ ਪਾਕਿਸਤਾਨ, ਜਿਸਨੇ ਵੀ ਜਾਣਾ ਹੈ ਪਲੀਜ਼ ਸਾਡੇ ਨਾਲ ਆਓ, ਅਸੀਂ ਫਿਰ ਆਸਮਾ ਭੈਣ ਨੂੰ ਬਣਾਵਾਂਗੇ। ਥੈਂਕ ਯੂ ਜੀ। ਹਾਂਜੀ ਥੈਂਕ ਯੂ। ਥੈਂਕ ਯੂ ਜੀ ਹਰਬੀਰ ਜੀ ਫॉर ਲੈਟਿੰਗ ਪੀਪਲ ਨੋ। ਤੇ ਤੁਸੀਂ ਚੈਟ 'ਚ ਪਾ ਦਿਓ ਉਹਦੀ ਥੋੜੀ ਜਿਹੀ ਹੋਰ ਇਨਫੋਰਮੇਸ਼ਨ। ਹਾਂਜੀ ਪ੍ਰੋਫੈਸਰ ਵਿਕ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਮਾ ਨੂੰ ਸਲਾਮ ਮੇਰੀ। ਡਾਕਟਰ ਚਾਹਲ ਹੋਰਾਂ ਨੂੰ ਮੈਂ ਭੇਜੇ ਸੀ, ਔਰ ਇਹਨਾਂ ਨੂੰ ਪਤਾ ਹੈ ਅਸੀਂ ਬੜੇ ਪੁਰਾਣੇ ਮਿੱਤਰ ਹੈਗੇ, ਤੇ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਮੈਂ 1970 ਤੋਂ ਨਾਮ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਪੰਜਾਬੀ ਯੂਨੀਵਰਸਿਟੀ 'ਚ ਹਰ ਸਾਲ ਲੈਕਚਰ ਹੁੰਦੇ ਸੀ। ਡਾਕਟਰ ਗੁਰਨਾਮ ਕੌਰ ਨੂੰ ਵੀ ਪਤਾ ਹੋਏਗਾ। ਡਾਕਟਰ ਸ਼ੇਰ ਸਿੰਘ ਪਹਿਲੇ PhD ਫਿਲਾਸਫੀ, ਸਿੱਖ ਫਿਲਾਸਫੀ ਦੇ, ਡਾਕਟਰ ਬਲਬੀਰ ਸਿੰਘ ਦੇਹਰਾਦੂਨ ਵਾਲੇ। ਤੇ ਮੈਂ ਪੁੱਛਿਆ ਕਿ ਨਾਮ ਦੀ ਵਿਆਖਿਆ ਕਰ ਸਕਦੇ ਹੋ? ਵਾਈਸ ਚਾਂਸਲਰ ਕਿਰਪਾਲ ਸਿੰਘ ਨੇ ਕਿਹਾ ਕਿ ਹੌਲੀ ਹੌਲੀ ਤੁਹਾਨੂੰ ਸਮਝ ਆਏਗੀ। ਸੱਚੀ ਗੱਲ ਹੈ, ਮੈਂ ਬੜਿਆਂ ਦੇ ਲੇਖ ਪੜ੍ਹੇ ਹੈਗੇ। ਇੰਸਟੀਚਿਊਟ ਆਫ ਸਿੱਖ ਸਟੱਡੀ ਦੇ ਦਲਜੀਤ ਸਿੰਘ, ਕੰਗ ਫੇਅਰ, ਆਪਣਾ
ਰਘਵੀਰ ਸਿੰਘ ਬੰਦਗੀ ਨਾਮਾ, ਪਰ ਮੈਂ ਭੁਲੇਖੇ 'ਚ ਹੀ ਰਿਹਾ। ਜਦੋਂ ਆਸਮਾਨ ਨੂੰ ਸੁਣਿਆ ਸੁਣਾ ਤੇ ਤਾਂ ਮੈਨੂੰ ਲੱਗਿਆ ਕਿ ਨਾਮ ਦੀ ਥੋੜੀ ਜੀ ਸਮਝ ਪਈ ਹੈ। ਜਦੋਂ ਇਹ ਆਏ ਸੀਗੇ ਇੱਥੇ ਵੈਂਕੂਵਰ 'ਚ, ਹਰ ਸਿੱਖ ਘਰ ਦੇ ਇਹਨਾਂ ਨੂੰ ਸਾਹ ਹੀ ਨਹੀਂ ਲੈਣ ਦਿੱਤਾ। ਇੱਕ ਪ੍ਰੋਗਰਾਮ ਮੈਂ ਵੀ ਕੀਤਾ ਛੋਟਾ ਜਿਹਾ ਆਪਣੇ ਪਰਿਵਾਰ ਨਾਲ, ਔਰ ਸ਼ੂਨੀ ਸਿੰਘ ਹੈਗੀ, ਨਾਮ ਬੜਾ ਮਾਡਰਨ ਜਿਹਾ, ਪਰ ਉਹਨਾਂ ਨੇ ਮੇਰੀ ਬੇਨਤੀ ਮੰਨ ਕੇ ਤੇ ਇਹਨਾਂ ਨੇ ਕਿਹਾ ਵੀ ਪਹਿਲਾਂ ਤੁਸੀਂ ਆਪਣੇ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਤੇ ਉਹ ਮੇਰਾ ਪੁੱਤਰ ਅਜੇ ਤੱਕ ਉਹ ਤੁਕ ਦਰਾਉਂਦਾ ਰਹਿੰਦਾ ਹੈ ਕਿ ਟੋਏ ਟਿੱਬੇ ਪਾਪਾ ਕਿਵੇਂ ਲਾਈਏ ਅਸੀਂ। ਤੋ ਗੱਲ ਤਾਂ ਬੜੀ ਇਹਨਾਂ ਦੀ ਸਪਸ਼ਟ ਹੈ। ਮੈਂ ਉੱਥੇ ਕਹਿ ਬੈਠਾ ਕਿ ਆਸਮਾਂ ਦੀ ਆਵਾਜ਼, ਔਰ ਜਦੋਂ ਵਿਆਖਿਆਨ ਹੁੰਦਾ ਹੈ, ਪਹਿਲਾ ਵਿਆਖਿਆਨ 2 ਸਾਲ ਪਹਿਲਾਂ ਕਿਸੇ ਨੇ ਲੌਂਗ ਆਈਲੈਂਡ ਇਹਨਾਂ ਦਾ ਮੈਨੂੰ ਭੇਜਿਆ। ਮੈਂ ਕਹਿ ਬੈਠਾ ਸੱਚੀ ਗੱਲ ਕਿ ਮੈਂ ਤਾਂ ਮੋਹਿਤ ਹੋ ਗਿਆ। ਮੇਰੇ ਘਰ ਵਾਲੀ ਅੱਜ ਤੱਕ ਨਾਰਾਜ਼ ਹੈ ਕਿ ਤੂੰ ਮੇਰੇ ਤੇ ਤਾਂ ਅੱਜ ਤੱਕ ਮੋਹਿਤ ਨਹੀਂ ਹੋਇਆ ਤੇ ਆਸਮਾਂ ਤੇ ਤੂੰ ਪਹਿਲੀ ਵਾਰੀ ਮੋਹਿਤ ਹੋ ਗਿਆ। ਤੋ ਇਹ ਗੱਲ ਹੈ ਕਿ ਜਿਹੜਾ ਵੀ ਸੁਣਦਾ ਹੈ ਆਸਮਾਂ ਨੂੰ, ਉਹ ਇਹਦੇ ਬੋਲਾਂ ਤੇ ਹੀ ਮੋਹਿਤ ਹੋ ਜਾਂਦਾ ਹੈ। ਮੇਰੀ ਅੰਦਰਲੀ ਫੀਲਿੰਗ ਹੈ ਕਿ ਇਹ ਬਾਬਾ ਫਰੀਦ ਦੇ ਜਿਹੜਾ ਬਾਣੀ ਹੈ ਜਾਂ ਉਸ ਤੋਂ ਗੁਰੂ ਗ੍ਰੰਥ ਤੋਂ ਬਾਹਰ ਵੀ ਇਹਨਾਂ ਦੀ ਬਹੁਤ ਨੌਲੇਜ ਹੈ। ਐਵੇਂ ਇੱਕ ਸਵਾਲ ਕਿਸੇ ਪੁੱਛ ਲਿਆ ਜੀ ਸ਼ਰੀਅਤ ਨੂੰ ਮੰਨਦਾ, ਮੈਨੂੰ ਪਤਾ ਹੈ ਉਹਦੇ ਆਨਸਰ ਵੀ। ਤੇ ਬਾਬਾ ਨਾਨਕ ਦੇ ਨੇੜੇ ਜਿੰਨੀ ਆਸਮਾਂ ਕਾਦਰੀ ਹੈ ਉਹਨਾਂ ਮੈਂ ਵੀ ਨਹੀਂ, ਔਰ ਬਹੁਤ ਸਾਰੇ ਸਿੱਖ ਅਜੇ ਜਿਵੇਂ ਚਾਲ ਸਾਹਿਬ ਨੇ ਕਿਹਾ ਕਿ ਬਾਬਾ ਨਾਨਕ ਨੂੰ ਅਸੀਂ ਸਮਝ ਹੀ ਨਹੀਂ ਸਕੇ। ਤੇ ਲੋੜ ਹੈ ਇਹਨਾਂ ਨੂੰ, ਇਹਨਾਂ ਨੇ ਬਾਇਓਡਾਟਾ ਨਹੀਂ ਦੱਸਿਆ, ਮੇਰੇ ਕੋਲ ਇੱਕ ਇੱਕ ਸ਼ਬਦ ਹੈਗਾ ਕਿ ਇਹਨਾਂ ਦੀਆਂ 22 ਕਿਤਾਬਾਂ ਸੀ 2 ਸਾਲ ਪਹਿਲਾਂ, ਹੁਣ ਸ਼ਾਇਦ 24 ਹੋ ਗਈਆਂ ਹੋਣ। ਸੈਯਦ ਨਜ਼ਮ ਹੁਸੈਨ ਦੀ ਸੰਗਤ ਚੋਂ ਇਹਨਾਂ ਨੇ ਪ੍ਰਾਪਤੀ ਕੀਤੀ ਹੈਗੀ। ਮੈਂ ਚਾਹੁੰਦਾ, ਮੇਰੀ ਤਿਆਰੀ ਹੋ ਰਹੀ ਹੈ ਕਿ ਅਗਲੇ ਸਾਲ ਜੇ ਮੈਂ ਲਾਹੌਰ ਜਾਵਾਂ ਤਾਂ ਉਸ ਸੰਗਤ ਦਾ ਆਨੰਦ ਮਾਣਾ। ਦੂਜੀ ਜਿਹੜਾ ਡਾਕੂਮੈਂਟਰੀ ਸੀਰੀਜ਼ ਤੁਸੀਂ ਦੇਖਦੇ ਹੋ ਅਮਰਦੀਪ ਸਿੰਘ ਦੀਆਂ, ਉਹਦੇ 'ਚ ਆਸਮਾਂ ਨੇ ਸ਼ਾਹਮੁਖੀ 'ਚ ਰੈਂਡਰ ਕੀਤਾ ਹੈਗਾ ਪੰਜਾਬੀ ਔਰ ਜਿਹੜਾ ਇੰਗਲਿਸ਼। ਤੋ ਇਹ ਵੀ ਮੈਂ ਦੱਸਣਾ ਚਾਹੁੰਦਾ। ਹੁਣ ਇੱਕ ਮੈਂ ਤਰਲੋਚਨ ਸਿੰਘ MP ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਕੋਈ ਆਨਰ ਤਾਂ ਕਰੋ, ਜਿਹੜੇ ਲਾਹੌਰ ਦੇ ਵਿੱਚ ਇੱਕ ਨਹੀਂ 3 ਲਾਹੌਰਨਾਂ ਨੇ, ਔਰ ਬੜੀਆਂ, ਮੈਂ ਤਾਂ ਇਹਨਾਂ ਨੂੰ ਹੀਰ ਕਹਿਣਾ। ਮੈਂ ਕਿਹਾ ਅਸੀਂ ਹੀਰ ਗੋਆ ਬੈਠੇ, ਨਵੀਆਂ ਹੀਰਾਂ ਨੇ ਜਿਹੜੀਆਂ ਬਾਬੇ ਨਾਨਕ ਨੂੰ ਲੱਭ ਰਹੀਆਂ ਨੇ। ਉਹਦੇ 'ਚ ਨਾਦਰਾ ਖਾਂ ਵੀ ਤੁਹਾਡੇ ਕੋਲ ਆਏਗੀ। ਤੇ ਉਹ ਹੁਣ ਮੰਨੇ ਨੇ ਕਿ ਇੱਕ ਲਿਸਟ ਬਣਾਈਏ ਜਿਹਦੇ 'ਚ ਲੁਡਮੀਲਾ ਖੋਖੋਵਾ ਮਾਸਕੋ ਦੀ ਵੀ ਜਪਜੀ ਨੂੰ ਟਰਾਂਸਲੇਟ ਕਰ ਚੁੱਕੀ ਹੈ, ਜਾਪ ਸਾਹਿਬ ਕਰ ਚੁੱਕੀ। ਤਾਂ ਸਾਨੂੰ 8-10 ਬੀਬੀਆਂ ਲੱਭੀਆਂ ਨੇ ਜਿਹੜੀਆਂ ਗੁਰੂ ਘਰ ਨਾਲ ਸਿੱਖੀ ਨੂੰ ਪ੍ਰਮੋਟ ਕਰ ਰਹੀਆਂ ਨੇ। ਤਾਂ ਹੋ ਸਕਿਆ ਜੇ ਤੁਸੀਂ ਡਾਇਸਪੋਰਾ ਵਾਲੇ ਨਹੀਂ ਕਰ ਸਕਦੇ ਤੇ ਅਸੀਂ ਇੰਡੀਆ 'ਚ ਇਹਨਾਂ ਦਾ ਮਾਨ ਸਨਮਾਨ ਕਰਕੇ ਥੋੜਾ ਬਹੁਤ ਜੋ ਹੋ ਸਕਿਆ ਅਸੀਂ ਪ੍ਰੋਗਰਾਮ ਬਣਾਵਾਂਗੇ। ਬਸ ਇਹਨਾਂ ਸ਼ਬਦਾਂ ਨਾਲ ਮੈਂ ਸਾਰੀ ਸੰਗਤ ਦਾ ਔਰ ਸਚਦੇਵਾ ਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਔਰ ਇਹਨਾਂ ਨੂੰ ਬੁਲਾਇਆ। ਥੈਂਕ ਯੂ ਜੀ ਦਾਦਾ, ਥੈਂਕ ਯੂ ਟੂ ਯੂ। ਡਾਕਟਰ ਕੁਲਬੀਰ ਸਿੰਘ ਜੀ, ਹਾਂਜੀ ਪਲੀਜ਼। ਹਾਂਜੀ ਪਲੀਜ਼। Dr. Asmaji, at the outset, I would say that you created a concourse. And by concourse, I mean a point of assimilation, a place of absorption and assimilation through your excellent presentation. I have 1 or 2 comments to make, and it is related to Sheikh Ibrahim Ji. Like his illustrious mentor, Baba Farid Ji used to fast for a number of days and subjecting his mind and body through a travail of physical and mental endurance. Fasting was practiced to obtain religious merit. It was also a means of purging the mind of the desire for even a piece of bread. Taxing the body and subjecting it to the severe penances was a practice of
self-mortification. Now, when it came to Satguru Nanak Ji, this is not to say that this is a critical kind of observation. It is just that it is Satguru Nanak Ji said that, I mean, I would not like to quote from the Bani, but it's a sin to deny oneself the necessities of life. One must not crave for pleasures, but whatever comes from God, like what you said, one must accept with grace and thankfulness. Starvation never leads to spiritual bliss. He who forsakes bread and pretends God's love has neither the merit of a wedded spouse nor of a chaste woman. And the last point is, without a well-nurtured body, God cannot be cherished or realized. This is what Sadhguru Nanak always emphasized. And the essentials for the path of spiritual ascent, this is not a point of departure, again, a point of assimilation. The essentials for the path of spiritual ascent were not fasting or self-denial, but self-surrender, like you put it so well, and for which I would like to congratulate you, which is Atam Samarpan, contentment, which is Santok, compassion, which is Daya, and humility, which is Mandi Garibi. And it is this humility, in my humble opinion, that ushers in the verb and the tongue for the Nam. The way you said it, I think I would say salutations to you. I don't have anything else to comment. Dr. Thank Kuldeep you Singh ji, for so nice. You lovely put it very presentation. succinctly and beautifully. ਹਾਂਜੀ ਡਾਕਟਰ ਓਮਕਾਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਕਹਾ ਕਿ ਬੇਟੀ ਕਹਾ, ਭੈਣ ਤਾਂ ਬਹੁਤ ਸਾਰਿਆਂ ਨੇ ਕਹਿ ਦਿੱਤਾ ਤੇ ਮੈਂ ਬੇਟੀ ਕਹਿ ਲੈਣਾ, ਇਹ ਲਫ਼ਜ਼ ਬਚਿਆ ਸੀਗਾ। ਤੇ ਡਾਕਟਰ ਅਸਮਾ ਜੀ, ਲਫ਼ਜ਼ ਤਾਂ ਕੋਈ ਬਚਿਆ ਨਹੀਂ ਹੈਗਾ ਜਿਹੜੀ ਤੁਹਾਡੀ ਪ੍ਰਸ਼ੰਸਾ ਵਾਸਤੇ ਕਿਹਾ ਜਾਵੇ ਕਿ ਮਾਂ ਬੋਲੀ ਦੇ ਦੀ ਮਿਠਾਸ ਤੇ ਜਿਹੜਾ ਤੁਸੀਂ ਇੱਕ ਨਵਾਂ ਰੰਗ ਬਖੇਰੇ ਨੇ ਅੱਜ, ਕਹਿਣੀ ਕਤਰੀ ਤੋਂ ਬਾਹਰ ਨੇ, ਰੂਹ ਦੀਆਂ ਬਾਤਾਂ ਪਾਈਆਂ ਨੇ। ਗੁਰੂ ਤੇ ਬਾਬੇ ਬਾਰੇ ਗੱਲ ਹੋਈ ਸੀਗੀ। ਭਾਈ ਗੁਰਦਾਸ ਜੀ ਨੇ ਕਿਹਾ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸਟਾਰਟ ਹੋਆ। ਸੋ ਇਹ ਗੱਲ ਕੋਈ ਮੈਂ ਨਹੀਂ ਰੱਖਦੀ ਕਿ ਗੁਰੂ ਕਿਹਾ ਜਾਵੇ ਕਿ ਬਾਬਾ ਕਿਹਾ ਜਾਵੇ। ਨਾਮ ਜਪਣ ਦੀ, ਸਿਮਰਨ ਦੀ, ਧਿਆਉਣ ਦੀ ਗੱਲ ਹੋਈ ਸੀਗੀ। ਮੈਂ ਆਪਣੇ ਬੱਚਿਆਂ ਨੂੰ ਜਦੋਂ ਕਲਾਸ ਪੜਾਉਣਾ ਹੁੰਦਾ ਤੇ ਇਹ ਗੱਲ ਕਰਦਾ ਹੁੰਦਾ ਕਿ ਜਦੋਂ ਕੋਈ ਗੱਲ ਰੂਹ ਵਿੱਚ ਉਤਰ ਜਾਂਦੀ ਹੈ ਨਾ, ਉਦੋਂ ਨਾਮ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਮੈਂ ਬੜੀ ਸੌਖੀ ਜੀ ਗੱਲ ਕਰਦਾ ਹੁੰਦਾ ਕਿ ਕਿਸੇ ਕੁੜੀ ਤੇ ਮੁੰਡੇ ਦਾ ਪਿਆਰ ਹੋ ਜਾਂਦਾ ਤਾਂ ਉਹਦਾ ਨਾਮ ਨਹੀਂ ਜਪਦਾ ਕਦੀ ਵੀ। ਬਾਣੀ ਵਿੱਚ ਵੀ ਆਇਆ, ਨਾ ਤੁਸੀਂ ਭੁੱਖ ਨਾ ਖਾਣਾ ਸੌਣਾ। ਮਾਂ ਕਹਿੰਦੀ ਹੈ ਬੇਟਾ ਰੋਟੀ ਖਾ ਲੈ, ਕਹਿੰਦਾ ਮੈਨੂੰ ਤਾਂ ਭੁੱਖ ਨਹੀਂ ਜੀ। ਸਾਰੀ ਰਾਤ ਜਾਗਦਾ ਰਹਿੰਦਾ ਤੇ ਮਾਂ ਕਹਿੰਦੀ ਤੈਨੂੰ ਨੀਂਦ ਨਹੀਂ ਆਉਂਦੀ, ਉਸਲ ਵੱਟੇ ਲਈ ਜਾਣਾ ਹੈ, ਕਿਉਂ ਜਾਗਦਾ ਪਿਆ? ਮਾਂ ਕਹਿੰਦਾ ਮਾਂ ਮੈਨੂੰ ਨਹੀਂ ਨੀਂਦ ਆਉਂਦੀ। ਉਹਦੀ ਸੁਰਤੀ, ਉਹਦੀ ਬਿਰਤੀ, ਉਹਦੀ ਰੂਹ ਕਿਤੇ ਹੋਰ ਵਸੀ ਹੁੰਦੀ ਹੈ। ਉਹ ਸ਼ਬਦ ਨਹੀਂ ਕੋਈ ਵੀ ਕਹਿੰਦਾ, ਅੱਖਰ ਕੋਈ ਨਹੀਂ ਜਪਦਾ, ਅੱਖਰ ਕੋਈ ਨਹੀਂ ਕਹਿੰਦਾ, ਪਰ ਉਹਦੀ ਰੂਹ ਵਿੱਚ ਕੁਝ ਉਤਰ ਗਿਆ ਹੁੰਦਾ ਜਿਹਨੂੰ ਉਹ ਕਹਿ ਨਹੀਂ ਸਕਦਾ, ਜਿਹਨੂੰ ਉਹ ਬੋਲ ਨਹੀਂ ਸਕਦਾ, ਬਸ ਉਹਨੂੰ ਮਾਣ ਸਕਦਾ, ਉਹਦਾ ਆਨੰਦ ਲੈ ਸਕਦਾ ਤੇ ਉਹਦੇ ਨਾਲ ਸਰਸ਼ਾਰ ਹੋ ਸਕਦਾ। ਇਹ ਨਾਮ ਜਪਣਾ ਹੈ, ਅੱਖਰਾਂ ਦੀ ਕੋਈ ਬਾਤ ਨਹੀਂ ਹੈ, ਸ਼ਬਦਾਂ ਦੀ ਕੋਈ ਗੱਲ ਨਹੀਂ ਹੈ, ਕਿਸੇ ਰੂਹ ਦੀ ਬਾਤ ਹੈ ਤੇ ਇਸ਼ਕ ਹਕੀਕੀ ਤੇ ਇਹ ਗੱਲ। ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣ ਜੇ ਕਿਸੇ ਦਾ ਕੋਈ ਰਹਿ ਗਿਆ ਇੱਕ ਦਾ ਕਮੈਂਟ ਤੇ ਸਾਡੇ ਕੋਲ ਇੱਕ ਜੀ ਡਾਕਟਰ ਸਚਦੇਵ, ਹਾਂਜੀ ਇੱਕ ਮਿੰਟ ਤੁਸੀਂ ਇੱਕ ਮਿੰਟ, ਮੈਂ ਜਸਪਾਲ ਜੀ ਤੁਹਾਨੂੰ ਲੈਣਾ, ਸਰਦਾਰ ਡਾਕਟਰ ਦਵਿੰਦਰ ਸਿੰਘ ਬੋਲ ਪਏ ਜੀ। ਹਾਂਜੀ ਚਾਹਲ ਸਾਹਿਬ ਗੱਲ ਖਤਮ ਕਰ ਲਓ ਜੀ, ਕਰੋ ਡਾਕਟਰ ਦਵਿੰਦਰ ਸਿੰਘ ਜੀ ਗੱਲ ਕਰ ਲਓ। ਹੈਲੋ, ਹਾਂਜੀ ਹਾਂਜੀ ਮੈਨੂੰ ਕਿਹਾ
ਹਾਂ ਕਰ ਲਓ ਗੱਲ ਜਿਹੜੀ ਤੁਸੀਂ ਹੁਣ ਹੱਥ ਖੜਾ ਕੀਤਾ ਅੱਛਾ ਦੁਬਾਰਾ। ਅੱਛਾ ਅੱਛਾ ਥੈਂਕ ਯੂ ਮੈਂ ਸੁਣਿਆ ਨਹੀਂ। ਥੈਂਕ ਯੂ ਵੈਰੀ ਮਚ। ਮੈਂ ਨਾ ਇੱਕ ਸਵਾਲ ਉੱਠਿਆ ਸੀਗਾ ਨਾਮ ਜਪਣ ਦਾ, ਹਾਂਜੀ ਜਾਪਣਾ ਕਿ ਉਹਦਾ ਮੈਂ ਕਿ ਮੈਂ ਸਿਰਫ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਸੀ। ਇਹ ਗੱਲ ਠੀਕ ਹੈਗੀ ਆ, ਔਰ ਨਾਮ ਜਾਪਣਾ ਦਾ ਮਤਲਬ ਹੈਗਾ ਅੰਡਰਸਟੈਂਡ ਕਰਨਾ ਵੀ ਇਹ ਨਾਮ ਹੈਗਾ ਕੀ ਹੈਗਾ। ਹੁਣ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈਗਾ ਗॉड ਦਾ ਨਾਮ ਜਪਣਾ ਹੈਗਾ, ਮਤਲਬ ਤੇ ਗॉड ਦਾ ਨਾਮ ਜਪਣਾ ਹੈ। ਤੇ ਜੇ ਗॉड ਨੂੰ ਜਿਹੜਾ ਹੈਗਾ ਉਹ ਜਪਣਾ, ਉਹਨੂੰ ਗॉड ਨੂੰ ਜਾਣਨਾ, ਅੰਡਰਸਟੈਂਡ ਕਰਨਾ ਉਹ ਹੈ ਕੀ ਹੈ। ਤੇ ਉਹ ਗੁਰੂ ਨਾਨਕ ਸਾਹਿਬ ਦਾ ਗॉड ਜਿਹੜਾ ਹੈਗਾ, ਉਹ ਜਿਹਨੂੰ ਅਸੀਂ ਏਕ ਓਂਕਾਰ ਕਹਿੰਦੇ ਆ, ਮੈਂ ਉਹਨੂੰ ਇੱਕ ਉਹ ਬੇਅੰਤ ਕਹਿੰਦਾ। ਉਹ ਜਿਹੜਾ ਗॉड ਹੈਗਾ ਉਸ ਨੂੰ ਅੰਡਰਸਟੈਂਡ ਕਰਨਾ ਹੈ, ਉਹ ਕੀ ਹੈਗਾ। ਸਿਰਫ ਇਹ ਅਸੀਂ ਜੇ ਅੰਡਰਸਟੈਂਡ ਕਰ ਲਈਏ ਵੀ ਉਹ ਗॉड ਕੀ ਹੈਗਾ, ਤੇ ਫਿਰ ਸਾਰਾ ਰੌਲਾ ਹੀ ਖਤਮ ਹੋ ਜਾਂਦਾ ਹੈਗਾ। ਵੀ ਨਾਮ ਜਪਣਾ ਕਿਸ ਤਰ੍ਹਾਂ ਹੈਗਾ, ਤੇ ਜੇ ਕੋਈ ਕਹੇ ਰਾਮ ਤੇ ਕੋਈ ਕਹੇ ਅੱਲਾ, ਉਹ ਵੀ ਗੱਲ ਖਤਮ ਹੋ ਜਾਂਦੀ। ਤੋ ਇਸ ਕਰਕੇ ਇਹ ਜਿਹੜਾ ਹੈਗਾ ਨਾਮ ਜਪਣ ਦਾ ਮਤਲਬ ਹੈਗਾ ਟੂ ਅੰਡਰਸਟੈਂਡ ਵੀ ਗॉड ਜਿਹੜਾ ਹੈ ਉਹ ਕੀ ਹੈਗਾ। ਬਸ ਮੇਰੀ ਇੰਨੀ ਬੇਨਤੀ ਹੈਗੀ ਹੈ ਠੀਕ ਹੈ ਉਹਦੇ ਜੀ, ਵਿੱਚ ਠੀਕ ਹੈ, ਦੱਸਣਾ ਬਿਲਕੁਲ ਚਾਹੁੰਦਾ ਸਮਝ ਲਈ ਤੁਹਾਡੀ ਗੱਲ ਥੈਂਕ ਜੀ, ਯੂ। ਐਬਸੋਲੂਟਲੀ ਪਰਫੈਕਟਲੀ ਫਾਈਨ। ਹੁਣ ਤੁਸੀਂ ਆਪਣਾ ਹੱਥ ਹੇਠਾਂ ਕਰ ਲਓ ਤਾਂ ਜੇ ਓਕੇ ਜੀ। ਹਾਂਜੀ ਹਾਂਜੀ ਡਾਕਟਰ ਜਸਪਾਲ ਕੌਰ ਜੀ, ਮੈਂ ਥੱਕ ਥੈਂਕ ਯੂ ਗਿਆ ਸੀ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਿਹਤ ਮੇਰੀ ਠੀਕ ਨਹੀਂ, ਪਰ ਮੈਂ ਕਾਦਰੀ ਜੀ ਨੂੰ ਥੋੜਾ ਜਿਹਾ ਹੁਣੇ ਸੁਣਿਆ। ਇਹਨਾਂ ਨੂੰ ਪਹਿਲਾਂ ਵੀ ਬਹੁਤ ਸੁਣਿਆ, ਪੰਜਾਬ ਯੂਨੀਵਰਸਿਟੀ ਵਿੱਚ ਵੀ ਇਹਨਾਂ ਨੂੰ ਬੁਲਾਉਣ ਦਾ ਮੌਕਾ ਮਿਲਿਆ। ਇਹਨਾਂ ਨੂੰ ਸੁਣਨਾ ਸੱਚਮੁੱਚ ਬੜਾ ਵਿਸਮਾਦ ਭਰਿਆ ਹੁੰਦਾ ਔਰ ਬੜੀ ਨਵੀਂ ਫਾਰਮੂਲੇਸ਼ਨ ਦਿੰਦੇ ਨੇ। ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਬਾਬਾ ਫਰੀਦ ਦੀ ਸਭ ਤੋਂ ਵੱਡੀ ਮਾਨਤਾ ਇਹ ਹੈ ਕਿ ਸਾਡਾ ਪੰਜਾਬੀ ਸਾਹਿਤ ਦਾ ਪਹਿਲਾ ਕਵੀ ਅਸੀਂ ਇਹਨਾਂ ਨੂੰ ਮੰਨਦੇ ਹਾਂ। ਔਰ ਦੂਜੀ ਮਾਨਤਾ ਇਹ ਹੈ ਕਿ ਬਾਬਾ ਫਰੀਦ ਦੀ ਬਾਣੀ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ ਹੈ, ਬਾਕੀ 14 ਭਗਤਾਂ ਦੇ ਨਾਲ ਉਹਨਾਂ ਨੇ ਕੋਈ ਸ਼ਲੋਕ ਆਪਣਾ ਨਹੀਂ ਸ਼ਾਮਲ ਕੀਤਾ, ਪਰ 18 ਸ਼ਲੋਕ ਗੁਰੂ ਸਾਹਿਬਾਨ ਦੇ ਬਾਬਾ ਫਰੀਦ ਦੀ ਬਾਣੀ ਦੇ ਨਾਲ ਜੁੜੇ ਹੋਏ ਨੇ, ਜਿਹੜੇ 130 ਬਣਦੇ ਨੇ। 112 ਸ਼ਲੋਕ ਬਾਬਾ ਫਰੀਦ ਦੇ ਨੇ ਤੇ 18 ਸ਼ਲੋਕ ਆਪਣਾ ਗੁਰੂ ਸਾਹਿਬਾਨ ਦੇ ਨੇ, ਜਿਹਦੇ ਤੋਂ ਮਤਲਬ ਹੈ ਕਿ ਉਹਨਾਂ ਨੇ ਬਾਬਾ ਫਰੀਦ ਦੀ ਬਾਣੀ ਨੂੰ ਬਹੁਤ ਇੰਪੋਰਟੈਂਸ ਦਿੱਤੀ ਹੈ। ਔਰ ਜਿਹੜੇ ਨਾਲ ਆਪਣੇ ਸ਼ਬਦ ਪਾਏ ਨੇ, ਉਹਨਾਂ ਦਾ ਇਹ ਮਤਲਬ ਨਹੀਂ ਕਿ ਉਹ ਉਹਨਾਂ ਦਾ ਕੋਈ ਕੰਟਰਾਡਿਕਸ਼ਨ ਕਰਕੇ ਜਵਾਬ ਦੇ ਰਹੇ ਨੇ। ਉਹ ਇਸ ਕਰਕੇ ਦੇ ਰਹੇ ਨੇ ਕਿ ਉਹਦਾ ਹੋਰ ਵਿਸਤਾਰ ਵੀ ਕਰਕੇ ਦੱਸ ਰਹੇ ਨੇ ਕਿ ਜੇ ਅਸੀਂ ਤਨ ਨੂੰ ਨਹੀਂ ਤਪਾਉਂਦੇ ਤਾਂ ਤਨ ਨੂੰ ਤਪਾਏ ਬਿਨਾਂ ਵੀ ਪਰਮਾਤਮਾ ਜਿਹੜਾ ਹੈ ਉਹ ਮਿਲ ਸਕਦਾ ਹੈ। ਕਾਦਰੀ ਜੀ ਨੇ ਬਹੁਤ ਸੋਹਣਾ ਵਿਖਿਆਨ ਕੀਤਾ ਹੋਏਗਾ ਨਾਮ ਬਾਰੇ। ਮੈਂ ਜ਼ਿਆਦਾ ਨਹੀਂ ਸੁਣ ਸਕੀ ਕਿਉਂਕਿ ਤਬੀਅਤ ਠੀਕ ਨਹੀਂ ਸੀ, ਤੇ ਹੁਣੇ ਹੀ ਮੈਂ ਜੁਆਇਨ ਕੀਤਾ। ਮੈਂ ਮੁਬਾਰਕਬਾਦ ਦਿੰਦੀ ਹਾਂ ਉਹਨਾਂ ਦਾ, ਇਸ ਪਲੇਟਫਾਰਮ ਤੇ ਆਣਾ ਹੀ ਜਿਹੜਾ ਹੈ ਉਹ ਬਹੁਤ ਵੱਡੀ ਗੱਲ ਹੈ। ਥੈਂਕ ਯੂ ਵੈਰੀ ਮਚ। ਥੈਂਕ ਯੂ ਡਾਕਟਰ ਸਾਹਿਬ, ਤੇ ਵੀ ਵਿਲ ਪ੍ਰੇ ਕਿ ਤੁਸੀਂ ਛੇਤੀ ਠੀਕ ਹੋ, ਕਿਉਂਕਿ ਤੁਹਾਡੀ ਵੀ ਅੱਗੇ ਵਾਰੀ ਆ ਰਹੀ ਹੈ। ਡਾਕਟਰ ਸਰਬਜੀਤ ਸਿੰਘ ਹਾਂਜੀ ਮੈਂ ਤਿਆਰ ਹਾਂ ਜੀ, ਮੈਂ ਬਿਲਕੁਲ ਠੀਕ ਹੈ। ਡਾਕਟਰ ਸਰਬਜੀਤ ਸਿੰਘ ਜੀ ਬੰਬੇ ਤੋਂ ਅਨਮਿਊਟ ਕਰਨਾ ਪੈਣਾ ਜੀ ਕਾ ਤੁਹਾਨੂੰ। ਖਾਲਸਾ, ਹਾਂਜੀ ਚਲੋ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਆਸਮਾ ਕਾਦਰੀ ਜੀ ਨੇ ਵੈਸੇ ਕਾਫੀ ਸੁੰਦਰ ਵਿਸ਼ਾ ਜਿਹੜਾ ਇਹ ਲਿਆ ਹੈ। ਮੈਂ ਮਾਫੀ ਚਾਹੁੰਦਾ ਕਿ ਮੈਂ ਸ਼ੁਰੂ ਤੋਂ ਨਹੀਂ ਲੈਕਚਰ ਸੁਣ ਸਕਿਆ, ਪਰ ਕੁਐਸਚਨ ਆਨਸਰ ਨੇ ਕਾਫੀ ਇੰਪ੍ਰੈਸਿਵ ਟਾਈਪ ਦੀਆਂ ਗੱਲਾਂ ਕੀਤੀਆਂ, ਔਰ ਇਹਦੇ ਵਿੱਚ ਖਾਸ ਤੌਰ ਤੇ ਨਾਮ ਦਾ ਵਿਸ਼ਾ ਆਇਆ ਹੈ। ਥੋੜੀ ਨੇ ਦਾਸ ਇੱਥੇ ਕਲੈਰੀਫਿਕੇਸ਼ਨ ਦੇਣੀ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦਾ ਲਫ਼ਜ਼ ਗੁਰੂ ਮਹਾਰਾਜ ਨੇ ਲਗਭਗ 4000 ਤੋਂ ਵੱਧ ਵਾਰੀ ਵਰਤਿਆ ਵਾ, ਜਾਂ ਦੂਸਰੇ ਲਫ਼ਜ਼ਾਂ ਵਿੱਚ ਕਹਿ ਲਓ ਕਿ ਗੁਰੂ ਮਹਾਰਾਜ ਨੇ ਸਾਨੂੰ 4000 ਤੋਂ ਵੱਧ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਜਾਂ 4000 ਤੋਂ ਵੱਧ ਤਰੀਕੇ ਨਾਲ ਸਾਨੂੰ ਡੈਫੀਨੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਨਾਮ ਕੀ ਹੈ। ਪਰ ਸਾਡੇ ਵਿੱਚ ਫਿਰ ਵੀ ਅੱਜ ਬਹੁਤ ਭੁਲੇਖੇ ਹਨ। ਉਹ ਵੱਡਾ ਭੁਲੇਖਾ ਹੈ ਕਿ ਅਸੀਂ ਨਾਂ ਤੇ ਨਾਮ ਦੇ ਵਿੱਚ ਬੜਾ ਭੁਲੇਖਾ ਪਾਇਆ ਹੋਇਆ ਹੈ। ਨਾਮ, ਆਈ ਐਮ ਰੈਫਰਿੰਗ ਨੇਮ, ਜਿਸ ਤਰ੍ਹਾਂ ਕਿਸੇ ਦਾ ਵਿਅਕਤੀਗਤ ਨਾਮ ਹੁੰਦਾ ਵਾ, ਤੇ ਦੂਸਰੇ ਲਫ਼ਜ਼ਾਂ 'ਚ ਕਹਿ ਲਓ ਜਿਸ ਤਰ੍ਹਾਂ ਦੂਸਰੇ ਧਰਮਾਂ ਵਿੱਚ ਜਿਹੜਾ ਹੈਗਾ ਵਾ ਅਕਾਲ ਪੁਰਖ ਵਾਸਤੇ ਨੇਮ ਜਿਹੜਾ ਯੂਜ਼ ਕੀਤਾ ਗਿਆ, ਅਸੀਂ ਨਾਂ ਯੂਜ਼ ਕੀਤਾ ਸੀ। ਕੋਈ ਗੋਡ, ਰੱਬ, ਪਰਮਾਤਮਾ, ਅੱਲਾ ਆਦਿ ਸਭ ਵਰਤਦੇ ਰਹੇ। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਵੇਖੋ ਤੇ ਗੁਰੂ ਮਹਾਰਾਜ ਨੇ ਬਹੁਤ ਸਾਰੇ ਉਸ ਸਮੇਂ ਦੇ ਪ੍ਰਚਲਿਤ ਨਾਮ ਵਰਤ ਦਿੱਤੇ ਸੀ, ਜਿਸ ਤਰ੍ਹਾਂ ਪ੍ਰਭੂ, ਰਾਮ, ਹਰੀ, ਗੋਬਿੰਦ, ਠਾਕਰ, ਗੋਪਾਲ, ਪਰਮੇਸ਼ਰ, ਜਗਦੀਸ਼, ਨਾਰਾਇਣ, ਮੋਹਨ, ਭਗਵਾਨ, ਨਿਰੰਕਾਰ ਆਦਿ। ਔਰ ਗੁਰੂ ਗ੍ਰੰਥ ਸਾਹਿਬ ਵਿੱਚ
ਵੱਖਰੇ ਤੌਰ ਤੇ ਜਿਹੜਾ ਇਹ ਨੇਮ ਯੂਜ਼ ਕੀਤਾ ਗਿਆ ਹੈ ਉਹ ਅਕਾਲ ਪੁਰਖ ਹੈ, ਜਿਹੜਾ ਕਿ 2 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਲੇਕਿਨ ਜੋ ਨਾਮ ਦੀ ਗੱਲ ਜਦੋਂ ਆਉਂਦੀ ਹੈ ਉਹ ਨੇਮ ਦੇ ਨਾਲ ਰਿਲੇਟਡ ਨਹੀਂ ਹੈ। ਜੇ ਗੁਰਬਾਣੀ ਵਿੱਚ ਵੇਖੀਏ, ਨਾਮ ਦਾ ਸੰਬੰਧ ਜਿਹੜਾ ਹੈਗਾ ਵਾ ਹੁਕਮ ਨਾਲ ਵੀ ਹੈ, ਹੁਕਮ ਨਾਲ ਵੀ ਹੈ, ਜਿਸ ਦੇ ਵਿੱਚ ਨਾਰਮਲੀ ਉਹ ਸਭ ਚੀਜ਼ਾਂ ਆ ਜਾਂਦੀਆਂ ਜੋ ਕੁਦਰਤ ਦੇ ਰੂਲ ਰੈਗੂਲੇਸ਼ਨ ਜਾਂ ਕੁਦਰਤ ਦਾ ਕੰਟਰੋਲ ਜਾਂ ਕਿਸ ਤਰ੍ਹਾਂ ਪ੍ਰਬੰਧ ਚੱਲ ਰਹੇ, ਉਹ ਸਭ ਚੀਜ਼ਾਂ ਆ ਜਾਂਦੀਆਂ। ਨਾਮ ਦਾ ਸੰਬੰਧ ਸੱਚ ਨਾਲ ਵੀ ਆਉਂਦਾ ਵਾ, ਜੋ ਸਦਾ ਕਾਇਮ ਰਹਿਣ ਵਾਲਾ ਵਾ, ਅਟਲ ਸੱਚਾਈ ਆ, ਉਹ ਵੀ ਕੁਦਰਤ ਦੀ ਜਿਹੜੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ। ਨਾਮ ਦਾ ਸੰਬੰਧ ਅੰਮ੍ਰਿਤ ਨਾਲ ਵੀ ਆਉਂਦਾ, ਗੁਰਬਾਣੀ ਵਿੱਚ 11 ਵਾਰੀ ਲਗਭਗ ਆਇਆ ਵਾ ਅੰਮ੍ਰਿਤ ਹਰ ਕਾ ਨਾਮ ਜਾਂ ਅੰਮ੍ਰਿਤ ਹਰ ਕਾ ਨਾਮ। ਇਹਦੇ ਵਿੱਚ ਉਹ ਚੀਜ਼ਾਂ ਆ ਜਾਂਦੀਆਂ ਜਿਸ ਤਰ੍ਹਾਂ ਜੀਵਨ, ਜਾਚ, ਵਿਵੇਕ, ਬੁੱਧੀ, ਇਹ ਸਭ ਵਿਸ਼ੇ ਆ ਜਾਂਦੇ ਹੈ। ਨਾਮ ਦਾ ਸੰਬੰਧ ਸ਼ਬਦ ਨਾਲ ਵੀ ਆਉਂਦਾ ਵਾ, ਅਕਾਲ ਪੁਰਖ ਨੂੰ ਪਾਉਣਾ, ਤਰੀਕਾ, ਗਿਆਨ ਦਾ ਮਾਰਗ, ਗਿਆਨ ਦਾ ਸਾਧਨ ਕੀ ਹੈ। ਹੁਣ ਵੇਖਿਆ ਜਾਵੇ, ਹੁਕਮ, ਸੱਚ ਤੇ ਅੰਮ੍ਰਿਤ ਜਿਹੜਾ ਹੈਗਾ ਉਹ ਅਕਾਲ ਪੁਰਖ ਦੇ ਸਿਸਟਮ ਹਨ। ਪਰ ਇਹਨਾਂ ਸਾਰਿਆਂ ਸਿਸਟਮਾਂ ਨੂੰ ਅਗਰ ਸਮਝਣਾ ਵਾ ਤੇ ਸਾਡੇ ਕੋਲ ਸਿਰਫ ਸਾਧਨ ਹੈਗਾ ਵਾ, ਉਹ ਸ਼ਬਦ ਹੈਗਾ ਵਾ, ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ। ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਵੱਲ ਪਹੁੰਚਣਾ ਵਾ ਜਾਂ ਨਾਮ ਨੂੰ ਜਾਣਨਾ ਜਾਂ ਨਾਮ ਨੂੰ ਜਪਣਾ ਵਾ, ਤਾਂ ਸਾਡੇ ਕੋਲ ਸਿਰਫ ਤਰੀਕਾ ਹੈਗਾ ਵਾ, ਉਹ ਹੈਗਾ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ। ਇਸ ਕਰਕੇ ਜੇ ਨਾਮ ਜਪਣਾ ਚਾਹੁੰਦੇ ਆ ਤਾਂ ਸਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣਾ ਜੀਵਨ ਦਾ ਆਧਾਰ ਬਣਾਉਣਾ ਪੈਣਾ ਵਾ, ਨਾ ਕਿ ਕਿਸੇ ਪਾਰਟਿਕੂਲਰ ਵਰਡ ਨੂੰ, ਪਾਰਟਿਕੂਲਰ ਵਿਸ਼ੇ ਨੂੰ ਜਾਂ ਪਾਰਟਿਕੂਲਰ ਪਾਰਟ ਨੂੰ ਲੈ ਕੇ ਅਸੀਂ ਕਹੀਏ ਕਿ ਅਸੀਂ ਨਾਮ ਜਪਣਾ ਕਰ ਲਿਆ ਵਾ ਜਾਂ ਨਾਮ ਜਪਣਾ ਦੇ ਅਸੀਂ ਐਕਸਪਰਟ ਹੋ ਗਏ, ਉਹ ਨਹੀਂ ਹੋ ਸਕਦਾ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸ਼ੁਰੂ ਤੋਂ ਲੈ ਕੇ ਸਿੱਖੀ ਧਰਮ ਦਾ ਸਿਧਾਂਤ ਹੈ, ਇਹ ਕੇਵਲ ਸਚਾਰਿਆ ਹੋਈ ਹੈ ਕਿ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਹੁਕਮ ਸੰਬੰਧੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਾਣਕਾਰੀ ਦਿੱਤੀ ਗਈ ਹੈ, ਉਹ ਬਾਣੀ ਨੂੰ ਸਮਝ ਕੇ ਫਿਰ ਅਸੀਂ ਕਹਿ ਸਕਦੇ ਕਿ ਹਾਂ ਨਾਮ ਜਪਣ ਦਾ ਅਸੀਂ ਕੋਸ਼ਿਸ਼ ਉਪਰਾਲਾ ਕੀਤਾ। ਅਦਰਵਾਈਜ਼ ਕਿਸੇ ਵੀ ਵਰਬਲ ਜੇ ਗੱਲ ਨਾਲ ਕਹਿਣਾ ਚਾਹੀਏ ਤਾਂ ਉਹ ਗੁਰਬਾਣੀ ਦੇ ਅਨੁਸਾਰ ਨਾਮ ਜਪਣਾ ਨਹੀਂ ਹੋ ਸਕਦਾ, ਕਿਸੇ ਹੋਰ ਧਰਮ ਦੇ ਅਨੁਸਾਰ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਆਸਮਾ ਜੀ, ਤੁਸੀਂ ਕੁਝ ਫਾਈਨਲ ਕਮੈਂਟਸ ਕਰੋਗੇ ਕਿ ਮੈਂ ਅਗਲੇ ਸਪੀਕਰ ਵਾਸਤੇ ਦੱਸਾਂ ਜੀ? ਨਹੀਂ ਜੀ, ਤੁਸੀਂ ਅੱਗੇ ਚੱਲੋ। ਅੱਛਾ ਜੀ, ਮੈਂ ਡਾਕਟਰ ਸਾਹਿਬ, ਹਾਂਜੀ ਡਾਕਟਰ ਸਾਹਿਬ, ਜੀਓ ਜੀਓ। ਮੇਰੀ ਛੋਟੀ ਭੈਣ ਨੂੰ ਨਾ ਪਹਿਲਾਂ ਇਹਨੂੰ ਪੱਕਾ ਕਰ ਲਓ ਕਿ ਦੁਬਾਰਾ ਕਦੋਂ ਆਉਣਗੇ। ਅੱਛਾ ਜੀ, ਮੈਂ ਹੁਣ ਖਤਮ ਕਰਕੇ ਹੀ ਕਰਦਾ ਜੀ ਗੱਲ, ਇਹਨਾਂ ਨੂੰ ਸੌਣ ਨਹੀਂ ਦੇਣਾ ਜਦ ਤੱਕ ਮੈਂ ਪੁੱਛਣਾ ਲਾਂ ਜੀ। ਅੱਛਾ ਠੀਕ ਹੈ, ਠੀਕ ਹੈ ਜੀ। ਤੇ ਹਾਂਜੀ, ਥੈਂਕ ਯੂ ਜੀ। ਤੇ ਮੈਂ ਦੱਸ ਦਿਆਂ ਹੁਣ ਅਗਲੇ ਸਪੀਕਰ ਵਾਸਤੇ, ਅਗਲੇ ਸਪੀਕਰ ਹੈਗੇ ਨਾਲੇ ਦਾ ਡੈਂਟਿਸਟ ਹੈ ਤੇ ਨਾਲੇ ਕਰਨਲ ਸਾਹਿਬ ਹੈ, ਉਹ ਮਿਲਟਰੀ 'ਚ ਰਿਟਾਇਰ ਹੋਏ। ਉਹਨਾਂ ਦਾ ਨਾਮ ਹੈ GB ਸਿੰਘ। ਮੋਨੋਥੀਜ਼ਮ ਮੈਨੀਆ, ਟਾਈਮ ਟੂ ਰੀਅਸੈਸ ਆਵਰ ਅੰਡਰਸਟੈਂਡਿੰਗ ਆਫ ਗੁਰਬਾਣੀ। ਇਹ ਬੜਾ ਕੰਪਲੈਕਸ ਟਾਪਿਕ ਹੈ ਜਿਹੜਾ ਉਹਨਾਂ ਨੇ ਡਿਸਕਸ ਕਰਨਾ ਹੈ। ਤੇ ਉਹਨਾਂ ਨੇ ਵੀ ਮੈਨੂੰ ਭੈਣ ਜੀ ਵਾਂਗੂ ਹੀ ਕਿਹਾ ਹੈ ਕਿ ਵੀ ਮੇਰੇ ਬਾਰੇ ਬਹੁਤਾ ਕੁਝ ਨਹੀਂ ਦੱਸਣਾ, ਤੇ ਮੈਂ ਲਿਖ ਭੇਜਾਂਗਾ ਉਹਦੇ ਵਾਸਤੇ। ਤੇ ਆਪਾਂ ਸਾਰੇ ਇਸੇ ਤਰ੍ਹਾਂ ਹੀ ਅਗਲੀ ਵਾਰੀ ਜੁਆਇਨ ਕਰੀਏ, ਤੇ ਇਸੇ ਤਰ੍ਹਾਂ ਹੀ ਅੱਛਾ ਰਹੇਗਾ ਜੇਕਰ ਆਪਾਂ ਸਾਰੇ ਪ੍ਰੋਗਰਾਮ ਦੇ ਵਿੱਚ ਰਲ ਮਿਲ ਕੇ ਹਿੱਸਾ ਪਾਈਏ। ਤੇ ਭੈਣ ਜੀ, ਭੈਣ ਆਸਮਾ ਜੀ, ਪਤਾ ਨਹੀਂ ਕਿੰਨਾ ਤੁਹਾਡਾ ਸ਼ੁਕਰੀਆ ਕਰੀਏ, ਕਿਉਂਕਿ ਫਿਰ ਜੇ ਮੈਂ ਲਫ਼ਜ਼ ਮੈਨੂੰ ਕੋਈ ਸੁੱਝ ਨਹੀਂ ਰਹੇ, ਉਹ ਤਾਂ ਥੋੜ੍ਹੀ ਬਹੁਤੀ ਪੰਜਾਬੀ ਆਉਂਦੀ ਹੈ ਮੈਨੂੰ, ਪਰ ਅੱਜ ਤੁਹਾਡੀ ਆਵਾਜ਼ ਸੁਣ ਕੇ ਤੇ ਤੁਹਾਡੀ ਸਪੀਚ ਸੁਣ ਕੇ ਤੇ ਤੁਹਾਡੇ ਸਾਰਾ ਕੁਝ ਸੁਣ ਕੇ, ਤੁਹਾਡੇ ਖਿਆਲ ਸੁਣ ਕੇ ਐਂ ਲੱਗਦਾ ਕਿ ਸਾਨੂੰ ਫਿਰ ਮੁੜ ਕੇ ਨਵੇਂ ਸਿਰੋਂ ਸਕੂਲ ਜਾਣ ਦੀ ਲੋੜ ਹੈ ਤਾਂ ਜੋ ਤੁਹਾਡੇ ਵਰਗੇ ਟੀਚਰ ਮਿਲ ਸਕਣ। ਤੇ ਇਹ ਮੈਂ ਕਹਿਣਾ ਚਾਹੁੰਦਾ ਕਿ ਯੂ ਆਰ ਐਕਸੀਲੈਂਟ, ਯੂ ਆਰ ਸੁਪਰਬ, ਯੂਅਰ ਵੌਇਸ ਇਜ਼ ਬਿਊਟੀਫੁਲ, ਯੂਅਰ ਲੈਂਗੁਏਜ ਕੰਟਰੋਲ ਇਜ਼ ਪਰਫੈਕਟ, ਐਂਡ ਸੋ ਵਾਜ਼ ਯੂਅਰ ਕੰਟੈਂਟਸ। ਸੋ ਇਸ ਕਰਕੇ ਅਸੀਂ ਸਾਰੇ ਰਲ ਕੇ ਤੁਹਾਡਾ ਥੈਂਕ ਯੂ ਕਰਦੇ ਹਾਂ। ਤੇ ਨਾਲ ਹੀ ਮੈਂ ਥੈਂਕ ਯੂ ਕਰਦਾ ਪ੍ਰੋਫੈਸਰ ਹਰਦੇਵ ਸਿੰਘ ਜੀ, ਜਿਨ੍ਹਾਂ ਨੇ ਕਿ ਤੁਹਾਡੇ ਨਾਲ ਇੰਟਰੋਡਿਊਸ ਕਰਾਇਆ ਤਾਂ ਜੋ ਤੁਹਾਨੂੰ ਇੱਥੇ ਬੁਲਾ ਸਕੀਏ। ਤੇ ਹਾਂਜੀ, ਜਿਵੇਂ ਕਿ ਇਹਨਾਂ ਨੇ ਕਿਹਾ, ਗਿਆਨੀ ਜੀ ਨੇ, ਪ੍ਰੈਟੀ ਸੂਨ ਮੈਂ ਸਪਾਟ ਦੇਖ ਕੇ ਤੇ ਤੁਹਾਡੇ ਨਾਲ ਗੱਲ ਕਰਕੇ ਤੇ ਤੁਹਾਨੂੰ ਫਿਰ ਲਿਆਵਾਂਗੇ। ਤੇ ਜਿਵੇਂ ਤੁਸੀਂ ਆਲਰੇਡੀ ਦੱਸਿਆ ਕਿ ਨਾਦਰਾ ਸਾਹਿਬ ਆ ਰਹੇ ਹੈ ਤੇ ਉਹ ਵੀ ਆਉਣਗੇ, ਤੇ ਇੱਦਾਂ ਹੀ ਪ੍ਰਮਾਤਮਾ ਕਰੇ ਕਿ ਇਹ ਪ੍ਰੋਗਰਾਮ ਚੱਲਦਾ ਰਹੇ। ਇੱਕ ਵਾਰੀ ਫਿਰ ਹੱਥ ਜੋੜ ਕੇ ਤੁਹਾਡਾ ਸ਼ੁਕਰੀਆ ਜੀ। ਪਲੀਜ਼ ਇੰਜੋਏ ਰੈਸਟ ਆਫ ਦਾ ਡੇ। ਤੇ ਹੁਣ ਸਾਰਿਆਂ ਨੂੰ ਆਪਾਂ ਛੁੱਟੀਆਂ ਲਈਏ ਤੁਹਾਡੇ ਤੋਂ, ਤੇ ਹੋਪ ਹੈ ਕਿ ਅਸੀਂ ਫਿਰ ਇੱਦਾਂ ਤੁਹਾਡਾ ਪ੍ਰਤੀ ਸੂਨ ਦਰਸ਼ਨ ਕਰਾਂਗੇ ਜੀ, ਬੇਸਡ ਔਨ। ਬਹੁਤ ਸ਼ੁਕਰੀਆ ਜੀ। ਅਸੀਂ ਸਾਰੀ ਸੰਗਤ ਦੇ ਸ਼ੁਕਰਗੁਜ਼ਾਰ ਹਾਂ ਕਿ ਸਭ ਨੇ ਇੰਨਾ ਟਾਈਮ ਕੱਢਿਆ ਏ, ਬੈਠੇ ਆ, ਅਸੀਂ ਇੱਕ ਦੂਜੇ ਨੂੰ ਸੁਣਿਆ ਏ। ਤੇ ਦੁਬਾਰਾ ਵੀ ਜ਼ਰੂਰ ਗੱਲਬਾਤ ਕਰਾਂਗੇ ਬਾਬਾ ਫਰੀਦ ਦੇ ਬਾਰੇ, ਜਿਹੜਾ ਸਾਡਾ ਕੰਮ ਹੈ
ਉਹ ਵੀ ਤੁਹਾਡੇ ਸਭ ਦੇ ਨਾਲ ਸਾਂਝਾ ਕਰਾਂਗੇ, ਉਹਨਾਂ ਦੀ ਜੀਵਨ ਦੇ ਬਾਰੇ ਜੋ ਵੀ ਖੋਜ ਪਰਖ ਹੈ ਸਾਡੇ ਕੋਲ, ਕਿਉਂਕਿ ਇਹ ਅਗਰ ਕੋਲ ਪਿਆ ਰਵੇ, ਬੰਦ ਰਵੇ, ਤੇ ਫਿਰ ਉਹ ਵਿਸ ਬਣ ਜਾਂਦਾ ਹੈ। ਤੇ ਵੰਡਦਾ ਰਵੇ ਹਰ ਸ਼ੈ ਬੰਦਾ, ਤੇ ਫਿਰ ਉਹ ਸ਼ੱਕਰ ਰਹਿੰਦੀ ਹੈ। ਤੇ ਜਿਹੜਾ ਹਰਬੀਰ ਹੋਰਾਂ ਦਾ ਸਵਾਲ ਸੀ ਕਿ ਨੇਚਰ ਜਿਹੜੀ ਉਹ ਕਿਸ ਤਰ੍ਹਾਂ ਸੱਚ ਹੈ, ਅਗਰ ਕੋਈ 5 ਮਿੰਟ ਹੈ ਨੇ ਤੇ ਅਸੀਂ ਉਹਨਾਂ ਦਾ ਜਵਾਬ ਦੇ ਦਈਏ। ਹਾਂਜੀ, ਦੇ ਦਿਓ ਜੀ। ਅਗਰ ਜੀ ਨੇਚਰ ਜਿਹੜੀ ਉਹ ਦਾਨ ਕਰਦੀ ਹੈ ਜੀ। ਸਾਡੇ ਕੋਲ ਅੱਗ, ਹਵਾ, ਮਿੱਟੀ ਔਰ ਪਾਣੀ ਹੈ। ਪਾਣੀ ਸਾਡੀ ਤ੍ਰੇ ਬੁਝਾਉਂਦਾ ਹੈ, ਪਰ ਪਾਣੀ ਦੀ ਆਪਣੀ ਤ੍ਰੇ ਕੀ ਹੈ ਸਾਨੂੰ ਕਦੀ ਪਤਾ ਨਹੀਂ ਲੱਗਾ। ਹਵਾ ਸਾਨੂੰ ਸਾਹ ਦਿੰਦੀ ਹੈ, ਪਰ ਅਸੀਂ ਹਵਾ ਨੂੰ ਕੀ ਦੇ ਰਹੇ ਹਾਂ? ਸੂਰਜ ਦੀ ਰੋਸ਼ਨੀ ਸਾਡੀਆਂ ਫਸਲਾਂ ਪਕਾ ਰਹੀ ਹੈ, ਅੱਗ ਦੇ ਉੱਤੇ ਅਸੀਂ ਆਪਣਾ ਖਾਣਾ ਪਕਾ ਰਹੇ ਹਾਂ। ਉਹ ਸਾਨੂੰ ਜੀਵਨ ਦੇ ਰਹੀ, ਸਾਨੂੰ ਨਿੱਘ ਦੇ ਰਹੀ, ਅਸੀਂ ਉਹਨੂੰ ਕੀ ਦੇ ਰਹੇ ਹਾਂ ਪਤਾ ਨਹੀਂ। ਪਾਣੀ ਹੈ, ਜੀਵਨ ਸੋਮਾ ਹੈ, ਜ਼ਿੰਦਗੀ ਬਣੀ ਹੀ ਪਾਣੀ ਤੋਂ ਹੈ, ਤੇ ਪਾਣੀ ਸਾਨੂੰ ਜ਼ਿੰਦਾ ਰੱਖਦਾ ਹੈ। ਵਾਹਿਗੁਰੂ। ਸੋ ਮਿੱਟੀ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ, ਜੀਂਦਿਆਂ ਪੈਰਾਂ ਤਲੇ ਹੋਇਆਂ ਪਰ ਹੋਇਆ। ਮਿੱਟੀ ਸਾਨੂੰ ਆਪਣੇ ਉੱਤੇ ਟੁਰਨ ਫਿਰਨ ਦੀ ਇਜਾਜ਼ਤ ਦਿੰਦੀ ਹੈ। ਅਸੀਂ ਇਹਦੇ ਉੱਤੇ ਆਕੜ ਕੇ ਟੁਰੀਏ, ਆਜਜ਼ੀ ਨਾਲ ਟੁਰੀਏ, ਕੁਛ ਨਹੀਂ ਕਹਿੰਦੀ। ਮਿੱਟੀ ਦਾ ਇੱਕੋ ਰੰਗ ਹੈ ਪੂਰਾ, ਔਰ ਉਹਦੇ ਵਿੱਚੋਂ ਜਿਹੜਾ ਬੂਟਾ ਨਿਕਲਦਾ ਹੈ ਉਹਦੀ ਹਰਿਆਵਲ ਵੱਖਰੀ ਹੈ। ਉਸ ਹਰਿਆਵਲ ਦੇ ਨਾਲ ਜਿਹੜਾ ਫਲ ਲੱਗਦਾ ਹੈ ਉਹਦਾ ਸਵਾਦ ਵੱਖਰਾ ਹੈ, ਜਿਹੜਾ ਫੁੱਲ ਲੱਗਦਾ ਹੈ ਉਹਦਾ ਰੰਗ ਵੱਖਰਾ ਹੈ, ਉਹਦੀ ਸੁਗੰਧ ਵੱਖਰੀ ਹੈ। ਸੋ ਮਿੱਟੀ ਸੇਵਾ ਕਰ ਰਹੀ ਹੈ, ਪਾਣੀ ਸੇਵਾ ਕਰ ਰਿਹਾ ਹੈ, ਅੱਗ ਸੇਵਾ ਕਰ ਰਹੀ ਹੈ, ਹਵਾ ਸੇਵਾ ਕਰ ਰਹੀ ਹੈ, ਆਕਾਸ਼ ਸੇਵਾ ਕਰ ਰਿਹਾ ਹੈ। ਇਹ 5 ਤੱਤ ਨੇ ਸਾਡੇ ਜੀਵਨ ਦੇ। ਇਹਨਾਂ ਰਾਹੀਂ ਹੀ ਸਾਨੂੰ ਸਮਝ ਆ ਸਕਦੀ ਹੈ ਕਿ ਇਹ ਜੋ ਸੇਵਾ ਕਰ ਰਹੇ ਨੇ, ਇਹ ਹਰ ਵੇਲੇ ਨਾਮ ਸਿਮਰ ਰਹੇ ਨੇ, ਇਹ ਨਾਮ ਜਪ ਰਹੇ ਨੇ। ਬਾਕੀ ਹਰਬੀਰ ਤੁਸੀਂ ਆਓਗੇ ਤੇ ਫਿਰ ਐਸੇ ਟੌਪਿਕ ਦੇ ਉੱਤੇ ਅਸੀਂ ਹੋਰ ਗੱਲ ਕਰ ਲਾਂਗੇ। ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ ਵਾਂਸ ਅਗੇਨ, ਬਹੁਤ ਥੈਂਕ ਯੂ। ਮਿਹਰਬਾਨੀ। ਤੇ ਮੈਂ ਦੇਖ ਰਿਹਾ ਕਿ ਜੀਬੀ ਸਿੰਘ ਬੈਠੇ ਹੋਏ ਆ। ਕਰਨਲ ਸਾਹਿਬ ਤੁਸੀਂ ਆਪਣੇ ਫਤਿਹ ਬੁਲਾ ਲਓ ਸਾਰਿਆਂ ਨੂੰ, ਅਗਲੀ ਵਾਰੀ ਬੋਲਣਾ ਤੁਸੀਂ ਅਨਮਿਊਟ ਕਰਕੇ। ਕਰਨਲ ਸਾਹਿਬ ਅਨਮਿਊਟ ਕਰ ਲਓ, ਜੀਬੀ ਸਿੰਘ ਜੀ ਅਨਮਿਊਟ ਕਰ ਲਓ। ਹਾਂਜੀ ਹਾਂਜੀ, ਫਤਿਹ ਬੁਲਾ ਲਓ। ਮੈਂ ਕਿਹਾ ਤੁਸੀਂ ਅਗਲੀ ਵਾਰੀ ਬੋਲਣਾ ਜੀ ਸਾਰੇ। ਫਤਿਹ ਜੀ, ਬਹੁਤ ਬਿਊਟੀਫੁਲ ਲੈਕਚਰ, ਬਿਊਟੀਫੁਲ, ਐਕਸਲੈਂਟ। ਥੈਂਕ ਯੂ ਜੀ। ਚਲੋ ਪਿਆਰਿਓ, ਫਿਰ ਆਪਾਂ ਐਕਸਲੈਂਟ। ਫਤਿਹ ਬੁਲਾਈਏ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਨੈਕਸਟ ਟਾਈਮ ਮਿਲਾਂਗੇ ਜੀ। ਥੈਂਕ ਯੂ ਜੀ, ਬਾਏ।